ਘੁਮਾ ਲਈ ਦਾ ਹੁੰਦਾ ਐਂਗਲ ਪਹਿਲਾਂ ਇੱਥੋਂ ਸ਼ੁਰੂ ਕਰਦੇ सर जो अपना पिछले दिन 2 दिन होए अपने हॉस्पिटल से जो उस मुलाजमान वालों हमला किया गया जिन्हों गुंडागर्दी की गई उस संबंध में तुम की कहना चाहते? देखो भाजी मैं 2-3 ਦਿਨਾਂ ਤੋਂ ਇਹ ਕਾਫੀ ਮਤਲਬ ਇੱਥੇ ਪਰੇਸ਼ਾਨੀ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਤੁਸੀਂ ਆ ਦੇਖ ਸਕਦੇ ਹੋ ਘੁਮਾ ਕੇ ਵੀ ਕਿੰਨਾ ਮਰੀਜ਼ ਆ ਸਾਡੇ ਹਸਪੀਟਲ ਚ ਆਉਂਦਾ, ਤੁਸੀਂ ਦੇਖ ਸਕਦੇ ਹੋ। ਔਰ ਹੁਣ ਇੰਨਾ ਮਰੀਜ਼ ਹੈ ਪਰ ਸਭ ਤੋਂ ਜਿਹੜੀ ਇਸ ਟਾਈਮ ਮੇਰੇ ਵਾਸਤੇ ਜਿਹੜੀ ਮੁਸ਼ਕਲ ਇਹ ਹੋ ਗਈ ਆ ਕਿ ਹੁਣ ਲਾਗੇ ਮੇਰੀ ਵਾਸਤੇ ਇਹ ਮੁਸ਼ਕਲ ਹੋ ਗਈ ਆ ਕਿ ਸਟਾਫ ਅੱਜ ਆਇਆ ਨਹੀਂ ਗਾ। 17 ਬੰਦਿਆਂ ਦੇ ਉੱਪਰ 17 ਬੰਦਿਆਂ ਦੇ ਉੱਤੇ ਇਹਨਾਂ ਨੇ ਪਰਚਾ ਕਰ ਦਿੱਤਾ। 17 ਮੈਂ ਹੈਰਾਨ ਆ ਪਰ ਮੈਨੂੰ ਸ਼ਰਮ ਆਉਣ ਰਹੀ ਆ ਕਿ ਮੈਂ ਕਿਸ ਦੇਸ਼ ਦੇ ਵਿੱਚ ਸੇਵਾ ਕਰ ਰਿਹਾ। ਉਸ ਦੇਸ਼ ਦਾ ਸਿਸਟਮ ਜਿਹੜਾ ਇੱਕ ਚੈਰੀਟੇਬਲ ਹਸਪੀਟਲ ਪੰਜਾਬ ਦਾ ਸਭ ਤੋਂ ਵਧੀਆ ਟੌਪ ਦਾ ਹਸਪੀਟਲ ਜਿੱਥੇ ਲੋਕਾਂ ਦੇ ਫ੍ਰੀ ਆਫ ਕਾਸਟ ਇਲਾਜ ਹੋ ਰਹੇ ਨੇ, ਹਜ਼ਾਰਾਂ ਦੇ ਹਿਸਾਬ ਨਾਲ ਮਰੀਜ਼ ਆਉਂਦੇ ਨੇ। ਔਰ ਉਸ ਹਸਪੀਟਲ ਦੇ ਸਟਾਫ ਤੇ 17 ਬੰਦਿਆਂ ਦੇ ਪਰਚਾ। ਇਹ ਚੀਜ਼ ਬੜੀ ਹੈਰਾਨ ਕਰਨ ਵਾਲੀ ਆ ਕਿ ਚਲੋ ਮੇਰੀ ਤੇ ਕਰ ਦਿਓ, ਜੇ ਤੁਹਾਨੂੰ ਮੇਰੇ ਤੋਂ ਕੋਈ ਖੁੰਦਕ ਆ, ਮੇਰੇ ਤੋਂ ਤੁਹਾਨੂੰ ਕੋਈ ਪ੍ਰੋਬਲਮ ਆ, ਮੇਰੀ ਇਸ ਸੇਵਾ ਤੋਂ ਕੋਈ ਪ੍ਰੋਬਲਮ ਆ, ਤੁਸੀਂ ਮੇਰੇ ਤੇ ਪਰਚਾ ਦਿਓ। ਪਰ 17 ਬੰਦਿਆਂ ਤੇ ਇਹਨਾਂ ਨੇ ਕੋਈ ਮੈਂ ਤੁਹਾਨੂੰ ਹੁਣ ਉੱਪਰੋਂ ਦਿਖਾ ਦਾਂਗਾ ਕਿ ਮਰੀਜ਼ਾਂ ਦਾ ਕੀ ਹਾਲ ਆ। ਸਟਾਫ ਨਹੀਂ ਆਇਆ ਅੱਜ, ਸਾਡਾ ਸਟਾਫ ਜਿਹੜਾ ਵਾ ਉਹ ਇੰਨਾ ਸਹਿਮ ਗਿਆ ਵਾ ਕਿ ਉਹ ਕਹਿ ਰਹੀ ਕਿ ਜਿੰਨਾ ਚਿਰ ਇਹ ਸੋਲਵ ਨਹੀਂ ਹੁੰਦਾ ਮਤਲਬ ਉਹਨਾਂ ਚਿਰ ਅਸੀਂ ਹਸਪੀਟਲ 'ਚ ਨਹੀਂ ਆਉਂ। ਕੀ ਕਾਹਦੀ ਕੰਪਲੇਂਟ ਦੇ ਕਾਹਦੇ ਵਾਸਤੇ ਮਤਲਬ ਉਹਨਾਂ ਤੁਹਾਡੇ ਦੇ ਰੇਡ ਹਸਪੀਟਲ ਦੇ ਕੀਤਾ ਕੀ ਕਾਰਨ ਕਿਉਂ ਮੁਲਾਜ਼ਮ? ਕੋਈ ਮਰੀਜ਼ ਆਇਆ ਸੀਗਾ ਇੱਥੇ ਰੂਟੀਨ 'ਚ ਐਕਸੀਡੈਂਟ ਕੇਸ ਨਾਲ ਕੋਈ ਦੇ ਗੱਡੀ ਲੱਗ ਕੇ ਵੱਜੀ ਸੀ। ਹੁਣ ਇਹ ਦੱਸਦੇ ਆ ਕਿ ਸਾਡੇ ਕੋਲ ਆਇਆ, ਅਸੀਂ ਉਹਦੀ ਫਸਟ ਐਡ ਕੀਤੀ ਤੇ ਉਹਦੇ ਜੋ ਕਰਕੇ ਉਹਨੂੰ ਅਸੀਂ ਅੱਗੇ ਭੇਜ ਦਿੱਤਾ ਕਿ ਤੁਸੀਂ ਅੱਗੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ। ਇੱਥੇ ਮਤਲਬ ਮਰੀਜ਼ ਕਹਿ ਰਹੇ ਸੀਗਾ ਕਿ ਮੈਂ ਆਪਣਾ ਇਲਾਜ ਹੋਰ ਕਿਤੇ ਕਰਾਉਣਾ, ਮਰੀਜ਼ ਦੀ ਮਰਜ਼ੀ ਅਨੁਸਾਰ ਅਸੀਂ ਉਹਨੂੰ ਅੱਗੇ ਭੇਜ ਦਿੱਤਾ। ਬਸ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਇੱਥੇ ਹਸਪੀਟਲ ਦੇ ਵਿੱਚ ਔਰ ਘੱਟੋ ਘੱਟ 40-50 ਦੇ ਕਰੀਬ ਵਰਦੀਧਾਰੀ ਪੁਲਿਸ ਵਾਲੇ ਇਸ ਹਸਪੀਟਲ 'ਚ ਆਉਂਦੇ। ਜੋ ਮਰੀਜ਼ ਚਲਾ ਗਿਆ ਇੱਥੋਂ, ਮਰੀਜ਼ ਇੱਥੋਂ ਰੈਫਰ ਹੋ ਚੁੱਕਾ ਹੈ, 3 ਘੰਟੇ ਹੋ ਗਏ ਮਰੀਜ਼ ਨੂੰ ਰੈਫਰ ਹੋਏ ਨੂੰ। ਉਸ ਤੋਂ ਬਾਅਦ ਪੁਲਿਸ ਇੱਥੇ ਕੋਲ 40-50 ਜਾਣੇ ਆਉਂਦੇ ਨੇ, ਪਰ ਆਉਂਦੇ ਹੀ ਉਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਉਹਦੀ ਇੱਕ ਅਲੱਗ ਚੀਜ਼ ਆ। ਪਰ ਅੱਜ ਮੇਰੇ ਵਾਸਤੇ ਇਹ ਮੁਸ਼ਕਲ ਆ ਕਿ ਉਸ ਤੋਂ ਬਾਅਦ ਇਹਨਾਂ ਨੇ 17 ਬੰਦਿਆਂ ਦੇ ਪਰਚਾ ਕੀਤਾ। ਔਰ ਕਿੰਨੀ ਦੁਨੀਆ ਮੈਂ ਉੱਪਰੋਂ ਵੀ ਤੁਹਾਨੂੰ ਦਿਖਾਦਾ ਉੱਪਰ ਕੀ ਹਾਲ ਆ। ਮੈਂ ਬਾਕੀ ਜਿਹੜੇ ਲੋਕ ਮੇਰੇ ਨਾਲ ਜੁੜੇ ਮੈਂ ਉਹਨਾਂ ਨੂੰ ਉੱਪਰੋਂ ਦਿਖਾਉਂਦਾ। ਇਹਨਾਂ ਤੋਂ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਕੁਝ ਅਧਿਕਾਰੀ ਨੇ ਕੋਈ ਨੋਟਿਸ ਤੁਹਾਨੂੰ ਭੇਜਿਆ ਵਾ, ਜੇ ਕੋਈ ਤੁਹਾਨੂੰ ਫੋਨ ਕੀਤਾ ਵੀ ਕੋਈ ਤੁਸੀਂ ਉਹਨਾਂ ਦੇ ਕੋਈ ਐਸਐਸਪੀ ਸਾਹਿਬ ਦੀ ਰੇਂਜ 'ਚ ਕੋਈ ਲੱਗਦਾ ਜੀ? ਉਹਨਾਂ ਵੱਲੋਂ ਤਾਂ ਪਰਚਾ ਹੈ ਇਹਦੇ ਬਾਰੇ ਤੁਸੀਂ ਆਪਾਂ ਪੰਜਾਬ ਸਰਕਾਰ ਦੇ ਨਹੀਂ ਅੱਜ ਆਪਾਂ ਹਾਂਜੀ ਅਸੀਂ ਆਪਣੇ ਵਕੀਲ ਨਾਲ ਸਲਾਹ ਕੀਤੀ ਹੈ ਪਰ ਆਪਾਂ ਆਪਣੀ ਕਾਨੂੰਨੀ ਜੋ ਅਸੀਂ ਜਿਹੜੇ ਆਪਾਂ ਆਪਣੀ ਕਾਰਵਾਈ ਕਰਾਂਗੇ। ਜੋ ਅੱਗੇ ਸਾਡੇ ਵਕੀਲ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਹਾਂਜੀ ਹੁਣ ਇਹਦੇ ਵਿੱਚ ਹੈ ਕਿ 17 ਮੈਂ ਫਿਰ ਇਹ ਗੱਲ ਕਹਾਂਗਾ ਕਿ ਚਲੋ ਮਰੀਜ਼ ਬਹੁਤ ਜ਼ਿਆਦਾ ਨੇ ਤੇ ਇਸ ਟਾਈਮ ਚਲੋ ਉੱਚੀ ਬੋਲਣਾ ਚਲੋ ਮੇਰੇ ਵਾਸਤੇ ਥੋੜ੍ਹੇ ਰਸਟ ਹੈ, ਪਰ 17 ਬੰਦਿਆਂ ਦੇ ਪਰਚਾ ਸਾਡੇ ਹਸਪੀਟਲ ਦੇ ਵਿੱਚ ਬਟਾਲਾ ਦੀ ਪੁਲਿਸ ਵੱਲੋਂ ਕਰ ਦਿੱਤਾ ਗਿਆ ਹੈ। ਸਟਾਫ ਅੱਜ ਆਇਆ ਨਹੀਂ ਗਾ। ਮਰੀਜ਼ਾਂ ਦੀ ਤੁਸੀਂ ਗਿਣਤੀ ਵੇਖ ਸਕਦੇ ਹੋ ਕਿੰਨੀ ਆ। ਔਰ ਜੇ ਮੈਂ ਤੁਹਾਨੂੰ ਉੱਪਰੋਂ ਦਿਖਾਣਾ ਤੇ ਹਰ ਬੰਦੇ ਦੀ ਰੂਹ ਕੰਬ ਜੇਗੀ ਉੱਪਰ ਦਾ ਮਾਹੌਲ ਵੇਖ ਕਿ ਜਿਹੜਾ 150-200 ਮਰੀਜ਼ ਦਾਖਲ ਆ ਉਹਨਾਂ ਮਰੀਜ਼ਾਂ ਤੇ ਇਸ ਟਾਈਮ ਕੀ ਗੁਜ਼ਰ ਰਹੀ ਆ। ਉਹ ਮਰੀਜ਼ ਵਿਚਾਰੇ ਮੈਨੂੰ ਕਹਿ ਰਹੇ ਨੇ ਔਰ ਮੈਂ ਵੀ ਇਸ ਟਾਈਮ ਅਗਰ ਇੱਥੇ ਖੜਾ ਵਾਂ ਤੇ ਮੈਨੂੰ ਮੈਂ ਰਿਸਕ ਤੇ ਹੀ ਖੜਾ ਵਾਂ ਕਿ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਗੁੰਡਾਗਰਦੀ ਕਰਨ ਤੇ ਫਿਰ ਆਉਣ। ਔਰ ਮੈਂ ਉੱਪਰੋਂ ਇੱਕ ਜ਼ਰੂਰ ਰਿਵਿਊ ਪਹਿਲਾਂ ਕਰਾਂਗਾ 2 ਮਿੰਟ आ गया ਇਹ ਬੱਚਾ ਮਾਸੂਮ ਵੀਡੀਓ ਸਾਡੇ ਕੋਲ ਆਇਆ ਹੈ ਔਰ ਹਾਂਜੀ ਬਾਹਰਲੇ ਹਸਪੀਟਲਾਂ ਦੇ ਵਿੱਚ ਕਿੰਨਾ ਪੈਸਾ ਮੰਗਦੇ ਤੁਹਾਡੇ ਕੋਲ ਹੈ? ਕੋਈ ਗੱਲ ਨਹੀਂ। ਹਾਂ ਬੇਟਾ ਕੀ ਨਾਮ ਤੁਹਾਡਾ? ਔਰ
ਤੁਸੀਂ ਇਹ ਵੀਡੀਓ ਵੇਖ ਸਕਦੇ ਹੋ ਕਿ ਥੋੜਾ ਜਿਹਾ ਮੈਂ ਇੱਕ ਬੱਚਾ ਨਹੀਂ, ਤੁਹਾਨੂੰ ਇੱਥੇ ਹਜ਼ਾਰਾਂ ਲੋਕ ਆ ਰਹੇ ਨੇ, ਪਰ ਇੱਕ ਤਾਂ ਮੈਂ ਦੱਸਣ ਲੱਗਾ ਫਿਰ ਬੋਲਾਂਗਾ ਕਿ ਅੱਜ ਮੇਰੇ ਤੇ 17 ਬੰਦਿਆਂ ਤੇ ਹਸਪਤਾਲ ਦੇ ਸਟਾਫ ਤੇ 17 ਜਾਣੇ ਦੇ ਪਰਚਾ ਆ। ਸਾਰਾ ਸਟਾਫ ਸਹਿਮ ਗਿਆ, ਕੋਈ ਨਹੀਂ ਆਇਆ, ਔਰ ਅੱਜ ਮੈਂ ਪਰਚਾ ਹੋਣ ਦੇ ਬਾਵਜੂਦ ਵੀ ਇੱਥੇ ਖੜਾ ਵਾਂ, ਫਿਰ ਖੜਾ ਵਾਂ ਇੱਥੇ ਕਿ ਇਹਨਾਂ ਬੱਚਿਆਂ ਵਾਸਤੇ ਮੈਂ ਜੇਲ੍ਹ 'ਚ ਜਾਣ ਲਈ ਵੀ ਤਿਆਰ ਹਾਂ ਕਿ ਮੈਂ ਇਸ ਬੱਚੇ ਨੂੰ ਮਿਲਣਾ, ਭਾਵੇਂ ਮੈਨੂੰ ਇੱਥੋਂ ਪੁਲਿਸ ਫੜ ਕੇ ਲੈ ਜਾਏ, ਪਰ ਇਸ ਬੱਚੇ ਨੂੰ ਕਿ ਮੈਂ ਇਹਨਾਂ ਮਰੀਜ਼ਾਂ ਨੂੰ ਆ ਦੇਖੋ ਮੇਰੇ ਤੇ ਹੁਣ ਪਰਚਾ ਕਰ ਦਿੱਤਾ। ਕਿੰਨੇ ਲੋਕਾਂ ਦੀ ਸੇਵਾ ਕਰਦੇ ਆ ਗਰੀਬਾਂ ਦੀ। 17 ਬੰਦਿਆਂ ਤੇ ਬੜੇ ਲੰਗੜੇ ਉਹਨਾਂ ਨੂੰ ਚਲਾਉਣ ਵਾਸਤੇ ਬੈਠੇ ਨੇ, ਸੇਵਾ ਕਰਦੇ ਆ ਤੇ ਫਿਰ ਵੀ ਸਰਕਾਰ ਪਰਚਾ ਕਰੇ ਤਾਂ ਸਰਕਾਰ ਕਿੰਨੀ ਪੱਧਰੀ ਆ। ਰੋਕ ਕਿਤੋਂ ਸਰਕਾਰ ਕਰੇ ਸਾਰੇ ਆਹ ਕੰਮ ਨੂੰ ਸਰਕਾਰ ਦਾ ਇੰਨੀ ਦੁਨੀਆ ਨੂੰ ਇਹ ਵੀਡੀਓ ਆਵਾਮ ਬਚਾਉਂਦੇ ਨੇ ਤੇ ਉਹਨਾਂ ਨੂੰ ਪਰਚਾ ਕਰਨ ਦੀ ਸਰਕਾਰ ਆਵਾਮ ਦਾ ਸਵਾਲ। ਸਰਕਾਰ ਨੂੰ ਸੇਵਾ ਕਰਨ ਦੇ ਦੁਨੀਆ ਦੀ ਦੇਖੋ ਮਾੜਾ ਮੈਂ- ਕਰਦੇ ਨੇ ਕੋਈ ਇਹ ਭੈਣ ਹਾਂ ਥੋੜੀ ਆ ਵਿਚਾਰੀ ਤੇ ਸੇਵਾ ਕਰਨ ਵਾਲੇ ਡਾਕਟਰ ਘੇਰਿਆ ਭੈਣ ਜੀ ਤੁਸੀਂ ਤਾਂ ਮੇਰੇ ਕੋਲ ਆਏ, ਪਰ ਤੁਹਾਨੂੰ ਪਤਾ ਮੇਰੇ ਤੇ ਪੁਲਿਸ ਨੇ ਪਰਚਾ ਕਰ ਦਿੱਤਾ, ਤੁਸੀਂ ਕੀ ਕਹਿਣਾ ਚਾਹੋਗੇ? ਦੱਸੋ ਲੱਗੇ ਦੱਸ ਕੇ ਨਹੀਂ ਚਾਹੀਦਾ ਕੋਈ ਆਸਰਾ ਨਹੀਂ ਜਿੱਦਾਂ ਉਹਨਾਂ ਦਾ ਭਲਾ ਕਰਨ ਦੇ ਤੁਸੀਂ ਕੋਈ ਜਿਸ ਦਾ ਹਾਂ ਬੜਾ ਨਾ ਕੋ ਸੋਚੋ ਇਹਨਾਂ ਬਾਰੇ ਬੜਾ ਭਲਾ ਕਰਨ ਦੇ ਵੀਡੀਓ ਅਸੀਂ ਚਲੋ ਸਾਰੇ ਜਾਂਦੇ ਆ ਸਾਰੇ ਜਾਂਦੇ ਆ ਕਰਿਓ ਫਿਰ। ਚਲੋ ਅਸੀਂ ਸਾਰੇ ਜਾਂਦੇ ਆ ਸਾਰੇ ਸਾਨੂੰ ਅੰਦਰ ਕਰਨ ਜਿੰਨਾ ਦੁਨੀਆ ਆਈ ਆ ਸਾਰਿਆਂ ਨੂੰ ਅੰਦਰ ਸਰਕਾਰ ਕਰ ਦੇ ਸਾਰਿਆਂ ਨੂੰ ਸਾਰੇ ਅੰਦਰ ਹੋਣ ਨੂੰ ਤਿਆਰ ਆ ਇਹਨਾਂ ਖਾਤਰ ਜਿਹੜੇ ਇੰਨੀ ਸੇਵਾ ਕਰਨ ਦੇ ਆ ਜਿਹੜਾ ਨੱਕ ਵਾ ਨਾ ਆਪਣਾ ਨੱਕ, ਸਾਰੇ ਮੈਂ ਪੁਲਿਸ ਦੇ ਕੁਝ ਅਧਿਕਾਰੀਆਂ ਨੂੰ ਕਹੂੰਗਾ ਨੱਕ ਡੋਬ ਕੇ ਇਹਨਾਂ ਨੂੰ ਮਰ ਜਾਓ, ਨੱਕ ਡੋਬ ਕੇ ਇਹਨਾਂ ਨੂੰ ਕੱਲਿਆਂ ਨੂੰ ਅੰਦਰ ਨਾ ਕਰੋ ਸਾਰਿਆਂ ਨੂੰ ਕਰੋ ਮਰ ਜਾਓ, ਨੱਕ ਡੋਬ ਕੇ ਥੋੜਾ ਜਿਹਾ। 17 ਬੰਦਿਆਂ ਦੇ ਪਰਚਾ ਕੀਤਾ, ਤੁਸੀਂ 17 ਜਾਣੇ ਲਾਂਤ ਇਹੋ ਜਿਹੀ ਸਰਕਾਰ ਲਾਂਤ ਇਹੋ ਜਿਹੀ ਸਰਕਾਰ ਆ ਕੰਮ ਕੋਈ ਵੀ ਕੱਪੀ ਵਾਲੇ ਕੋਈ ਵੇਚ ਸਕਦਾ ਤਾਂ ਕਰੋ ਕਰਦੀ ਸਰਕਾਰ ਦੇ ਸਰਕਾਰ ਦੇ ਰਾਸ਼ਨ ਦਿੰਦੇ ਹੋ ਰਾਸ਼ਨ ਦਿੰਦਾ 7-7000 ਰੁਪਇਆ ਤਨਖਾਹ ਦਿੰਦਾ ਕਾਮਿਆਂ ਨੂੰ ਸਫਾਈ ਵਾਲਿਆਂ ਨੂੰ ਹੋਰ ਕੀ ਚਾਹੀਦਾ ਜੇ ਸਰਪੰਚ ਮੁੱਕ ਗਏ ਸਾਰੇ ਮਾਪੇ ਸਭ ਕੱਪ ਗਏ ਬਾਕੀ ਸਾਰੇ ਵੀ ਸਾਥਾ ਕਰਦੇ ਆ ਕਿਉਂ ਨਹੀਂ ਸੁਣਦੇ ਸਾਰੇ ਜਾਵਾਂਗੇ ਜੰਨੇ ਕਿੰਨੇ ਪੀਪੇ ਆਪ ਸੇਵਾ ਕਰਨੀ ਛੱਡੀ ਉਹਨਾਂ ਨੂੰ ਕਰਨ ਦੋ ਮੈਂ ਵੀਰੇ ਇੱਕ ਗੱਲ ਇੱਥੇ ਜ਼ਰੂਰ ਕਹਾਂਗਾ ਕਿ ਇਹ ਸਾਡੇ ਦੇਸ਼ ਦਾ ਜਿਹੜਾ ਸਿਸਟਮ ਆ, ਤੁਸੀਂ ਜੇ ਦੇਖੋ ਹਾਂਜੀ ਹਾਂਜੀ ਇਹ ਹਾਲਾਤ ਨੇ, ਤੁਸੀਂ ਦੇਖ ਸਕਦੇ ਹੋ ਕਿ ਮੈਂ ਫਿਰ ਕਹਾਂਗਾ ਕਿ ਮੇਰੇ ਤੇ ਵੀ ਤੇ ਨਾਲ 17 ਬੰਦਿਆਂ ਦੇ ਪਰਚਾ, ਔਰ ਸਾਰੇ ਨਹੀਂ ਆਏ ਅੱਜ, ਪਰ ਮੈਂ ਫਿਰ ਖੜਾ ਵਾਂ ਕਿ ਮੈਂ ਇਹਨਾਂ ਲੋਕਾਂ ਵਿਚਾਰਿਆਂ ਨੂੰ ਕਿੰਨੇ ਵੇਖਣਾ। ਜੇ ਮੈਂ ਹੀ ਇੱਥੋਂ ਚਲਾ ਗਿਆ ਤੇ ਇਹਨਾਂ ਵਿਚਾਰਿਆਂ ਨੂੰ ਮੈਂ ਫਿਰ ਵੀ ਇਸ ਟਾਈਮ ਰਿਸਕ ਤੇ ਖੜਾ। ਇਸ ਟਾਈਮ ਇਹ ਗੁੰਡੇ ਆ ਸਕਦੇ ਨੇ, ਇਹ ਗੁੰਡੇ ਵਰਦੀ ਧਾਰੀ ਗੁੰਡੇ ਆਉਣਗੇ, ਆ ਕੇ ਇਹਨਾਂ ਨੇ ਮੈਨੂੰ ਇੱਥੋਂ ਕਿਸੇ ਟਾਈਮ ਵੀ ਖੜ ਸਕਦੇ ਨੇ। ਮੇਰੇ ਤੇ FIR ਹੋ ਚੁੱਕੀ ਆ, ਪਰ ਮੈਂ ਪੰਜਾਬ ਦੇ ਲੋਕਾਂ ਕੋਲ ਇੱਕ ਸਵਾਲ ਆ ਮੇਰਾ ਕਿ ਯਾਰ ਮੇਰਾ ਕੀ ਕਸੂਰ ਆ? ਮੈਨੂੰ ਹਸਪੀਟਲ ਦੇ ਵਿੱਚ ਵੀ ਸੇਵਾ ਨਹੀਂ, ਮੈਂ 6-7 ਮਹੀਨੇ ਹੋ ਗਏ ਨੇ ਮੈਂ ਹਸਪੀਟਲ ਚੋਂ ਬਾਹਰ ਹੀ ਨਹੀਂ ਨਿਕਲਿਆ। 6-7 ਮਹੀਨੇ ਹੋ ਗਏ ਨੇ ਮੈਂ ਅਜੇ ਤੱਕ TV ਨਹੀਂ ਵੇਖਿਆ, ਸਾਰਾ ਦਿਨ ਮਰੀਜ਼ਾਂ 'ਚ। ਪਰ ਮੇਰਾ ਕੀ ਕਸੂਰ ਆ ਵੀ ਮੈਨੂੰ ਅੰਦਰ ਬੈਠੇ ਤੇ ਆ ਕੇ ਦਗੜ ਗੁੰਡਾਗਰਦੀ, ਜੇ ਇੱਥੇ ਤੁਸੀਂ ਸਟਾਫ ਨਾਲ ਬਦਤਮੀਜ਼ੀ ਕੀਤੀ ਆ, ਧੱਕੇ ਮਾਰੇ ਆ, ਡਾਕਟਰਾਂ ਦੇ ਸੱਟਾਂ ਲੱਗੀਆਂ ਨੇ, ਤੇ ਜੇ ਉਸ ਤੋਂ ਬਾਅਦ ਮਰੀਜ਼ਾਂ ਨੇ ਵਿਰੋਧ ਵਿੱਚ ਕੁਝ ਥੋੜਾ ਬਹੁਤ ਆਪਣਾ ਰੋਸ ਕੀਤਾ ਵਾ, ਉਹਦੇ ਬਦਲੇ 17 ਜਾਣੇ ਦੇ ਪਰਚਾ, ਤੁਸੀਂ ਉਸ SHO ਤੇ ਵੀ ਪਰਚਾ ਕਰੋ ਜਿਹਨੇ ਇੱਥੇ ਗੁੰਡਾਗਰਦੀ ਕੀਤੀ, ਜਿਹੜਾ 40-50 ਬੰਦੇ ਲੈ ਕੇ ਆਇਆ। ਮੈਂ ਇੱਕ ਗੱਲ ਦੇਖੋ, ਇੱਕ ਸਿੰਪਲ ਜੀ ਗੱਲ ਆ ਕਿ ਹਸਪੀਟਲ ਦੇ ਵਿੱਚ 40-50 ਬੰਦੇ ਵਰਦੀ ਧਾਰੀ ਦਗੜ ਕਰਦੇ ਅੰਦਰ ਆਉਣ, ਤੇ ਇਦਾਂ ਦੇ ਮਰੀਜ਼ ਵਿਚਾਰੇ ਦੇ ਵੈਸੇ ਹੀ ਚੱਕਰ ਖਾ ਕੇ ਡਿੱਗ ਸਕਦਾ। ਤੇ ਕਿਉਂ ਆਏ 40-50 ਜਾਣੇ ਇੱਥੇ ਕਿਉਂ ਆਏ? ਜਦੋਂ ਵੀ ਮਰੀਜ਼ ਨੂੰ ਆਪਾਂ ਪਹਿਲਾਂ, ਜਿਸ ਮਰੀਜ਼ ਦੀ ਤਲਾਸ਼ ਚਾਹੀ ਤਾਂ ਪਹਿਲਾਂ ਹੀ ਰੈਫਰ ਹੋ ਚੁੱਕਾ ਸੀ, ਔਰ ਇਹਨਾਂ ਨੂੰ ਪਤਾ ਸੀ ਕਿ ਮਰੀਜ਼ ਰੈਫਰ ਹੋ ਚੁੱਕਾ। ਭਾਜੀ 3 ਘੰਟੇ ਪਹਿਲਾਂ ਹੀ ਮਰੀਜ਼ ਰੈਫਰ ਹੋ ਚੁੱਕਾ ਵਾ, ਤੇ ਮਗਰੋਂ ਮੇਰੇ ਨਾਲ ਆ ਕੇ ਗੁੰਡਾਗਰਦੀ ਕਰ ਰਹੇ ਨੇ। ਸਾਡਾ ਕੰਮ ਆ, ਸਾਡੇ ਕੋਲ ਕੋਈ ਮਰੀਜ਼ ਆਏਗਾ ਅਸੀਂ ਟੀਕਾ ਵੀ ਲਾਉਣਾ, ਉਹਦਾ ਬੁਖਾਰ ਚੈੱਕ ਕਰਨਾ, ਅਸੀਂ ਉਹਦੀ ਲੁੱਕ ਆਫਟਰ ਕਰਨੀ ਆ। ਤੁਸੀਂ ਦੱਸਿਆ ਵੀ ਉਹ ਕਿਹੜੀ ਐਂਬੂਲੈਂਸ ਗਿਆ, ਕਿਹੜੇ ਹਸਪੀਟਲ? ਸਾਰਾ ਦੱਸਿਆ ਕਿ ਆਹ ਐਂਬੂਲੈਂਸ ਨੰਬਰ ਆ। ਹਸਪੀਟਲ ਤੋਂ ਮਰੀਜ਼ ਆਪਣੀ ਮਰਜ਼ੀ ਨਾਲ ਜਾ ਸਕਦਾ, ਕਿਉਂਕਿ ਅਸੀਂ ਸਿੱਧਾ ਉਹਨੂੰ ਕਿਸੇ ਵੀ ਨਿੱਜੀ ਹਸਪੀਟਲ ਨਹੀਂ ਭੇਜ ਸਕਦੇ। ਮਰੀਜ਼ ਨੂੰ ਇਹ ਕਿਹਾ ਕਿ ਤੁਸੀਂ ਮਰੀਜ਼ ਜਾਂਦਾ ਮੈਂ ਇੱਥੋਂ ਚਲੇ ਜਾਣਾ ਵਾ, ਮੈਂ ਆਪਣਾ ਫੌਜੀ ਆ, ਮੈਂ ਆਪਣਾ ਭਾਜੀ ਫੌਜ ਦੇ ਕਿਸੇ ਹਸਪੀਟਲ ਤੋਂ ਇਲਾਜ ਕਰਾਉਣਾ। ਮਰੀਜ਼ ਜਦੋਂ ਗਿਆ, ਮਰੀਜ਼ ਦੱਸਿਆ ਕਿ ਇਸ ਐਂਬੂਲੈਂਸ ਗਿਆ, ਇਹ ਐਂਬੂਲੈਂਸ ਦਾ ਨੰਬਰ ਆ, ਆਹ ਪ੍ਰੋਪਰ ਡਿਟੇਲ ਆ, ਹਾਂ ਐਂਬੂਲੈਂਸ ਵਾਲੇ ਬੰਦੇ ਦਾ ਨੰਬਰ ਆ, ਫਿਰ ਵੀ ਇੱਥੇ ਆ ਕੇ ਗੁੰਡਾਗਰਦੀ। ਹੁਣ 17 ਬੰਦਿਆਂ ਦੇ ਪਰਚਾ ਇਹਨਾਂ ਕੀਤਾ, ਮਰੀਜ਼ ਵਿਚਾਰੇ ਕਿੱਥੇ ਜਾਣ? ਮੈਂ ਤੇ ਇਹਨਾਂ ਨੂੰ ਕਹਾਂਗਾ ਕਿ SSP ਸਾਹਿਬ, ਮੈਂ ਤੁਹਾਡੇ ਹੁਣ ਦਫ਼ਤਰ ਲੱਗਾ ਜੇ ਘੱਲਣ,
ਗੱਡੀ ਭਰ ਕੇ ਆਪੇ ਤੁਸੀਂ ਸਾਂਭੋ ਇਹਨਾਂ ਨੂੰ ਉੱਤੇ, ਪਰ ਮਰੀਜ਼ ਜਿਹੜੇ ਨੇ ਉਹਨਾਂ ਨੂੰ ਮੈਂ ਕਿੱਥੇ ਖੜਾ? ਮੇਰੇ ਵਾਸਤੇ ਕਿਹੜੀ ਪ੍ਰੋਬਲਮ ਆ? ਮੈਂ ਉਹਦਾ ਉੱਪਰੋਂ ਪੈਸੇ ਮੈਂ ਆ ਗਿਆ ਜਦ ਕੋਈ ਗੱਲ ਨਹੀਂ, ਮੈਂ ਤੁਹਾਡੇ ਲਈ ਜੇਲ੍ਹ ਵੀ ਜਾਣ ਲਈ ਤਿਆਰ ਹਾਂ, ਕੋਈ ਟੈਨਸ਼ਨ ਜਿਹੜਾ ਵਧੀਆ ਮੈਂ ਇੱਥੇ ਹੀ ਹਾਂ। ਔਰ ਮੇਰੀ ਭਾਈ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਮੇਰੇ ਕੱਲੇ ਤੇ ਕਾਰਵਾਈ ਕਰ ਦਿੰਦੇ ਚਲੋ ਸ਼ਾਇਦ ਮੈਨੂੰ ਨਾ ਜ਼ਿਆਦਾ ਪ੍ਰੋਬਲਮ, ਪਰ ਮੇਰੇ ਸਟਾਫ ਤੇ ਪਰਚਾ ਕਰਨ ਦਾ ਮਤਲਬ ਪਤਾ ਕੀ ਆ? ਕਿ ਤੁਹਾਡੀ ਨੀਅਤ ਗੰਦੀ ਆ, ਤੁਹਾਡੀ ਆਤਮਾ 'ਚ ਕੋੜ ਆ, ਤੁਸੀਂ ਗਰੀਬਾਂ ਦਾ ਭਲਾ ਵੇਖਣਾ ਨਹੀਂ ਚਾਹੁੰਦੇ। ਔਰ ਇਹ ਸਾਰਾ ਸਿਸਟਮ ਹੀ ਸਾਡੇ ਤੋਂ ਦੁਖੀ ਆ। ਜਿੱਦਾਂ ਲੁਧਿਆਣੇ ਵਿਖੇ ਇੱਕ ਮੈਡੀਕਲ ਸਟੋਰ ਨੂੰ ਤੁਸੀਂ ਦਬਾ ਰਹੇ ਹੋ, ਪਰ ਉਹ ਤੇ ਇੱਕ ਛੋਟਾ ਜਿਹਾ ਮੈਡੀਕਲ ਸਟੋਰ ਆ। ਇਹ ਤੇ ਪੰਜਾਬ ਦਾ ਸਭ ਤੋਂ ਟੌਪ ਦਾ ਹਸਪੀਟਲ ਆ, ਔਰ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਤੋਂ ਮਰੀਜ਼ ਆ ਰਹੇ ਨੇ ਇੱਥੇ। ਔਰ ਬਟਾਲੇ ਦਾ ਨਾਂ ਰੋਸ਼ਨ ਹੋ ਰਿਹਾ, ਔਰ ਇਹ ਬਟਾਲੇ ਦੀ ਪੁਲਿਸ ਨੂੰ ਵੇਖੋ ਕਿੰਨੀ ਪ੍ਰੋਬਲਮ। ਔਰ ਇਹ ਕੱਲੇ ਬਟਾਲੇ ਦੀ ਪੁਲਿਸ ਨੂੰ ਟੋਟਲੀ ਪੂਰਾ ਇਹ ਸਿਸਟਮ ਮੇਰੇ ਜਿਹੜਾ ਵਾ, ਪਰ ਮੈਂ ਉਦੋਂ ਆਓ ਪਹਿਲਾਂ ਮੈਂ ਤੁਹਾਨੂੰ ਭਾਜੀ ਇੱਕ ਵਾਰ ਤੁਹਾਡੀ ਆਤਮਾ ਕੰਬ ਜੇਗੀ, ਤੁਸੀਂ ਉੱਤੇ ਮਰੀਜ਼ਾਂ ਦਾ ਹਾਲ ਵੇਖੋਗੇ। ਸਾਰੇ ਜ਼ਿਲ੍ਹਿਆਂ ਦੇ ਹੁੰਦੇ ਆ ਇੱਥੇ, ਇੱਕ ਜ਼ਿਲ੍ਹੇ ਦਾ ਥੋੜਾ ਹੁੰਦਾ ਤੇ ਕਹਿੰਦੇ ਆ ਦੇਖਦਾ ਕਹਿੰਦੇ ਵੀ ਬੇਬੇ ਨੂੰ ਮੈਂ ਨਹੀਂ ਇਹਨੂੰ ਬਿਠਾਓ ਤੁਸੀਂ ਅੰਦਰ ਆ ਜਾਓ, ਕੋਈ ਗੱਲ ਨਹੀਂ, ਟੈਨਸ਼ਨ ਨਹੀਂ। ਇਹ ਮੇਰੇ ਦਫ਼ਤਰ ਬਿਠਾਓ। ਹਾਂ ਕੀ ਕਿੰਨੀ ਦੇਰ ਤੋਂ ਬਿਮਾਰ ਇਹ ਫਾਂਸੀ ਜਿਹੜੀ ਹੋਈ ਆ ਜ਼ਿਆਦਾ ਹੋਇਆ। ਅੱਛਾ ਅੱਛਾ, ਹਾਂ ਪਹਿਲਾਂ ਅੰਦਰ ਬਿਠਾਓ ਮੇਰੇ। ਮੈਨੂੰ ਤਾਂ ਵੀਰੇ ਸ਼ਰਮ ਆਉਂਦੀ ਆ ਗੱਲ ਕਰਦੇ ਆ, ਸ਼ਰਮ ਨੂੰ ਮੁਸ਼ੀ ਆਉਂਦੀ ਆ ਕਿ ਐਂਬੂਲੈਂਸ ਵੀ ਠਾਣੇ, ਡਰਾਈਵਰ ਵੀ ਠਾਣੇ, ਅਜੇ ਤੱਕ ਐਂਬੂਲੈਂਸ ਦੇ ਡਰਾਈਵਰ ਠਾਣੇ ਆ। ਅਗਰ ਅਸੀਂ ਕਿਸੇ ਮਰੀਜ਼ ਨੂੰ ਰੱਖ ਲਿਆ ਇੱਕ ਦਿਨ, ਉਹਦਾ ਇਲਾਜ ਕਰਕੇ ਉਹਨੂੰ ਰੈਫਰ ਕਰ ਦਿੰਦਾ ਤੇ ਸਾਡਾ ਕੀ ਕਸੂਰ ਆ? ਅਸੀਂ ਮਰੀਜ਼ਾਂ ਦੀ ਮਦਦ ਵੀ ਕਰਦੇ ਆ, ਅਸੀਂ ਮਰੀਜ਼ਾਂ ਨੂੰ ਪੈਸੇ ਦੇ ਕੇ ਵੀ ਭੇਜਦੇ ਆ ਇੱਥੋਂ। ਸਾਡੇ ਵਾਸਤੇ ਕੋਈ ਵੀ ਮਰੀਜ਼ ਆਏਗਾ ਅਸੀਂ ਉਹਦੀ ਮਦਦ ਕਰਨੀ, ਪੈਸੇ ਦੇ ਕੇ ਅੱਗੇ ਭੇਜ ਦਿੱਤਾ। ਨਾ ਤਾਂ ਮੈਂ ਕੋਈ ਕ੍ਰਾਈਮ ਕੀਤਾ, ਮੈਂ ਕੋਈ ਚੋਰੀ ਕੀਤੀ, ਔਰ ਨਾ ਪਰ ਐਂਬੂਲੈਂਸ ਦਾ ਡਰਾਈਵਰ ਜਿਹੜਾ ਵਾ ਇਸ ਟਾਈਮ ਠਾਣੇ ਆ ਵਿਚਾਰਾ, ਉਹਦਾ ਕੋਈ ਨਹੀਂ ਹੈਗਾ ਡਰਾਈਵਰ ਦਾ, ਨਾ ਉਹਦਾ ਮਾਂ ਨਾ ਪਿਓ ਵਾ। ਉਸ ਵਿਚਾਰਾ ਬਿਮਾਰ ਬੰਦਾ ਸੀ, ਉਹਨੂੰ ਹੀ ਗਲੀ ਤੋਂ ਸੜਕ ਤੋਂ ਚੁੱਕ ਕੇ ਆਂਦਾ, ਉਹ ਇੱਥੇ ਫ੍ਰੀ ਸੇਵਾ ਕਰ ਰਿਹਾ। ਇਹ ਸਰ ਜੀ ਤੁਹਾਨੂੰ ਇਸ ਟਾਈਮ ਐਮਰਜੈਂਸੀ ਦੇ ਵਿੱਚ ਕਿਸੇ ਐਂਬੂਲੈਂਸ ਦੀ ਲੋੜ ਪੈਂਦੀ ਹੈ ਫਿਰ ਭਾਜੀ ਕੱਲ ਮਰੀਜ਼ ਮਰ ਚੱਲਿਆ ਸੀਗਾ, ਐਂਬੂਲੈਂਸ ਦੀ ਲੋੜ ਪਏਗੀ ਤੇ ਐਂਬੂਲੈਂਸ ਨੂੰ ਅੱਧਾ ਘੰਟਾ ਲੱਗੇਗਾ, ਔਰ ਸਾਡੀ ਐਂਬੂਲੈਂਸ ਠਾਣੇ ਆ। ਪਰ ਕੱਲ ਇੱਕ ਮਰੀਜ਼ ਮਰ ਹੀ ਚੱਲਿਆ ਸੀਗਾ, ਮੇਰੇ ਖਿਆਲ ਨਾਲ ਇਹ ਅੰਮ੍ਰਿਤਸਰ ਭੇਜ ਤੇ ਦਿੱਤਾ, ਅੱਧਾ ਘੰਟਾ ਲੇਟ ਹੋ ਗਏ, ਪਰ ਮੈਨੂੰ ਨਹੀਂ ਆਸ ਕੇ ਬੰਦਾ ਵਿਚਾਰਾ ਪਹੁੰਚਿਆ ਹੈਗਾ ਉੱਥੇ। ਜੇ ਕੋਈ ਮਰੀਜ਼ ਦੀ ਡੈਥ ਹੋ ਜਾਂਦੀ ਹੈ ਐਂਬੂਲੈਂਸ ਦੇ ਕਾਰਨ, ਹਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੈ? ਜ਼ਿੰਮੇਵਾਰੀ ਤੇ ਭਾਜੀ ਵੈਸੇ ਸਰਕਾਰ ਦੀ, ਪਰ ਇਹ ਡਾਇਲੌਗ ਜਿਹੜੇ ਨੇ ਬਹੁਤ ਪੁਰਾਣੇ ਹੋ ਚੁੱਕੇ ਨੇ। ਜੇ ਮੰਨ ਲਓ ਹੋ ਵੀ ਜਾਂਦੀ ਡੈਥ ਤੇ ਪਰਚਾ ਮੇਰੇ ਤੇ ਹੀ ਹੋਣਾ ਵਾ, ਇਸ ਤੇ ਨਹੀਂ ਹੋਣਾ, ਕਿਉਂਕਿ ਇਹ ਸਿਸਟਮ ਭ੍ਰਿਸ਼ਟ ਹੋ ਚੁੱਕਾ। ਇੱਥੇ ਕੋਈ ਬੰਦਾ ਹੁਣ ਕਿਸੇ ਦੀ ਡੈਥ ਹੁੰਦੀ ਨਾ, ਇਹਨਾਂ ਫਿਰ ਮੇਰੇ ਤੇ ਕਹਿੰਦਾ ਸਟਾਫ ਚਲਾ ਗਿਆ। ਮੁੱਕ ਦੀ ਗੱਲ ਇਹ ਭਾਜੀ ਮੈਂ ਤੁਹਾਨੂੰ ਦਿਖਾਤਾ ਕਿ ਕੋਈ ਸਟਾਫ ਨਹੀਂ ਅੱਜ ਆਇਆ, ਪਰ ਇੰਨੇ ਮਰੀਜ਼ਾਂ ਨੂੰ ਕੌਣ ਸਾਂਭੇਗਾ? ਕਿ ਸਵਾਲ ਹੈ ਇਹਨਾਂ ਕੋਲ। ਇੱਧਰ ਹੋਏ ਵਾਰਡ ਸਾਡਾ 200 ਮਰੀਜ਼ ਦਾਖਲ ਆ ਭਾਜੀ ਹਸਪੀਟਲ 'ਚ। ਆਹ ਦੇਖੋ ਇੱਧਰ, ਇਹ ਵੀ ਸਾਰੇ ਪੇਸ਼ੈਂਟ ਨੇ। ਆਓ ਮੈਂ ਤੁਹਾਨੂੰ ਦਿਖਾਉਂਦਾ। ਇਹ ਤੁਸੀਂ ਕਦੋਂ ਆਏ ਦੱਸੋ? ਹਾਂਜੀ ਆਓ ਪੱਖਾ 2 ਮਿੰਟ ਬੰਦ ਕਰ ਲਓ ਭਾਜੀ ਉਹ ਫੈਕਟਰ ਹੋਇਆ ਜੀ, ਐਡਮਿਟ ਕਰਾਇਆ। ਐਕਸੀਡੈਂਟ ਹੋਇਆ? ਹਾਂਜੀ ਹਾਂਜੀ ਹੁਣ ਇਹ ਐਕਸੀਡੈਂਟ ਹੋਇਆ, ਮਰੀਜ਼ ਸਾਡੇ ਕੋਲ ਆਇਆ ਹੈ। ਹਾਂਜੀ। ਔਰ ਕੀ ਤੁਹਾਨੂੰ ਇਸ ਟਾਈਮ ਕੀ ਤੰਗੀ ਆ ਰਹੀ ਸੀ? ਕੋਈ ਡਾਕਟਰ ਨਹੀਂ ਆ ਰਿਹਾ, ਸਟਾਫ ਨਹੀਂ ਆ ਰਿਹਾਗਾ। ਹਾਂਜੀ ਜੇ ਤੁਸੀਂ ਬਾਹਰ ਕਿਸੇ ਹਸਪੀਟਲ ਜਾਂਦੇ ਤੇ ਕਿੰਨੇ ਪੈਸੇ ਉੱਥੇ ਮੰਗਦੇ? ਤਾਂ ਬਹੁਤ ਪੈਰ ਲੱਖਾਂ ਬਣ ਤਾਂ ਇੱਥੇ ਆਏ ਆ, ਗਰੀਬ ਬੰਦੇ ਨੂੰ ਕਿੱਥੇ ਆਣਾ, ਇੱਥੇ ਸੇਵਾ ਹੀ ਆ, ਤਾਂ ਕਿੱਥੇ ਨਹੀਂ ਆਏ ਜੀ। ਹੁਣ ਕੀ ਤੰਗੀ ਆ ਰਹੀ ਵੀਰ ਜੀ ਦੱਸੋ? ਦਰਦ ਹੋ ਰਹੀ ਹੈ? ਦਰਦ ਇਹਨਾਂ ਨੂੰ ਹੋ ਰਹੀ ਹੈ। ਹਾਂਜੀ ਤਕਲੀਫ ਹੋ ਰਹੀ ਹੈ, ਮੋਢੇ ਦਾ ਫੈਕਟਰ ਹੋਇਆ ਜੀ ਸਾਰਾ ਦੇਖੋ। ਡਾਕਟਰ ਸਾਹਿਬ ਕੋਈ ਨਹੀਂ ਆ ਰਿਹਾ, ਨਾ ਕੋਈ ਸਟਾਫ ਆ ਰਿਹਾ। ਸਾਰਾ ਸਟਾਫ ਵੀਡੀਓ ਸਹਿਮ ਗਿਆ ਵਾ, ਸਾਰਾ ਸਟਾਫ ਛੁੱਟੀ ਕਰ ਗਿਆ ਅੱਜ। ਕਹਿੰਦੇ ਸਰ ਅਸੀਂ ਨਹੀਂ ਆਉਣਾ, ਜੇ ਤੁਹਾਡੇ ਦੇ ਪਰਚਾ ਹੋ ਗਿਆ ਵਾ ਤੇ ਫਿਰ ਮਤਲਬ ਜਦੋਂ ਉਹ ਆਂਦੇ ਤੁਹਾਡੇ ਤੇ, ਪਰ ਜਦੋਂ ਸਾਡੇ ਤੇ 17 ਬੰਦਿਆਂ ਦੇ ਪਰਚਾ ਕਰ ਦਿੱਤਾ ਹਸਪਤਾਲ ਦੇ ਸਟਾਫ ਦੇ, ਦੇਖੋ ਗੁੰਡਾਗਰਦੀ ਦਾ ਐਂਡ। ਜਿੱਦਾਂ ਲਾਕਡਾਊਨ 'ਚ ਕਰਦੇ ਸੀ, ਲੋਕਾਂ ਦੀਆਂ ਜੁੱਤੀਆਂ ਹਲਵਾ ਮੂੰਹ ਤੇ ਮਰਵਾਉਂਦੇ ਸੀ, ਤੇ ਮੈਂ ਉਦੋਂ ਹੈਰਾਨ ਸੀ ਕਿ ਇਹ ਪੁਲਿਸ ਨੂੰ ਹੋ ਕੀ ਗਿਆ। ਲੋਕ ਜੇਲ੍ਹ ਵਿਚਾਰਾ ਕੋਈ ਘਰੋਂ ਬਾਹਰ ਚਲਾ ਗਿਆ ਰਾਸ਼ਨ ਲੈਣ, ਉਹਦੀ ਘਰ ਦੀ ਦੇ ਸਾਹਮਣੇ ਕਿਸੇ ਦਾ ਮੂੰਹ ਤੋੜਦਾ, ਕਿਸੇ ਦਾ ਜਪਾੜਾ, ਕਿਸੇ ਨੂੰ ਮੁਰਗਾ ਬਣ। ਪਰ ਅੱਜ ਮੈਂ ਹੈਰਾਨ ਹੋ ਗਿਆ, ਪੁਲਿਸ ਦੀ ਨਲਾਇਕੀ, ਗੁੰਡਾਗਰਦੀ, ਧੱਕੇਸ਼ਾਹੀ ਔਰ ਗੁੰਡਾ ਰਾਜ ਕਿ ਹਸਪੀਟਲ ਦੇ ਸਟਾਫ ਤੇ 17 ਬੰਦਿਆਂ ਦੇ ਪਰਚਾ, ਸਟਾਫ ਨਹੀਂ ਆ ਰਿਹਾ, ਮਰੀਜ਼ ਰੋਣ ਡੇ ਨੇ, ਔਰ ਮੇਰੇ ਤੇ ਵੀ ਪਰਚਾ ਇਸ ਟਾਈਮ, ਔਰ ਮੈਂ ਇੱਥੇ ਖੜਾ ਵਾਂ। ਪਰ ਆਪਣੀ ਫਿਰ ਇਹਨਾਂ ਵਾਸਤੇ ਮੈਂ ਆ ਗਿਆ ਵੀ ਚਲੋ ਕੁਛ ਨਹੀਂ, ਜੇ ਲੈ ਜਾਣਗੇ ਤੇ ਜਿੰਨਾ ਚਿਰ ਮੈਂ ਹੈਗਾ ਉਹਨਾਂ ਚਿਰ। ਪਰ ਇਹ ਹੁਣ ਕੀ ਭਾਜੀ ਤੁਸੀਂ ਕੀ ਚਾਹੁੰਦੇ ਹੋ ਕਿ
ਨਹੀਂ ਅਸੀਂ ਤਾਂ ਚਾਹੁੰਦੇ ਪੁਲਿਸ ਜਿਹੜੀ ਕਰ ਰਹੀ ਹੈ ਗਲਤ ਕਰ ਰਹੀ ਹੈ ਕਿਉਂਕਿ ਤੁਸੀਂ ਸਾਡੇ ਗਰੀਬਾਂ ਵਾਸਤੇ ਬਹੁਤ ਮਦਦ ਕਰ ਰਹੇ ਹੋ ਤੁਸੀਂ ਸੇਵਾ ਹੀ ਇੱਕ ਤਰ੍ਹਾਂ ਆਓ ਮੈਂ ਅਗਲੇ ਮਰੀਜ਼ਾਂ ਨਾਲ ਵੀਰੇ ਤੁਹਾਨੂੰ ਬੁਲਾਉਣਾ ਮੈਂ ਤੇ ਅੱਜ ਹੈਰਾਨ ਆ ਵੀ ਇਹ ਗੱਲਾਂ ਕਰਨ ਲੱਗਾ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਦੱਸਾਂ ਕਿਦਾਂ ਇੰਨੀ ਗੁੰਡਾ ਕਰਦੀ ਧੱਕਾ ਇਹਦੇ ਨਾਲੋਂ ਤੇ ਮੈਂ ਤਾਂ ਅੰਗਰੇਜ਼ ਚੰਗੇ ਸੀ ਇਹਨਾਂ ਚੋਰਾਂ ਨਾਲੋਂ ਲਟੇਰਿਆਂ ਨਾਲੋਂ ਤੇ ਅੰਗਰੇਜ਼ ਕਈ ਗੁਣਾ ਚੰਗੇ ਸੀ ਅੰਗਰੇਜ਼ਾਂ ਦੇ ਵੀ ਰਾਜ ਇਦਾਂ ਨਹੀਂ ਹੁੰਦਾ ਹੋਏਗਾ ਮੇਰੀ ਸੋਚ ਮੁਤਾਬਕ ਅਜੇ ਤੱਕ ਉਹਨਾਂ ਨੇ ਕਦੀ ਮਾਨਵਤਾ ਇਨਸਾਨੀਅਤ ਦਾ ਘਾਣ ਨਹੀਂ ਕੀਤਾ ਹੋਏਗਾ ਪਰ ਇਹ ਹਾਲਾਤ ਨੇ ਮੈਂ ਹੁਣ ਇਹ ਸਵਾਲ ਕਰਦਾ ਕਿ ਮੈਂ ਕਰਾਂ ਕੀ ਮੈਂ ਕਿੱਧਰ ਨੂੰ ਜਾਵਾਂ ਮੈਂ ਮਰੀਜ਼ਾਂ ਵਿਚਾਰੇ ਨੂੰ ਕਿੱਥੇ ਖੜਾ ਹਾਂਜੀ ਆ ਸਕਦਾ ਮੈਂ ਤਾਂ ਤੁਹਾਡੇ ਕੋਲ ਹਾਂ ਮੈਂ ਮਰੀਜ਼ਾਂ ਨੂੰ ਵੀ ਪੁੱਛੀਦਾ ਕਿ ਜੋ ਕੈਮਰੇ ਅੱਗੇ ਕੋਈ ਆਉਣਾ ਚਾਹੁੰਦਾ ਕਿ ਨਹੀਂ ਮਰੀਜ਼ਾਂ ਦੀ ਚਲੋ ਇੱਕ ਪ੍ਰਾਇੋਰਟੀ ਹੁੰਦੀ ਆ ਇਹ ਭੈਣ ਆ ਹੁਣ ਇਹਦੀ ਭੈਣ ਜੀ ਕਿੰਨੇ ਦਿਨਾਂ ਤੋਂ ਆਏ ਤੁਸੀਂ ਇੱਥੇ ਲੱਤ ਟੁੱਟੀ ਹੈ ਨਾ ਲੱਤ ਟੁੱਟੀ ਆ 3 ਦਿਨਾਂ ਤੋਂ ਆਏ ਵਿਚਾਰੇ ਕੋਈ ਡਾਕਟਰ ਨਹੀਂ ਕੋਈ ਸਟਾਫ ਨਹੀਂ ਆ ਰਿਹਾ ਮੈਂ ਕੀ ਕਰਾਂ ਮੈਂ ਭੈਣ ਵਿਚਾਰੀ ਦੀ ਲੱਤ ਆਪ ਤੇ ਪ੍ਰਸ਼ਨ ਕਰ ਨਹੀਂ ਸਕਦਾ ਹੁਣ ਇਹ ਐਸਐਸਪੀ ਆਏ ਬਟਾਲੇ ਦਾ ਜਾਂ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਫਸਰ ਨੇ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੁਣ ਉਹਨਾਂ ਦੀ ਭੈਣ ਦਾ ਇਲਾਜ ਕਰਾਉਣ 1.5 ਲੱਖ ਰੁਪਏ ਆਪਣੇ ਪੱਲਿਓਂ ਪ੍ਰਾਈਵੇਟ ਹਸਪੀਟਲ ਬਾਹਰੋਂ ਕਿੰਨੇ ਮੰਗਦੇ ਪ੍ਰਾਈਵੇਟ ਹਸਪੀਟਲਾਂ ਵਾਲੇ ਪੈਸੇ ਤਾਂ ਹੈ 1 ਲੱਖ ਇੱਥੇ ਕਿੰਨਾ ਕਿਹਾ ਸੀ ਇੱਥੇ 1 ਲੱਖ ਰੁਪਇਆ ਮੰਗਦੇ ਸੀ ਤੇ 12000 ਮੰਗਿਆ ਉਹ ਵੀ ਇਹ ਕਿਹਾ ਸੀ ਵੀ ਜੇ ਤੁਸੀਂ ਦੇ ਸਕਦੇ ਹੋ ਉਹ ਵੀ ਵਿਲਿੰਗ ਪੇਸ਼ੈਂਟ ਦੇ ਨਾਲ ਕਿਉਂਕਿ ਚਲੋ ਮਰੀਜ਼ ਦੀ ਇੱਕ ਇੱਛਾ ਹੁੰਦੀ ਆ ਕਿ ਜੋ ਆਪਣੀ ਮਰਜ਼ੀ ਨਾਲ ਕੁਝ ਦੇ ਸਕਦਾ ਇੱਥੇ ਇਹ ਮਾਤਾ ਜੀ ਨੇ ਬਜ਼ੁਰਗ ਮੈਂ ਚਲੋ ਇਹ ਕੈਮਰੇ ਸਾਹਮਣੇ ਨਹੀਂ ਪਰ ਮੇਰੇ ਤੇ ਪਰਚਾ 17 ਬੰਦੇ ਦੇ ਪਰਚਾ ਔਰ ਮੈਂ ਇਹਨਾਂ ਦੀ ਕਰਤੂਤ ਦੱਸਾਂਗਾ ਵੀ ਆਹ ਕੰਮ ਐਸਐਸਪੀ ਸਾਹਿਬ ਆ ਕੇ ਕਰੋ ਜਰਾ ਆਓ ਜਰਾ ਕਦੀ ਜ਼ਿੰਦਗੀ 'ਚ ਮੈਂ ਆ ਕਰਿਓ ਮਾਤਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ 3 ਦਿਨ ਦਰਦ ਹੋ ਰਹੀ ਆ ਸਵੇਰ ਦਾ ਕੋਈ ਸਟਾਫ ਆਇਆ ਇੱਥੇ ਹੈ ਤਾਂ ਕੋਈ ਨਹੀਂ ਆ ਰਿਹਾ ਹੈ ਸਰਦਾਈ ਡਾਕਟਰ ਕੋਈ ਨਹੀਂ ਦੇਖੋ ਜੀ ਜੋ ਵੀ ਕਰਦੇ ਨੇ ਨਾ ਬਹੁਤ ਵਧੀਆ ਕੰਮ ਕਰ ਰਹੇ ਨੇ ਦੇਖੋ ਸਾਨੂੰ ਬਾਹਰ 1.5 ਲੱਖ ਰੁਪਏ ਮੰਗਿਆ ਹੈ ਸਾਡਾ ਪੇਸ਼ੈਂਟ ਤਾਂ ਠੀਕ ਹੈ ਪਰ ਜੇ ਕੋਈ ਆਏਗਾ ਹੀ ਨਹੀਂ ਜੇ ਕੋਈ ਅੱਛਾ ਕੰਮ ਕਰ ਰਿਹਾ ਤਾਂ ਅੱਛੇ ਕੰਮ ਵਾਲੇ ਨੂੰ ਵੀ ਤੁਸੀਂ ਇਗਨੋਰ ਕਰੀ ਜਾ ਰਹੇ ਤਾਂ ਫਿਰ ਅੱਗੇ ਵਧੀਆ ਕੰਮ ਕਰਨ ਵਾਸਤੇ ਕੌਣ ਆਏਗਾ ਪਰ ਇਹ ਤਾਂ ਚਾਹੁੰਦੇ ਨੇ ਭੈਣ ਜੀ ਇਹ ਤਾਂ ਚਾਹੁੰਦੇ ਨੇ ਕਿ ਇਹ ਨਵਤੇਜ ਸਿੰਘ ਗੁੱਗੂ ਕਿੱਥੋਂ ਨਿਕਲ ਆਇਆ ਬਾਹਰ ਅਸੀਂ ਤੇ ਸਾਰਾ ਭ੍ਰਿਸ਼ਟ ਲੁੱਟਣ ਦੇ ਹੀ ਦੁਨੀਆ ਨੂੰ ਲੁੱਟ ਕੇ ਖਾਣ ਦੇ ਹੀ ਔਰ ਇਹ ਬੰਦਾ ਇੱਥੇ ਆ ਕੇ ਅੱਜ ਕਿੱਥੋਂ ਆ ਗਿਆ ਮਤਲਬ ਹੈਂ? ਮਾਤਾ ਜੀ ਨਾ ਤਾਂ ਚੂਲਾ ਚ ਹੁਣ ਦੇਖੋ ਮੈਂ ਤੁਹਾਡਾ ਪ੍ਰਸ਼ਨ ਇੱਥੇ ਕਰਵਾਉਣਾ ਸੀ ਇਹ ਹਸਪਤਾਲ ਮੇਰੇ ਤੇ ਪੁਲਿਸ ਨੇ ਪਰਚਾ ਠੋਕ ਦਿੱਤਾ ਕੱਲ ਅੱਜ ਸਵੇਰੇ 17 ਬੰਦਿਆਂ ਦੇ ਪਰਚਾ ਕਰ ਦਿੱਤਾ ਹੁਣ ਅਸੀਂ ਕੀ ਕਰੀਏ ਭਾਜੀ ਦੱਸੋ ਸਾਡੇ ਵਾਸਤੇ ਬੜੀ ਵੱਡੀ ਸਾਨੂੰ ਵੀ ਜਵਾਬ ਦਿਓ ਨਾ ਕਿ ਅਸੀਂ ਮੈਂ ਹੁਣ ਦੇਖੋ ਭਾਜੀ ਮੈਨੂੰ ਸ਼ਾਮਾਂ ਤੱਕ ਵੇਖੋ ਮੇਰੀ ਭੈਣ ਜੀ ਮੇਰੀ ਵੀ ਗੱਲ ਸੁਣ ਲਓ ਮੈਨੂੰ ਸ਼ਾਮਾਂ ਤੱਕ ਹਸਪੀਟਲ ਬੰਦ ਕਰਨਾ ਪੈਣਾ ਤੁਸੀਂ ਆਪਣਾ ਰੀਜ਼ ਕਰ ਲਓ ਹੁਣ ਜਿੱਥੇ ਕਰਨਾ ਕਿ ਮੈਂ ਜਿੰਨਾ ਚਿਰ ਮੇਰੀ ਜ਼ਮਾਨਤ ਨਹੀਂ ਹੁੰਦੀ ਮੈਂ ਹੁਣ ਇੱਥੇ ਮੈਨੂੰ ਵੀ ਫੜ ਕੇ ਲੈ ਜਾਣਗੇ ਮੈਨੂੰ ਜੇਲ੍ਹ 'ਚ ਲੈ ਜਾਣਗੇ ਦੇਖੋ ਹਨਾ ਚਲੋ ਮੈਂ ਤੇ ਚਲਾ ਜਾਵਾਂਗਾ ਜੇਲ੍ਹ 'ਚ ਮੇਰੀ ਕੋਈ ਗੱਲ ਨਹੀਂ ਪਰ ਮੈਂ ਜਾਣ ਤੋਂ ਬਾਅਦ ਤੁਹਾਨੂੰ ਸਾਂਭੇਗਾ ਕੌਣ ਇੱਥੇ ਤੁਸੀਂ ਹੁਣ ਕਿਤੇ ਹੋਰ ਪ੍ਰਬੰਧ ਆਪਣਾ ਦੇਖੋ ਕਰੋ ਫਿਰ ਔਖੀ ਸਭ ਜਾਓ ਅਸੀਂ ਤੁਹਾਡੇ ਨਾਲ ਜਾਵਾਂਗੇ ਹੈ ਮੇਰੇ ਪੇਸ਼ੈਂਟ ਵੀ ਨਾਲ ਲੈ ਜਾਓ ਜਿਨ੍ਹਾਂ ਨੂੰ ਲੈ ਜਾਓ ਇਹ ਪੇਸ਼ੈਂਟ ਵੀ ਨਾਲ ਲੈ ਚਲੋ ਹੁਣ ਐਸਐਸਪੀ ਸਾਹਿਬ ਜਰਾ ਆ ਜਾਓ ਹੁਣ ਹਸਪੀਟਲ ਲੈ ਜਾਓ ਮਾਤਾ ਨੂੰ ਵੀ ਜੇ ਤੇ ਤੁਹਾਡੀ ਆਤਮਾ ਨੂੰ ਨਾ ਤੁਹਾਨੂੰ ਇਲਾਜ ਹੋ ਰਿਹਾ ਅਸੀਂ ਕਿੱਦਾਂ ਕਹੀਏ ਤੁਹਾਡੇ ਤੋਂ ਪਹਿਲਾਂ ਜੇਲ੍ਹ 'ਚ ਮੈਂ ਜਾਊਂਗਾ ਮੇਰੇ ਗੋਲੀ ਮਾਰੇ ਜੇਲ੍ਹ ਮਾਰਨੀ ਮੈਨੂੰ ਮੈਂ 29 ਤਰੀਕ ਦਾ ਮੇਰੇ ਪੈਰ ਦੀ ਹਾਲਤ ਦੇਖੋ ਮੇਰੇ ਪੈਰ ਦੀ ਹਾਲਤ ਦੇਖੋ ਮੇਰਾ ਇਹਨਾਂ ਇਲਾਜ ਸ਼ੁਰੂ ਕੀਤਾ ਉਹ ਵੀ ਫ੍ਰੀ ਮੇਰੇ ਮਗਰ ਕੋਈ ਨਹੀਂ ਆਇਆ ਇੱਥੇ ਦੇਖਭਾਲ ਮੇਰੀ ਪੂਰੀ ਹੋ ਰਹੀ ਆ ਸਾਡੇ ਭਾਦੇ ਇਹੋ ਰੱਬ ਵਾ ਆਵੇ ਭਲਾ ਕਿਹੜਾ ਹੁੰਦਾ ਲਿਜਾਣ ਵਾਸਤੇ ਇਹਨਾਂ ਤੋਂ ਪਹਿਲਾਂ ਮੈਂ ਹੀ ਜਾਊਂਗਾ ਜੇਲ੍ਹ 'ਚ ਜਿਹੜੇ ਗੋਲੀ ਮਾਰੇ ਜੇਲ੍ਹ ਮਾਰਨੀ ਕਾਂਗਰਸ ਸਰਕਾਰ ਮੁਰਦਾਬਾਦ ਕਾਂਗਰਸ ਸਰਕਾਰ ਮੁਰਦਾਬਾਦ ਪੁਲਿਸ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਕਾਂਗਰਸ ਸਰਕਾਰ ਮੁਰਦਾਬਾਦ ਭਾਜੀ ਦੱਸੋ ਮੁਰਦਾਬਾਦ ਚਲੋ ਹਸਪੀਟਲ ਨਹੀਂ ਹਸਪੀਟਲ ਦੇ ਵਿੱਚ ਨਾਰੇਬਾਜ਼ੀ ਚਲੋ ਨਾ ਕਰੋ ਨਹੀਂ ਮਹਾਰਾਜ ਅਸੀਂ ਤੁਹਾਡੇ ਨਾਲ ਆ ਸਭ ਤੋਂ ਪਹਿਲਾਂ ਅਸੀਂ ਫਿਰ ਜਾਵਾਂਗੇ ਵੀ ਚਲੋ ਮਰੀਜ਼ ਵਿਚਾਰੇ ਸੀਰੀਅਸ ਨੇ ਮਰੀਜ਼ ਸੀਰੀਅਸ ਨੇ ਨਾਰੇਬਾਜ਼ੀ ਤਾਂ ਨਹੀਂ ਆਪਾਂ ਦੇਖੋ ਮੈਂ ਵੀ ਅੱਜ ਪਹਿਲਾ ਦਿਨ ਜੋ ਹੌਲੀ ਬੋਲਣ ਡਿਆ ਥੋੜਾ ਜਿਹਾ ਕਿਉਂਕਿ ਮੈਂ ਪਹਿਲਾਂ ਚੀਕ ਕੇ ਉੱਚੀ ਬੋਲਦਾ ਸੀ ਪਰ ਮੈਨੂੰ ਪਤਾ ਲੱਗ ਗਿਆ ਕਿ ਇਹ ਭ੍ਰਿਸ਼ਟ ਨੇ ਚੋਰ ਨੇ ਲਟੇਰੇ ਨੇ ਇਹਨਾਂ ਨੂੰ ਸਾਡੀ ਆਵਾਜ਼ ਜਿੰਨਾ ਮਰਜ਼ੀ ਇਹੀ ਰੌਲਾ ਪਾ ਲਈਏ ਪਰ ਬਸ਼ਰਮ ਹੋ ਚੁੱਕੇ ਨੇ ਇਹਨਾਂ ਲੁੱਟਣਾ ਘਸੁੱਟਣਾ ਸਾਡੇ ਵਰਗਾ ਅਗਰ ਬੰਦਾ ਕੋਈ ਕਰ ਰਿਹਾ ਵਾ ਤਾਂ ਤੁਸੀਂ ਇੱਕ ਮੈਂ ਹੁਣ ਪੰਜਾਬ ਜਿਹੜੇ ਪੁਲਿਸ ਦੇ ਅਫਸਰ ਜਿਨ੍ਹਾਂ ਮੇਰੇ ਤੇ ਪਰਚਾ ਕੀਤਾ ਦੇਖੋ ਮੈਂ ਨਹੀਂ ਬੋਲ ਰਿਹਾ ਵੀਰ ਜੀ ਦੇਖੋ ਮੈਂ ਪੱਤਰਕਾਰ ਵੀਰ ਵੀ ਕੁਝ ਆਏ ਨੇ ਮੈਂ ਤੇ ਕਹਿੰਦਾ ਵੀ ਤੁਸੀਂ ਆਓ ਹੁਣ ਮੈਨੂੰ ਫੜ ਕੇ ਖੜੋ ਨਾਲੇ ਮਰੀਜ਼ ਵਿਚਾਰਿਆਂ ਨੂੰ ਨਾਲ ਖੜੋ ਨਾਲੇ ਮਰੀਜ਼ਾਂ ਨੂੰ ਸੰਭੋ ਮੇਰਾ ਮੈਂ ਤੇ ਕਹਿ ਰਿਹਾ ਕਿ ਜਦ ਤੁਸੀਂ ਆਓ ਸਗੋਂ ਮੈਂ ਮੇਰੀ ਜ਼ਿੰਮੇਵਾਰੀ ਸਗੋਂ ਚੁੱਕੋ 5-7 ਦਿਨ ਹੈਨਾ ਨਹੀਂ ਹੋ ਸਕਦਾ ਨਹੀਂ ਹੋਣਾ
ਦੇਖੋ ਵੀਰ ਆਇਆ ਸਾਡੇ ਕੋਲ ਕੋਈ ਮੇਰਾ ਨਹੀਂ ਹੈਗਾ ਪੈਰ ਇਹਦਾ ਦੇ ਹਾਲਾਤ ਇਹਨਾਂ ਨੇ ਠੀਕ ਕੀਤੇ ਕੋਈ ਨਹੀਂ ਆਇਆ ਮੇਰੇ ਫ੍ਰੀ ਕੋਲ ਕੋਈ ਨਹੀਂ ਆ। ਫ੍ਰੀ ਆਫ ਕਾਸਟ ਇਲਾਜ ਹੋਣ ਡਿਆ ਰੋਟੀ ਭਾਜੀ ਖਾਣਾ ਮਿਲ ਰਿਹਾ ਰੋਟੀ ਪਾਣੀ ਮੈਨੂੰ ਇੱਥੋਂ ਲੱਗ ਗਵਾਂਢੀ ਦੇ ਰਹੇ ਕੋਈ ਰੋਟੀ ਚਿੰਤਾ ਪਾਣੀ। ਦੀ ਕੋਈ ਟੈਨਸ਼ਨ ਨਹੀਂ ਮੈਨੂੰ ਦਵਾਈ ਟਾਈਮ ਨਾਲ ਮਿਲ ਰਹੀ ਆਹ ਮੈਂ ਅਗਲੇ ਮਰੀਜ਼ਾਂ ਨੂੰ ਟਾਈਮ ਵਿਖਾਉਣਾ ਨਾਲ ਹੋ ਰਹੀ ਸਭ ਕੁਝ 200 ਮਰੀਜ਼ ਦਾਖਲ ਆ ਸਾਮਾਂ ਪੈ ਜਾਣੀਆਂ ਅਗਰ ਮੈਂ ਇਕੱਲੇ ਮਰੀਜ਼ ਕੋਲ ਟਾਈਮ ਨਾਲ ਹੋ ਰਿਹਾ ਆ ਮਾਤਾ ਜੀ ਵਿਚਾਰੇ ਇੱਧਰ ਕਰਿਓ ਬਜ਼ੁਰਗ ਮਾਤਾ ਉਹ ਆ ਕਰਿਓ ਲੱਗੇ ਤਨੀ ਮਾਰਦੇ ਆਏ ਹਾਂ ਪਹਿਲਾਂ ਪੁੱਛਦੇ ਹੀ ਹੁਣ ਕੋਈ ਪੁੱਛਣ ਨਹੀਂ ਰਿਹਾ ਹੁਣ ਤਿੰਨਾਂ ਚਵਾਂ ਦਿਨਾਂ ਤੋਂ ਸਾਨੂੰ ਕੰਜਰਖਾਨੇ 'ਚ ਫਸਾਇਆ ਇਹਨਾਂ ਨੇ ਤਿੰਨ ਦਿਨ ਦਗੜ ਪੁਲਿਸ 50-60 ਮੁਲਾਜ਼ਮ ਵਰਦੀ ਧਾਰੇ ਹਸਪੀਟਲ 'ਚ ਆ ਕੇ ਔਰ ਇਹਨਾਂ ਗੁੰਡਾਗਰਦੀ ਕੀਤੀ ਆ ਕੀ ਕਰਦੇ ਆ ਜਦੋਂ ਇਹਨਾਂ ਨਰਸਾਂ ਨੂੰ ਸਟਾਫ ਨੂੰ ਧੱਕੇ ਮਾਰੇ ਡਾਕਟਰ ਦਾ ਹੱਥ ਤੋੜਿਆ ਵਾ ਸੱਟਾਂ ਲੱਗੀਆਂ ਨੇ ਉਸ ਤੋਂ ਬਾਅਦ ਲੋਕਾਂ ਵਿਰੋਧ ਕੀਤਾ ਤੇ 17 ਬੰਦਿਆਂ ਦੇ ਪਰਚਾ ਇਹਨਾਂ ਨੇ ਕੀਤਾ 17 ਬੰਦਿਆਂ ਤੇ ਉਹਨੇ ਬਜ਼ੁਰਗ ਨੂੰ ਕੌਣ ਟੀਕਾ ਲਾਏ ਕੌਣ ਸੰਭੇ ਮਾਤਾ ਜੀ ਸਵੇਰ ਦਾ ਪਿਆ ਕੋ ਨਾ ਜੀ ਕੋਈ ਕੌਣ ਸਭ ਦਰਦ ਕੀ ਮੈਂ ਤੇ ਸਵਾਲ ਕਰਨਾ ਵੀ ਲਿਆਓ ਯਾਰ ਤੁਸੀਂ ਆਪਣੇ ਡਾਕਟਰ ਭੇਜੋ ਇੱਥੇ ਨਰਸਾਂ ਭੇਜੋ ਉਹਨਾਂ ਚਿਰ ਜਿੰਨਾ ਚਿਰ ਸਾਡਾ ਸਟਾਫ ਨਹੀਂ ਭਾਜੀ ਆ ਰਿਹਾ ਭੇਜਣਾ ਚਾਹੀਦਾ ਇਹਨਾਂ ਨੂੰ ਕਿ ਨਹੀਂ ਅਸੀਂ ਕੀ ਕਰਾਂਗੇ ਹਾਂ ਹੁਣ ਵੇਖੋ ਪਰਚਾ ਹੁਣ ਭਾਜੀ ਮੈਂ ਤੁਹਾਨੂੰ ਕਿੱਥੇ ਭੇਜਾਂ ਦੱਸੋ ਮੈਂ ਸਟਾਫ ਨਹੀਂ ਆ ਰਿਹਾ ਮੇਰੀ ਤੇ ਪਰਚਾ ਮੈਂ ਤੇ ਤੁਸੀਂ ਫਿਰ ਅੱਗੇ ਕਿਸੇ ਹੋਰ ਪਾਓ ਤੇ ਜੇ ਇੱਥੇ ਹੁਣ ਆ ਗਏ ਗ੍ਰਿਫਤਾਰ ਕਰਨ ਤੇ ਮੈਂ ਕੀ ਕਰਾਂਗਾ ਫਿਰ ਮੈਂ ਦੱਸੋ ਹਾਂ ਕਿੱਥੇ ਆ ਮੈਂ ਇੱਕ ਆਓ ਜੀ ਭਾਜੀ ਉੜੀਸਾ ਤੋਂ ਮਰੀਜ਼ ਆਇਆ ਉੜੀਸਾ ਤੋਂ ਮਰੀਜ਼ ਆਇਆ ਵੇਖੋ ਕਿੱਡੀ ਦੂਰੋਂ ਕਿੱਥੇ ਮਰੀਜ਼ ਆ ਲੱਤ ਟੁੱਟੀ ਮਰੀਜ਼ ਦੀ ਉੜੀਸਾ ਤੋਂ ਕਿੱਥੋਂ ਆਏ ਭਾਜੀ ਉੜੀਸਾ ਤੋਂ ਸਪੈਸ਼ਲ ਸਾਡੇ ਹਸਪੀਟਲ ਦੇ ਵਿੱਚ ਉੜੀਸਾ ਤੋਂ ਮਰੀਜ਼ ਆਇਆ ਹੈ ਔਰ ਇਹਦਾ ਇਲਾਜ ਚਲੋ ਕੱਲ ਤੇ ਹੀ ਚਲੋ ਕੀਤਾ ਜੋ ਵੀ ਚਲੋ ਹੁਣ ਅੱਜ ਸਟਾਫ ਨਹੀਂ ਆਇਆ ਮੈਂ ਕੀ ਕਰਾਂ ਯਾਰ ਸ਼ਰਮ ਕਰ ਲੋ ਕੁਝ ਤੇ ਨੱਕ ਡੂਬ ਕੇ ਮਰ ਜਾਓ ਥੋੜਾ ਜਿਹਾ ਚਲ ਜੇ ਅੱਗ ਲੱਗੀ ਸੀ ਪਰਚਾ ਕਰਨ ਦੀ ਤੇ ਮੇਰੀ ਤੇ ਕਰ ਦਿੰਦੇ ਇਹ ਜਨਾਬ ਚੀਕਾਂ ਮਾਰਦਾ ਰਾਤ ਨੂੰ ਦੁਨੀਆ ਸਾਰੀ ਇਕੱਠੀ ਹੋ ਜਾਂਦੀ ਹਾਂ ਜੀ ਉਹ ਦੇਖੋ ਹੁਣ ਮੇਰੇ ਤੇ ਇਹਨਾਂ ਨੇ ਪਰਚਾ ਕਰ ਦਿੱਤਾ ਮੈਂ ਵੀ ਕੀ ਕਰਾਂ ਹੁਣ ਸਟਾਫ ਵੀ ਅਸੀਂ ਵੀ ਕੀ ਕਰੀਏ ਕਿ ਨਹੀਂ ਹੈਂ? ਕੀ ਹੋਣਾ ਚਾਹੀਦਾ ਫਿਰ ਹੁਣ ਦੇਖੋ ਮੈਂ ਤੁਸੀਂ ਫਿਰ ਹੋਰ ਕਿਤੇ ਸਾਨੂੰ ਲੈ ਚੱਲੋ ਉੱਥੇ ਹੈਂ? ਸਾਨੂੰ ਹੀ ਚੱਲਦੀ ਜੇ ਜਿੱਥੇ ਖੜਦੇ ਥਾਣੇ ਹੀ ਚੱਲਦੇ ਜਿੱਥੇ ਖੜਦੇ ਨੂੰ ਚੱਲਦੇ ਸਾਡੇ ਯਾਰ ਬੱਚੇ ਫਿਰ ਤੁਹਾਡੇ ਅੱਗੇ ਛੱਤਰ ਵੱਜਦੇ ਆ ਸਾਡੇ ਬੱਚੇ ਦਾ ਫਿਰ ਇਲਾਜ ਚੱਪਲਾਂ ਹੋਇਆ ਵੱਜਦੀਆਂ ਨੇ ਤੇ ਫਿਰ ਤੁਸੀਂ ਚੀਕਦੇ ਜੇ ਹੁਣ ਤੁਸੀਂ ਮਤਲਬ ਲੋਕਾਂ ਦੇ ਫਿਰ ਇੰਨਾ ਕਰਕੇ ਤੇ ਫਿਰ ਅਸੀਂ ਕੁਝ ਵੀ ਕਰ ਸਕਦੇ ਹਾਂ ਗਰੀਬਾਂ ਦੇ ਥਰੂ ਕਰਕੇ ਫਿਰ ਤੇ ਭਗਤ ਸਿੰਘ ਉਦਮ ਸਿੰਘ ਉਹਨਾਂ ਨੂੰ ਵੀ ਤੁਸੀਂ ਫਿਰ ਅੱਜ ਵੀ ਉਹਨਾਂ ਨੂੰ ਵੀ ਕਹਿੰਦੇ ਜੀ ਵੀ ਉਹ ਮਤਲਬ ਟੈਰੋਰਿਸਟ ਹੀਗੇ ਆਹ ਦੇਖੋ ਮਰੀਜ਼ ਨੂੰ ਕਿੰਨਾ ਚਿਰ ਹੋ ਗਿਆ ਭੈਣ ਜੀ ਹੈ 2 ਮਹੀਨੇ ਜੇਕਰ ਇਹ ਮਰੀਜ਼ ਕਿਸੇ ਪ੍ਰਾਈਵੇਟ ਹਸਪੀਟਲ ਚ ਹੁੰਦਾ ਇਹਦਾ 5 ਲੱਖ ਰੁਪਈਆ ਘਰ ਵਿਕ ਗਿਆ ਹੋਣਾ ਹੈਗਾ ਕਰਿਓ ਘਰ ਵਿਕ ਗਿਆ ਹੋਣਾ ਭਾਜੀ 5 ਮਹੀਨਿਆਂ ਚ ਏਸੀ ਲੱਗੇ ਨੇ ਵੀਆਈਪੀ ਫੈਸਿਲਿਟੀਆਂ ਔਰ ਸਟਾਫ ਔਰ ਖੂਣੇ ਵਿਚਾਰੇ ਨਹੀਂ ਕੋਈ ਆ ਰਿਹਾ ਸਟਾਫ ਤੇ ਮੈਂ ਕੀ ਕਰਾਂ ਮਤਲਬ ਮੇਰਾ ਇੱਕ ਸਵਾਲ ਆ ਫਿਰ ਕਰੋਨਾ ਦੇ ਵੀਰੇ ਕਰੋਨਾ ਦੇ ਮਰੀਜ਼ ਵੀ ਇੱਥੇ ਕਈ ਆਏ ਆਪਾਂ ਚਲੋ ਉਹਨਾਂ ਨੂੰ ਬੜੇ ਵਧੀਆ ਢੰਗ ਨਾਲ ਕੇ ਰੈਫਰ ਕੀਤਾ ਜਾਣਕਾਰੀ ਤੇ ਰੱਖੀ ਆ ਮੇਰਾ ਟੈਸਟ ਗਿਆ ਵਾ ਕਰੋਨਾ ਵਾਸਤੇ ਕਈ ਸਟਾਫ ਵਿਚਾਰਿਆਂ ਦੇ ਜਿੰਨਾ ਸਟਾਫ ਤੇ ਨਾ ਗੁਚੜਾਂ ਨੇ ਪਰਚਾ ਕੀਤਾ ਨਾ ਲਟੇਰਿਆਂ ਨੇ ਗੁੰਡਿਆਂ ਨੇ ਉਹ ਸਟਾਫ ਭਾਜੀ ਜਿਹੜੇ ਸਟਾਫ ਤੇ ਇਹਨਾਂ ਨੇ ਪਰਚਾ ਕੀਤਾ ਉਹ ਸਟਾਫ ਵਿਚਾਰੇ ਨੇ ਆਪਣੇ ਕਰੋਨਾ ਦੇ ਟੈਸਟ ਅੱਗੇ ਘੱਲੇ ਨੇ ਕੀ ਮਤਲਬ ਪਤਾ ਨਹੀਂ ਉਹਨਾਂ ਵਿਚਾਰਿਆਂ ਦੀ ਰਿਪੋਰਟ ਕਿਉਂ ਨਹੀਂ ਤੇ ਉਤੋਂ ਪਰਚੇ ਉਹ ਲੱਖ ਲੰਨ ਤੱਕ ਤੁਹਾਡੇ 76 ਨੇ ਤੁਹਾਡੇ ਚਿਹਰਿਆਂ ਤੇ ਮੈਂ ਕਹਿੰਦਾ ਆਓ ਜਰਾ ਦੋ ਆਓ ਤੇ ਸਹੀ ਜਰਾ ਇੱਥੇ ਗ੍ਰਿਫਤਾਰ ਕਰਨ ਆਓ ਤੁਹਾਨੂੰ ਲੋਕ ਸਬਕ ਸਿਖਾਣਗੇ ਹੈ ਦੱਸੋ ਭਾਈ ਗ੍ਰਿਫਤਾਰ ਕਰਨ ਆ ਗਏ ਤੇ ਕੀ ਇਹਨਾਂ ਦਾ ਚਾਹੀਦਾ ਬਹੁਤ ਬਹਾਲ ਕਰਾਂਗੇ ਹੈਂ? ਦੁਨੀਆ ਕੀ ਕਰੇਗੀ ਚਲੋ ਅਸੀਂ ਮੈਂ ਚਲੋ ਕਾਨੂੰਨ ਤਾਂ ਨਹੀਂ ਦੇਖੋ ਅਸੀਂ ਹੱਥ 'ਚ ਲੈ ਸਕਦੇ ਫਿਰ ਵੀ ਕਿਤੇ ਨਾ ਕਿਤੇ ਅਸੀਂ ਇੱਕ ਹਸਪੀਟਲ ਚਲਾ ਰਹੇ ਹਾਂ ਪਰ ਲੋਕਾਂ ਦੀਆਂ ਲਾਹਣਤਾਂ ਦਾ ਤੇ ਤੁਹਾਨੂੰ ਸਾਹਮਣਾ ਕਰਨਾ ਪਏਗਾ ਤੁਹਾਡੇ ਸਿਰ 'ਚ ਇੱਕ ਸਵਾਹ ਤੇ ਪਏਗੀ ਕਿਤੇ ਕਰਨ ਕੀ ਡਏ ਜੇ ਵੀ ਕਿਹਦੇ ਕਹਿੰਦੇ ਪਰਚਾ ਕੀਤਾ ਇਹ ਐਸਐਸਪੀ ਨੂੰ ਦੱਸਣਾ ਚਾਹੀਦਾ ਸਾਹਮਣੇ ਆਉਣਾ ਚਾਹੀਦਾ ਪੱਤਰਕਾਰਾਂ ਦੇ ਕਿ ਮੈਂ ਕਿਉਂ ਪਰਚਾ ਕੀਤਾ ਕਿਹਦੇ ਕਹਿੰਦੇ ਕੀਤਾ ਅਗਰ ਮੰਨ ਲਓ ਤੂੰ ਕਰਨਾ ਸੀਗਾ ਪਹਿਲੀ ਗੱਲ ਆ 50 ਜਾਣੇ ਪੁਲਿਸ ਦੇ ਅੰਦਰ ਕੀ ਕਰਨਾ ਇਹ ਹਸਪੀਟਲ 'ਚ ਜੇ ਉਹਨਾਂ ਆ ਕੇ ਗੁੰਡਾਗਰਦੀ ਕੀਤੀ ਤੇ ਲੋਕਾਂ ਰੋਸ ਕੀਤਾ ਤੇ ਤੁਸੀਂ ਜੇ ਪਰਚਾ ਕਰਨਾ ਮੇਰੇ ਤੇ ਕਰ ਦਿਓ ਜੇ ਮੇਰੇ ਸਟਾਫ ਤੇ ਮੇਰੀਆਂ ਨਰਸਾਂ ਤੇ ਮੇਰੇ ਡਾਕਟਰ ਤੇ ਪਰਚਾ ਕਰਨ ਦਾ ਮਤਲਬ ਇਹ ਆ ਕੀ ਮਤਲਬ ਤੁਹਾਡਾ ਕਿਉਂ ਕੀਤਾ ਕਿਹਦੇ ਕਹਿਣ ਤੇ ਕੀਤਾ ਸਾਡਾ ਸਵਾਲ ਆ ਪਰਚਾ ਕਿਹਦੇ ਕਹਿਣ ਤੇ ਕੀਤਾ ਇਹਨੇ
ਕਿਉਂ ਕੀਤਾ? ਕੌਣ ਆਕਾ ਮਗਰ ਆਕਾ ਕੌਣ ਹੈ ਇਹਨਾਂ ਦਾ? ਗਰੀਬ ਲੋਕਾਂ ਦੀ ਹਾਲਤ ਵੇਖੀ ਜਾਵੇ, ਸਾਰੀ ਪਬਲਿਕ ਰੋ ਰਹੀ ਆ ਜੀ। ਜੋ ਕੱਲ ਪੁਲਿਸ ਨੇ ਜੋ ਕਾਰਵਾਈ ਕੀਤੀ ਆ, ਲੋਕਾਂ ਦੇ ਹਫੜਾ ਦਫੜੀ ਮਚਾਈ ਆ ਹਸਪੀਟਲ ਕੱਲ ਸ਼ਾਮ ਦੀ, ਤੇ ਗਰੀਬ ਲੋਕ ਪਹਿਲੀ ਗੱਲ ਮੈਂ ਕੋਈ ਕ੍ਰਾਈਮ ਕੀਤਾ ਵਾ? ਤੁਸੀਂ ਇੱਥੇ 50 ਪੁਲਿਸ ਵਾਲੇ ਲੈਣ ਦੇ ਹਸਪੀਟਲ ਵਿੱਚ ਜਾਂ ਮੈਂ ਤੁਹਾਨੂੰ ਲੈਣ ਗਿਆ ਬੁਲਾਉਣ ਗਿਆ ਜਾਂ ਮੈਂ ਤੁਹਾਨੂੰ ਕੋਈ ਮੈਂ ਅਰਮਾਨ ਇੱਥੇ ਬਹਿ ਕੇ ਸੇਵਾ ਕਰਨਾ। ਪਹਿਲਾਂ ਤੁਸੀਂ ਆ ਕੇ ਬੰਦੇ ਨੂੰ ਡਿਸਟਰਬ ਕਰਦੇ ਜੇ, ਫਿਰ ਲੋਕਾਂ ਨਾਲ ਗੁੰਡਾਗਰਦੀ ਕਰਦੇ, ਫਿਰ ਅੱਗੇ ਜੇ ਵਿਰੋਧ ਕਰੀਦਾ ਤੇ ਪਰਚੇ ਠੋਕਦੇ ਜੇ। ਹੈਂ? ਅੱਛਾ ਕਿਉਂ ਕੀਤਾ ਗਿਆ? ਸਾਰੇ ਲੋਕ ਪਬਲਿਕ ਡਈ ਆ, ਗਰੀਬ ਲੋਕ ਨਹੀਂ 17 ਬੰਦਿਆਂ ਦੇ ਭਾਜੀ ਪਰਚਾ 17 ਬੰਦਿਆਂ ਨੇ ਕਿਹੜੀ ਗੱਲੋਂ ਪਰਚਾ ਕੀਤਾ? ਕਿਹੜੇ 17 ਬੰਦੇ ਇੱਥੇ ਡਕੈਤਰ ਨੇ? ਆ ਗਰੀਬ ਲੋਕ ਕਿਹੜੇ 17 ਲੋਕ ਇੱਥੇ ਮਤਲਬ ਗੁਨਾਹਗਾਰ ਨੇ? ਕਿਹੜੇ 17 ਲੋਕਾਂ ਨੇ ਜੀ ਕ੍ਰਾਈਮ ਕਰ ਦਿੱਤਾ ਇੱਥੇ? ਮੈਂ ਐਸਐਸਪੀ ਬਟਾਲਾ ਨੂੰ ਪੁੱਛਦਾ ਹੈ। ਆਓ ਯਾਰ ਬਾਕੀ ਮਰੀਜ਼ ਬਹੁਤ ਸੀਰੀਅਸ ਹੈ। ਉਹ ਨੀਡ ਆਫ ਦਾ ਆਵਰ ਇਹ ਹੈ ਕਿ ਸਾਨੂੰ ਰੋਟੀਆਂ ਦੇ ਲੰਗਰ ਲਗਾਉਣੇ ਬੰਦ ਕਰਨੇ ਚਾਹੀਦੇ ਨੇ। ਨਹੀਂ ਜਿਹੜਾ ਪਰਚਾ ਇਹਨਾਂ ਨੇ 17 ਬੰਦਿਆਂ ਤੇ ਮੈਡਮ ਪਰਚਾ ਕਰ ਦਿੱਤਾ ਕੱਲ ਦਾ, ਸਟਾਫ ਅੱਜ ਆਇਆ ਨਹੀਂਗਾ। ਹੁਣ ਅਸੀਂ ਕਿੱਦਾਂ ਕਰੀਏ ਮੈਡਮ? ਇੱਥੇ ਚਲੋ ਮੈਡੀਕਲ ਆਫੀਸਰ ਨੇ, ਚਲੋ ਇਹ ਵਿਚਾਰੇ ਤਰਲਾ ਮੈਂ ਤੇ ਕੱਢਿਆ ਇਹਨਾਂ ਦਾ, ਇਹ ਆ ਗਏ ਨੇ ਤੇ ਚਲੋ ਮੈਂ ਥੋੜਾ ਬੱਚੇ, ਪਰ ਇਹ ਮੈਡਮ ਕੱਲੀ 200 ਮਰੀਜ਼ ਨੂੰ ਕਿੱਦਾਂ ਸਾਂਭ ਲੇਗੀ? ਹੁਣ ਇਹ ਮੈਡਮ ਇਹ ਪੇਸ਼ੈਂਟ ਨੂੰ ਅਗਰ ਨਾ ਟ੍ਰੀਟ ਕੀਤਾ, ਨਾ ਕੋਈ ਡਾਕਟਰ ਆਇਆ, ਕੀ ਹਾਲਾਤ? ਔਰ ਕੋਈ ਵੀ ਪੇਸ਼ੈਂਟ ਦੇ ਦੱਸੋ ਨਾਲ ਭਾਜੀ। ਨਹੀਂ। ਹਰ ਦਵਾਈ ਜਿਹੜੀ ਬਾਹਰੋਂ ਆਉਣ ਵਾਲੀ ਹੈ ਉਹ ਦਵਾਈ ਵੀ ਆ ਰਹੀ ਹੈ, ਸਭ ਕੁਝ ਮਿਲ ਰਿਹਾ ਮਰੀਜ਼ਾਂ ਨੂੰ। ਦੱਸੋ ਇਹਨਾਂ ਪੇਸ਼ੈਂਟ ਵੇਖਣ ਵਾਲੇ ਡਾਕਟਰ ਸਾਹਿਬ ਸਵੇਰ ਦਾ ਕੋਈ ਨਿਯਮ ਨਹੀਂ ਡੀਕਣ ਡਏ ਆ ਵੀ ਆਉਣ ਦਵਾਈ ਦੋਣ। ਬਾਪੂ ਸਾਡੇ ਕੱਲ ਖੁੰਦੇ ਆ ਕਿ ਕੋਈ ਡਾਕਟਰ ਤੇ ਭਾਜੀ ਫਿਰ ਤੁਸੀਂ ਹੋਰ ਕਿਤੇ ਚੱਲ ਜਾਓ, ਫਿਰ ਇੱਥੇ ਨਾ ਜਾਈਏ ਕਿੱਥੋਂ ਬਾਬਾ ਜੀ? ਕੋਈ ਪੈਸਾ ਉਹ ਪ੍ਰਾਈਵੇਟ ਜਾਵਾਂਗੇ, ਇੱਥੇ ਫ੍ਰੀ ਇਲਾਜ। ਫਿਰ ਐਸਐਸਪੀ ਬਟਾਲਾ ਕੋਲ ਚਲੇ ਜਾਓ, ਆਪੇ ਜਿਹਨੇ ਪਰਚਾ ਕੀਤਾ ਆਪੇ ਦੱਸਦਾ ਵੀ ਕਿੱਥੇ ਜਾਣਾ ਵਾ, ਆਪੇ ਤੁਹਾਨੂੰ। ਪਰਚਾ ਕਿੱਦਾਂ ਕਰੂ ਇੰਨੀ ਜਿਹੜੀ ਆ ਮਗਰ ਤੁਹਾਡੇ? ਅੱਛਾ ਹੁਣ ਇਹ ਮਰੀਜ਼ ਕਹਿ ਰਿਹਾ ਕਿ ਮੈਨੂੰ ਵੀ ਨਾਲ ਲੈ ਜਾਓ। ਹੁਣ ਤੇ ਕੋਈ ਆ ਜਾਓ, ਫਿਰ ਮੈਂ ਤਾਂ ਕਹਿ ਰਿਹਾ ਉਹ ਯਾਰ ਵੀਡੀਓ ਦੇ ਚੌਕੀਦਾਰੀ ਕਰ ਸਕਦੇ ਮਰੀਜ਼ਾਂ ਨੂੰ, ਉੱਥੇ ਵੀ ਆਓ। ਹਾਂਜੀ ਮੈਨੂੰ ਵੀ ਲੈ ਜਾਓ। ਉਹ ਯਾਰ ਅੱਜ ਤੇ ਹੱਦ ਹੋ ਗਈ ਆ। ਹੁਣ ਤਾਂ ਸ਼ਰਮ ਆਉਂਦੀ ਆ ਇਸ ਦੇਸ਼ ਦੇ ਗੰਦੇ ਭ੍ਰਿਸ਼ਟ। ਮੈਂ ਤਾਂ ਕਹਿੰਦਾ ਕਿ ਜਿਹੜੇ ਨੌਜਵਾਨ ਵਿਚਾਰੇ ਅਮਰੀਕਾ ਕੈਨੇਡਾ ਯੂਰਪ ਚਲੇ ਜਾਂਦੇ ਨੇ, ਮੈਂ ਤਾਂ ਕਹਿੰਦਾ ਵੀ ਇਹ ਨਰਕਵਾ ਦੇਸ਼ ਹੈ। ਪੁਲਿਸ ਨੇ ਇਥੋਂ ਦੇ ਭ੍ਰਿਸ਼ਟ ਲੀਡਰਾਂ ਇਹ ਨਰਕ ਬਣਾ ਦਿੱਤਾ, ਨਰਕ। ਦੇਖੋ ਮਰੀਜ਼ ਕਹਿ ਰਿਹਾ ਮੈਂ ਚਲਾ ਜਾਂਦਾ ਅੰਦਰ। ਚਲੋ ਮੈਂ ਨਹੀਂ ਕਹਿ ਰਿਹਾ ਕਿ ਤੁਹਾਨੂੰ ਕੋਈ ਤਕਲੀਫ ਆ, ਤੁਹਾਨੂੰ ਕੋਈ ਦਿੱਕਤ ਆ ਤੇ ਯਾਰ ਤੁਸੀਂ ਮੇਰੇ ਤੇ ਪਰਚਾ ਕਰ ਦਿਓ। ਇੱਕ ਬੰਦੇ ਕੇ ਸਿਕਿਉਰਿਟੀ ਗਾਰਡ ਤੇ 17 ਬੰਦੇ ਨਾਮਜ਼ਦ ਅਣਪਛਾਤੇ ਬੰਦੇ ਰੱਖੇ ਵਿੱਚ ਜੀ। 17 ਬੰਦੇ ਅਣਪਛਾਤੇ। ਬੜੀ ਤਗੜੀ ਡਕੈਤੀ ਹੋ ਗਈ ਆ, ਬੜੀ ਤਗੜੀ ਵਾਰਦਾਤ ਹੋ ਗਈ ਹੈ ਜੀ। 17 ਬੰਦੇ ਹਸਪੀਟਲ ਦੇ ਮੁਲਾਜ਼ਮ, 17 ਸਟਾਫ ਨਰਸਸ, 17 ਬੰਦਿਆਂ ਦੇ ਇਹਨਾਂ ਨੇ ਕਹਿ ਦਿੱਤਾ ਜੀ ਲੋੜਿੰਦੇ ਨਹੀਂ। 17 ਬੰਦੇ ਸੱਕੀ ਦਰ ਲਾਣਤ ਤੁਹਾਡੇ ਸਿਰ ਤੇ। ਮਤਲਬ ਸ਼ਰਮ ਕਰੋ ਕੁਝ। ਤੁਸੀਂ ਕਿੱਥੋਂ ਆਏ ਜੀ? ਹਾਂ ਝਬਾਲ ਤੋਂ ਆਏ ਨੇ। ਝਬਾਲ 5 ਵੜ ਪਿੰਡ ਤੋਂ ਆਏ, ਝਬਾਲ ਤੋਂ, ਅੰਮ੍ਰਿਤਸਰ ਤੋਂ ਅੱਗੇ। ਹੈ ਕਿੱਥੋਂ ਦੇਖੋ ਉੜੀਸਾ ਤੋਂ ਮਰੀਜ਼ ਆਇਆ ਭਾਜੀ। ਕਿੱਡੀ ਦੂਰੋਂ ਮਰੀਜ਼ ਦੀ ਲੱਤ ਟੁੱਟੀ ਆ। ਹੁਣ ਉਹਨੂੰ ਮੈਂ ਕੀ ਕਰਾਂ? ਮਤਲਬ ਕਿ ਸਵਾਲ ਆ ਸਾਡਾ। ਮੈਂ ਕਹਿੰਦਾ ਵੀਡੀਓ ਵੱਧ ਦੱਬ ਕੇ ਜਰਾ ਵੀਡੀਓ ਨੂੰ ਸ਼ੇਅਰ ਕਰੋ। ਜੋ ਮੈਂ ਤੇ ਚਲੋ ਔਖਾ ਸੌਖਾ ਚਲੋ ਇਹ ਮੈਂ ਤੇ ਇਹਨਾਂ ਮਰੀਜ਼ਾਂ ਵਾਸਤੇ ਕੁਝ ਨਾ ਕੁਝ ਕਰਾਂਗਾ, ਪਰ ਇੱਕ ਵਾਰ ਇਹ ਲਾਹਣਤ ਇਹਨਾਂ ਨੂੰ ਲੋਕਾਂ ਤੱਕ ਪਤਾ ਲੱਗੇ, ਇਹਨਾਂ ਨੂੰ ਗੁਜਰਾਂ ਨੂੰ, ਰਾਖਸ਼ਾਂ ਦਾ ਨਾ ਇੱਕ ਵਾਰ ਚਿਹਰਾ ਨੰਗਾ ਹੋਣਾ ਚਾਹੀਦਾ ਵਾ ਵੀ ਇਹ ਸਮਾਜ ਨੂੰ ਚਲਾਉਂਦੇ ਨੇ। ਇਹਨਾਂ ਦੇ ਸਿਰ ਤੇ ਸਮਾਜ ਚੱਲਦਾ ਪਿਆ। ਪਿਛਲੀ ਵਾਰ ਮੈਂ ਕੈਂਪ ਵਿੱਚ ਗਿਆ, 5 ਲੱਖ ਦਾ ਰਾਸ਼ਨ ਲੈ ਕੇ ਗਿਆ, ਗੱਡੀਆਂ ਭਰ ਕੇ, ਉਦੋਂ ਵੀ ਮੇਰੇ ਤੇ ਪਰਚਾ ਭਾਜੀ। ਦੱਸੋ ਮੈਂ ਹੈਰਾਨ ਤੋਂ ਕਿ ਇੱਕ ਰਾਸ਼ਨ ਵੰਡਣ ਗਿਆ ਬੰਦਾ, ਉਤੋਂ ਉਹਦੇ ਤੇ ਪਰਚਾ। ਹੁਣ ਐਂਬੂਲੈਂਸ ਥਾਣੇ ਡੱਕੀ ਆ, ਸਾਡਾ ਜਿਹੜਾ ਡਰਾਈਵਰ ਆ ਉਹ ਥਾਣੇ ਆ। ਮੇਰਾ ਇਹਦੇ 'ਚ ਕੀ ਕਸੂਰ ਆ? ਚਲੋ ਡਰਾਈਵਰ ਨੂੰ ਤੁਸੀਂ ਰੱਖ ਲਓ ਜੇ ਤੁਹਾਨੂੰ ਕੋਈ ਡਰਾਈਵਰ ਤੋਂ ਕੁਝ ਚਾਹੀਦਾ। ਗੱਡੀ ਦਾ ਕੀ ਕਸੂਰ ਆ? ਵੀ ਐਂਬੂਲੈਂਸ ਦਾ ਕੀ ਕਸੂਰ ਆ? ਐਂਬੂਲੈਂਸ ਤੇ ਫ੍ਰੀ ਲੋਕਾਂ ਨੂੰ ਹਸਪਤਾਲਾਂ 'ਚ ਖੜਦੀ ਪਈ ਆ। ਹੁਣ ਇਹ ਬਜ਼ੁਰਗ ਸੀਰੀਅਸ ਹੋ ਜਾਣ, ਇਹ ਬਜ਼ੁਰਗ ਸੀਰੀਅਸ ਹੋ ਜਾਂਦੇ ਨੇ, ਜ਼ਿਆਦਾ ਇਹਨਾਂ ਦਾ ਸਾਹ ਰੁਕ ਜੇ ਤੇ ਮੈਂ ਕਿੱਥੋਂ ਐਂਬੂਲੈਂਸ ਕਿੱਦਾਂ ਇਹਨਾਂ ਨੂੰ ਅੱਗੇ ਭੇਜਾਂਗਾ? ਡਾਕਟਰ ਵੀ ਹੈ ਨਹੀਂ ਸਾਡੇ ਕੋਲ, ਡਾਕਟਰ ਵੀ ਚਲੇ ਗਏ, ਸਟਾਫ ਵੀ ਔਰ ਐਂਬੂਲੈਂਸ ਵੀ ਠਾਣੇ। ਕੀ ਹਾਲਾਤ ਨੇ ਹਸਪਤਾਲ? ਦੇਖੋ ਹਸਪੀਟਲ ਦੇ ਵਿੱਚ ਤਾਂ ਇਹ ਹੈ ਕਿ ਲਿਟਰਲੀ ਸਪੀਕਿੰਗ ਮੈਂ ਇਹੀ ਕਹੂੰਗੀ ਕਿ ਜੋ ਨੀਡ ਆਫ ਦਾ ਆਵਰ ਹੈ ਕਿ ਦਵਾਈਆਂ ਦੇ ਲੰਗਰ ਲੱਗਣੇ ਚਾਹੀਦੇ ਨੇ, ਉਹੀ ਲੱਗੇ ਹੋਏ ਨੇ। ਕੋਈ ਟੀਕਾ 5-5 6-6 ਹਜ਼ਾਰ ਦਾ ਹੁੰਦਾ ਜਿਹੜਾ ਅਸੀਂ ਫ੍ਰੀ ਦੇ ਰਹੇ ਹਾਂ। 5-5 ਹਜ਼ਾਰ ਦੇ ਟੀਕੇ ਇੱਥੇ 50-60 ਰੁਪਈਆਂ 'ਚ ਜਾਂ ਕੋਈ ਫ੍ਰੀ। ਜ਼ਿਆਦਾਤਰ ਤਾਂ ਮਰੀਜ਼ ਵਿਚਾਰੇ ਫ੍ਰੀ ਆਪਣੀ ਉਹਨਾਂ ਦੀ ਇੱਛਾ ਹੁੰਦੀ ਆ ਵੀ ਚਲੋ। ਹੁਣ ਚਲੋ ਅੱਜ ਮੈਂ ਅੱਗੇ ਮਰੀਜ਼ਾਂ ਨੂੰ ਦਿਖਾਉਂਦਾ ਕੀ ਹਾਲਾਤ ਇੱਥੇ। ਬਹੁਤ
ਪੂਰਾ ਵੈਸੇ ਜ਼ਿਆਦਾ ਲਾਗੇ ਲੱਗੇ ਚਲੋ ਇਹਨਾਂ ਦੀ ਕੀ ਗੱਲ ਹੋਈ ਭੈਣ ਜਨਾਂ ਦੀ ਹੈ ਚੂਲਾ ਟੁੱਟਾ ਹੈ ਭੈਣ ਦਾ ਚੂਲਾ ਟੁੱਟ ਗਿਆ 6 ਦਿਨ ਹੋ ਗਏ ਸਾਨੂੰ ਆਏ 7 ਦਿਨ ਹੋ ਗਏ ਕਿ ਸਾਡਾ ਉਧਰ ਹੀ ਆਪਰੇਸ਼ਨ ਹੋਣਾ ਸੀ ਇਹਨਾਂ ਦਾ ਤੇ ਉਧਰ ਪੁਲਿਸ ਵਾਲਿਆਂ ਨੇ ਗੁੰਡਾਗਰਦੀ ਕੀਤੀ ਆ ਕੇ ਸਾਡਾ ਆਪਰੇਸ਼ਨ ਹੋ ਗਿਆ ਅੱਛਾ ਅੱਛਾ ਸਾਨੂੰ ਬਹੁਤ ਤੰਗੀ ਆ ਦੀਨਾ ਨਗਰ ਤੋਂ ਆਏ ਜਿੱਦਾਂ ਦੀ ਗੁੰਡਾਗਰਦੀ ਹੋਈ ਆ ਚਲੋ ਜਦੋਂ ਮਰੀਜ਼ ਆਉਂਦਾ ਉਹਨੂੰ 2 ਦਿਨ ਫਿੱਟ ਕਰਨ ਚ ਲੱਗ ਜਾਂਦੇ ਨੇ ਉਹਦੇ ਟੈਸਟ ਟੂਸਟ ਹੋਣੇ ਹੁੰਦੇ ਨੇ ਜਿੱਦਣ ਪ੍ਰਸ਼ਨ ਹੋਣਾ ਸੀ ਉਦੋਂ ਦੀ ਗੁੰਡਾਗਰਦੀ ਔਰ ਵਿਚਾਰੀ ਭੈਣ ਥੋੜਾ ਜਿਹਾ ਬੱਚਾ ਮਾਸੂਮ ਆ ਬੱਚਾ ਵਿਚਾਰਾ ਇਸ ਭੈਣ ਦਾ ਵਾ ਪਰ ਇਹ ਦੇਖੋ ਕਿਦਾਂ ਬੇਵਸ ਚਲ ਭਾਜੀ ਮੂੰਹ ਢੱਕ ਲਓ ਭੈਣ ਦਾ ਕੋਈ ਚਿਹਰਾ ਨਾ ਕੋਈ ਜਾਂਦਾ ਪਿੱਛੇ ਥੋੜਾ ਔਰ ਇਹ ਭੈਣ ਜਿਹੜਾ ਮੂੰਹ ਪਹਿਲੇ ਫਗਵਾੜੇ ਤੋਂ ਭਾਜੀ ਫਗਵਾੜੇ ਤੋਂ ਦੇਖੋ ਮਰੀਜ਼ ਆਇਆ ਵਾੜੇ ਤੋਂ ਮੈਂ ਸਾਰੇ ਪਾਸੇ ਪਤਾ ਕੀਤਾ ਸਾਨੂੰ ਇੰਨਾ ਪਤਾ ਸੀਗਾ ਵੀ ਇੱਥੇ ਲੋੜਵੰਦਾਂ ਦੀ ਕੰਮ ਸਹਾਇਤਾ ਬਹੁਤ ਹੁੰਦੀ ਆ ਤੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ ਨਹੀਂ ਮੈਨੂੰ ਹੋ ਗਿਆ 6-7 ਦਿਨ ਸਾਰੇ ਟੈਸਟ ਤੇ ਹੋ ਗਏ ਆ ਬਸ ਇੱਕ ਦਿਨ ਨਿਕਾਲ ਦਾ ਪਿਛਣ ਹੋਣਾ ਸੀਗਾ ਇੱਥੇ ਆ ਰੋਲਾ ਰੱਪਾ ਪੈ ਗਿਆ ਸਟਾਫ ਨਹੀਂ ਕੋਈ ਵੀ ਆ ਰਿਹਾ ਇਸ ਕਰਕੇ ਅਸੀਂ ਪਰੇਸ਼ਾਨ ਤੇ ਸਾਡਾ ਕੱਲ ਨੂੰ ਪਿਛਣ ਹੋ ਜਾਣਾ ਜੀ ਇੱਥੇ ਸਾਰੇ ਲੋੜਵੰਦਾਂ ਦੀ ਜਿਹੜੇ ਗਰੀਬ ਤੋਂ ਗਰੀਬ ਆ ਕੋਈ ਸਿਫਾਰਿਸ਼ ਨਹੀਂ ਚੱਲਦੀ ਜਿਹੜਾ ਮਰਜ਼ੀ ਆਉਂਦਾ ਉਹਨੂੰ ਆਓ ਜੀ ਅੰਦਰ ਲੰਗਰ ਪਾਣੀ ਸਾਰਾ ਇਲਾਜ ਪੂਰਾ ਹੁੰਦਾ ਜਿਹੜੀ ਗੁੰਡਾਗਰਦੀ ਹੋਈ ਤੁਸੀਂ ਉਦੋਂ ਥੱਲੇ ਜਦੋਂ ਮੈਂ ਉੱਥੇ ਸੀਗਾ ਜਿੱਥੇ ਗੁੰਡਾਗਰਦੀ ਹੋਈ ਆ ਧੱਕੇ ਨਾਲ ਆ ਕੀ ਹੋਇਆ ਭਾਜੀ ਲੋਕ ਵੀ ਸ਼ਾਇਦ ਮੇਰੇ ਮੂੰਹ ਤੋਂ ਲੋਕਾਂ ਨੂੰ ਸ਼ਾਇਦ ਤੁਸੀਂ ਦੱਸੋ ਵੀ ਉਦੋਂ ਹੋਇਆ ਕੀ ਹੈ ਉਹਨਾਂ ਨੇ ਆ ਕੇ ਪਹਿਲਾਂ ਤੇ ਕਿੰਨੇ ਮੁਲਾਜ਼ਮ ਕਿੰਨੇ ਵਰਦੀਧਾਰੀ ਕਿੰਨੇ ਸੀਗੇ ਵਰਦੀਧਾਰੀ ਦਾ ਤੇ 60-70 ਬੰਦੇ ਸੀਗੇ 60-70 ਬੰਦੇ ਹਸਪਤਾਲ ਦੇ ਵਿੱਚ ਸਾਰੇ ਏਰੀਆ 'ਚ ਬਾਹਰ ਘੇਰਾ ਪਾਇਆ ਸੀਗਾ ਅੰਦਰ ਪੂਰੇ ਏਰੀਆ ਨੂੰ ਘੇਰਾ ਤੇ ਮੁੜ ਕੇ ਆ ਕੇ ਬੱਸ ਕੀ ਕੀਤੀ ਆ ਜਿਹੜੇ ਸਟਾਫ ਦੇ ਕੋਈ ਖੜਾ ਮਰੀਜ਼ ਖੜਾ ਸਾਨੂੰ ਧੱਕੇ ਮਾਰੇ ਸਾਡੇ ਵਿੱਚੇ ਅਸੀਂ ਵਿੱਚੇ ਸੀਗੇ ਵਿੱਚ ਕੋਈ ਯਾਰ ਸ਼ਰਮ ਕਰੋ ਕੁਝ ਇਹਦੀ ਲੱਤ ਪਾਟੀ ਆ ਉਹਨੂੰ ਵੀ ਧੱਕੇ ਦੇ ਕੇ ਬਾਹਰ ਦੌੜਿਆ ਜੀ ਉਹ ਅਸਲ ਸਾਹਿਬ ਤੇ ਮੁੜ ਕੇ ਗੁੰਡਾਗਰਦੀ ਕਰਕੇ ਬਾਹਰ ਦੌੜ ਗਿਆ ਹੁਣ ਪਰਚੇ ਦਾ ਦਿਖਾਂਡੇ ਜੀ 17 ਬੰਦਿਆਂ ਦੇ ਭਾਜੀ ਪਰਚਾ ਕੋਈ ਸਟਾਫ ਨਹੀਂ ਆ ਰਿਹਾ ਹੁਣ ਅਸੀਂ ਸਵੇਰ ਦੇ ਸਾਰੇ ਮਰੀਜ਼ ਤੰਗ ਆ ਉਹ ਭੈਣ ਭਾਜੀ ਇਹ ਭੈਣ ਸਾਡੇ ਕੋਲ ਆਈ ਆ ਇਹ ਭੈਣ ਦੀ ਰੀੜ ਦੀ ਹੱਡੀ ਦੇ ਵਿੱਚ ਗੋਲੀ ਵੱਜੀ ਸੀਗੀ ਇਹ ਭੈਣ ਦੀ ਰੀੜ ਦੀ ਹੱਡੀ 'ਚ ਗੋਲੀ ਵੱਜੀ ਸੀ ਔਰ ਭੈਣ ਜੀ ਕਿਹੜੇ ਹਸਪਤਾਲ 'ਚ ਤੁਸੀਂ ਉਦੋਂ ਗਏ ਸੀਗੇ ਹੈ ਕਿੰਨਾ ਪੈਸਾ ਲੱਗ ਗਿਆ ਸੀ ਉੱਥੇ 7 ਲੱਖ ਰੁਪਈਆ ਅਮਨਦੀਪ ਹਸਪੀਟਲ 'ਚ ਭੈਣ ਦੇ ਉੱਤੇ ਲੱਗਾ ਉਸ ਤੋਂ ਬਾਅਦ ਕਿੱਥੇ ਆਏ ਇੱਥੇ ਕੋਈ ਪੈਸਾ ਲੱਗਾ ਉਦੋਂ ਦਾ 1 ਰੁਪਈਆ ਲੱਗਾ ਆਪਣੀ ਮਾਂ ਨਾਲ ਸੱਚ ਬੋਲਿਓ ਕੋਈ ਇਹ ਨਹੀਂ ਕਿ ਮੈਂ ਤੁਹਾਨੂੰ ਕੋਈ ਹੈ ਤੁਹਾਡੇ ਕੋਈ ਪਰਿਵਾਰ 'ਚ ਹੈਗਾ ਮਗਰ ਜਦੋਂ ਹੈਗਾ ਹੀ ਨਹੀਂ ਪੈਸਾ ਕਿੰਨੇ ਦੇਣਾ ਸੀ ਰੋਟੀ ਮਿਲ ਰਹੀ ਤੁਹਾਨੂੰ ਜੂਸ ਮਿਲ ਰਿਹਾ ਹਰ ਚੀਜ਼ ਪ੍ਰੋਵਾਈਡ ਵੀਰਿਓ ਵੈਜੀਟੇਬਲ ਸੂਪ ਜੂਸ ਪ੍ਰੋਪਰ ਡਾਈਟ ਬੰਦਾ ਆਉਂਦਾ ਵਾ ਇੱਕ ਐਕਸਰਸਾਈਜ਼ ਕਰਾਉਣ ਵਾਸਤੇ ਭੈਣ ਜੀ ਉਹਨਾਂ ਨੂੰ ਦੋਨੇ ਲੱਤਾਂ ਇਸ ਬੱਚੀ ਦੀਆਂ ਖਲੋ ਗਈਆਂ ਨੇ ਹੋਇਆ ਕੀ ਭੈਣ ਜੀ ਦਵਾ ਪਾਣ ਇਸ ਮੈਰਿਜ ਵਾਸਤੇ ਇਸ ਮੈਂ ਨਾ ਕਰ ਦਿੱਤੀ ਖਾਸ ਖਾਣੇ ਭੈਣ ਦੇ ਜਿਹੜੇ ਮਾਮਾ ਜੀ ਹੈਗੇ ਇਹਨਾਂ ਦੇ ਪਰ ਪਰਸਨਲ ਮਸਲਾ ਵਾ ਪਰ ਭੈਣ ਦੱਸਦੀ ਪਈ ਆ ਇਹਨਾਂ ਦੇ ਮਾਮਾ ਜੀ ਨੇ ਇਹਨਾਂ ਦੇ ਉੱਤੇ ਮਾੜੀ ਨਜ਼ਰ ਰੱਖੀ ਇਹਨਾਂ ਨਾ ਕੀਤੀ ਉਹਨਾਂ ਇਹਦੇ ਵੀ ਗੋਲੀ ਮਾਰਤੀ ਤੇ ਆਪਣੇ ਮਾਰ ਲਈ ਆਪਣੇ ਵੀ ਗੋਲੀ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ ਭੈਣ ਦੇ ਗੋਲੀ ਮਾਰੀ ਇਹਦੀ ਰੀੜ ਦੀ ਹੱਡੀ ਤੇ ਵੱਜੀ ਉਦੋਂ ਦੀ ਮੰਜੇ ਤੇ ਆ 7 ਲੱਖ ਰੁਪਈਆ ਭੈਣ ਕਹਿ ਰਹੀ ਆ ਚਲੋ ਲੋਕੀ ਖੁਦ ਨਾਮ ਲੈਂਦੇ ਨੇ ਇਹਨਾਂ ਕਹਿ ਕੇ ਅੰਮ੍ਰਿਤਸਰ ਦਾ ਕੋਈ ਹਸਪਤਾਲ ਨਹੀਂ ਸੀ 7 ਲੱਖ ਰੁਪਈਆ ਲੱਗਾ ਇੱਥੇ 1 ਰੁਪਈਆ ਨਹੀਂ ਲੱਗਾ ਤੇ ਹੁਣ ਭੈਣ ਜੀ ਮੇਰੇ ਤੇ ਪਰਚਾ ਹੋ ਗਿਆ 17 ਸਟਾਫ ਜਿਹੜਾ ਤੁਹਾਡੀ ਕੇਅਰ ਕਰਦਾ ਇਹ ਪਰਚਾ ਇਹਦਾ ਦਾ ਹੁਣ ਅਸੀਂ ਦੱਸੋ ਕੀ ਕਰੀਏ ਤੁਹਾਨੂੰ ਕਿੱਥੇ ਭੇਜੀਏ ਦੱਸੋ ਮੈਂ ਕਿੱਥੇ ਜਾ ਸਕਦੀ ਮੇਰੇ ਕੋਲ ਕੋਈ ਵੀ ਨਹੀਂ ਹੈਗਾ ਨਹੀਂ ਫਿਰ ਹੁਣ ਐਸਐਸਪੀ ਨੇ ਪਰਚਾ ਕੀਤਾ ਫਿਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਤੁਹਾਨੂੰ ਜਿੱਥੇ ਮਰਜ਼ੀ ਤੁਸੀਂ ਐਸਐਸਪੀ ਨੂੰ ਹੈ ਤੇ ਅਸੀਂ ਭੈਣ ਜੀ ਮੈਂ ਵੇਖੋ ਹੁਣ ਤੁਸੀਂ ਸ਼ਾਮਾਂ ਤੱਕ ਆਪਣਾ ਵੇਖੋ ਕਿਤੇ ਨਾ ਕਿਤੇ ਕੁਝ ਨਾ ਕੁਝ ਵੇਖੋ ਕਿ ਮੈਂ ਹੁਣ ਵੇਖੋ ਸਟਾਫ ਵੀ ਨਹੀਂ ਆ ਰਿਹਾ ਮੈਨੂੰ ਮੈਂ ਵੀ ਹੁਣ ਇੱਥੋਂ ਮੈਨੂੰ ਫੜ ਕੇ ਲੈ ਜਾਣਗੇ ਕਿਉਂ ਮੇਰੇ ਤੇ ਐਫ ਆਈ ਆਰ ਹੋਈ ਆ ਮੈਂ ਭਾਈ ਇਲੀਗਲ ਇਸ ਟਾਈਮ ਜਿਵੇਂ ਤੁਹਾਡੇ ਸਾਹਮਣੇ ਆ ਤੇ ਮੈਂ ਇਲੀਗਲ ਆ ਬਿਲਕੁਲ ਜੀ ਇਹਨਾਂ ਦੇ ਮਤਲਬ ਪਰਚੇ ਅਨੁਸਾਰ ਤਾਂ ਮੈਂ ਇੱਥੇ ਖੜੋ ਹੀ ਨਹੀਂ ਸਕਦਾ ਤਾਂ ਦੱਸੋ ਭੈਣ ਜੀ ਕੀ ਹੋਣਾ ਚਾਹੀਦਾ ਜਿਹੜਾ ਸਾਰੀ ਦੀ ਸੇਵਾ ਕਰਨ ਦੇ ਉਹਦੇ ਨਾਲ ਹੀ ਇਸ ਤਰ੍ਹਾਂ ਹੋਣ ਡਿਆ ਕਹਾਣੀ ਸਰ ਹੋਣਾ ਚਾਹੀਦਾ ਜਿਹੜਾ ਸਾਡੇ ਨਾਲ ਇੰਨਾ ਕਰਨ ਤੇ ਕਿ ਸਾਰਾ ਸਾਡੇ ਲਈ ਹਾਂਜੀ ਸਾਰਾ ਹੀ ਤੁਸੀਂ ਇਸ ਟਾਈਮ ਸਾਡਾ ਹੁਣ ਇਹਨਾਂ ਗੱਲਾਂ ਦਾ ਵੀਡੀਓ ਜਵਾਬ ਹੀ ਨਹੀਂ ਮੈਂ ਕਹਿੰਦਾ ਵੀ ਇਹ ਗੱਲਾਂ ਵਰਲਡ 'ਚ ਵਿੱਚ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੇ ਭੈਣ ਦੀ ਜਿਹੜੀ ਇਸ ਟਾਈਮ ਵਿਚਾਰੀ ਹੁਣ ਇਹਨੂੰ ਮੈਂ ਮੰਨ ਲਓ ਕਿ ਹੁਣ ਇਹ ਮੈਨੂੰ ਵੀ ਲੈ ਜਾਣ ਸਟਾਫ ਆਵੇ ਇਹਨਾਂ ਦੇ ਭੈਣ ਭਾਜੀ ਕਿੱਥੇ ਜਾਏਗੀ ਘਰ 'ਚ ਵੀ ਨਹੀਂ ਕੋਈ ਹੈਗਾ ਅੱਗੇ ਪਿੱਛੇ ਵੀ ਹੈ ਨਹੀਂ ਕੌਣ ਕੇਅਰ ਕਰੇਗਾ ਜਦੋਂ ਦੇ ਆਏ ਆ ਵਿਚਾਰੀ ਉਦੋਂ ਦੀ
ਬਿਲਕੁਲ ਠੀਕ ਆ, ਮਤਲਬ ਪਹਿਲਾਂ ਬਹੁਤ ਮਾੜੀ ਹਾਲਾਤ ਸੀਗੇ। ਔਰ ਦੇਖੋ ਲੋਕਾਂ ਦੇ 7-7 8-8 ਲੱਖ ਰੁਪਈਆ ਲੱਗਣ ਡਿਆ ਇੱਥੇ ਫ੍ਰੀ ਇਲਾਜ ਹੋ ਰਹੇ ਨੇ। ਕੋਈ ਮਰੀਜ਼ ਦੀ ਮਰਜ਼ੀ ਆ, ਕੋਈ ਮਰੀਜ਼ ਆਪਣਾ ਏਸੀ ਲੱਗੇ ਨੇ। ਔਰ ਮੈਂ ਇੱਕ ਹੋਰ ਗੱਲ ਕਹਾਂ ਕਿ 5 ਲੱਖ ਰੁਪਈਆ ਬਿਜਲੀ ਦਾ ਬਿੱਲ ਕਰਾਉਂਦੇ ਨੇ ਮੈਨੂੰ, ਬਕਾਇਦਾ 5 ਲੱਖ ਬਿਜਲੀ ਦਾ ਬਿੱਲ, ਤੇ ਲੋਕਾਂ ਦੇ ਇਲਾਜ ਅਸੀਂ ਫ੍ਰੀ ਕਰ ਦੋ। ਸ਼ਰਮ। ਇੱਕ ਮਿੰਟ, ਇਸ ਵੀਰ ਨੂੰ ਤੁਸੀਂ ਸਵਾਲ ਕੀਤਾ ਵੀ ਕੱਲ ਨੂੰ ਬੰਦੇ ਦੀ ਮੌਤ ਹੋ ਜਾਂਦੀ ਆ ਤਾਂ ਜ਼ਿੰਮੇਵਾਰ ਕੌਣ ਆ? ਠੀਕ ਆ, ਮੈਂ ਲੁਧਿਆਣੇ ਸ਼ਹਿਰ ਨੂੰ ਬਿਲੋਂਗ ਕਰਦਾ, ਇਹਦਾ ਸਟਾਫ ਨਹੀਂ ਆਇਆ, ਮੇਰੇ ਪੈਰ ਦੇ ਨਹੀਂ ਦਰਦ ਹੋ ਰਹੀ ਆ, ਮੇਰੇ ਕੋਲ ਇੰਜੈਕਸ਼ਨ ਪਿਆ। ਹਾਂ ਠੀਕ ਆ, ਦੇਖੋ ਭਾਜੀ ਇੱਕ ਮਿੰਟ, ਇੰਜੈਕਸ਼ਨ ਪਿਆ, ਲਾਉਣ ਵਾਲਾ ਵੀ ਹੈ ਨਹੀਂ, ਜੜਤਾ ਲਾਉਣ ਵਾਲਾ ਵੀ ਹੈ ਨਹੀਂ। ਕਿੰਨੇ ਚਿਰ ਤੋਂ? ਚਲੋ ਭਾਜੀ ਸਾਲ ਹੋ ਗਿਆ ਮੈਨੂੰ ਇੱਥੇ ਬੈਠੇ ਨੂੰ, 2 ਦਿਨ ਦਾ ਕੋਈ 2 ਦਿਨ ਦਾ ਸਟਾਫ ਨਹੀਂ ਆਇਆ ਹੈ। ਜੇ ਕੱਲ ਨੂੰ ਮੌਤ ਹੋ ਜਾਂਦੀ ਆ, ਤੁਸੀਂ ਇਹ ਸਵਾਲ ਕੀਤਾ ਕਿ ਇਹਦਾ ਜ਼ਿੰਮੇਵਾਰ ਕੌਣ ਆ? ਇਸ ਵੀਰ ਨੂੰ, ਇਹ ਮੇਰਾ ਆਂਦਾਤਾ, ਠੀਕ ਆ। ਨੰਬਰ 2, ਜੇ ਕੱਲ ਨੂੰ ਮੌਤ ਮੇਰੀ ਹੋ ਗਈ, ਮੰਨ ਲਓ ਹੋ ਗਈ, ਇਹਦਾ ਜ਼ਿੰਮੇਵਾਰ ਤੁਸੀਂ ਸਵਾਲ ਦਾ ਜਵਾਬ ਦਿਓ, ਇਹ ਆ ਜਾਂ ਮੈਂ ਆ ਜਾਂ ਤੁਸੀਂ ਹੋ? ਦੱਸੋ ਪ੍ਰਸ਼ਾਸਨ ਕੌਣ ਆ? ਕੌਣ ਆ? ਦੇਖੋ ਭਾਜੀ ਦਾ ਇਹ ਆ ਵੀ ਇਹਦਾ ਉੱਠਿਆ ਨਹੀਂ, ਆ ਮੇਰਾ ਪੈਰ ਸੁੱਜਿਆ ਪਿਆ। ਇਹ ਕਿੰਨਾ ਚਿਰ? ਚਲੋ ਭਾਜੀ ਇਹਦੇ ਤੁਹਾਡਾ ਰੋਸ ਜਿਹੜਾ ਅਲੱਗ ਆ, ਮੈਨੂੰ ਦੱਸੋ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ? ਸਾਲ ਹੋ ਗਿਆ। 1 ਰੁਪਈਆ ਵੀ ਲੱਗਾ? ਮੈਂ ਕਹਿੰਦਾ ਇੱਕ ਪੈਸਾ 1 ਸਾਲ ਭਾਜੀ ਹੋ ਗਿਆ ਹਸਪਤਾਲ ਵਿੱਚ, 1 ਸਾਲ ਇਹਨਾਂ ਨੂੰ, ਕਿਉਂਕਿ ਤੱਕ ਥੱਲੇ ਗਿਆ, ਮੇਰਾ ਇੰਨੀ ਪ੍ਰੋਬਲਮ ਹੋਈ ਪਈ ਆ ਮੇਰਾ ਹੋਰ ਪਿਆ ਤੇ ਗੋਡੇ ਤੱਕ ਚੂੜੇ ਤੱਕ ਬਦਲੇ ਜਾ ਰਹੇ ਨੇ ਇੱਥੇ ਲੋਕ। ਹਰਿਆਣਾ, ਰਾਜਸਥਾਨ। ਇੱਕ ਮਿੰਟ, ਫਿਰ ਤੁਸੀਂ ਸਵਾਲ ਕਰਦਾ ਉਲਟਾ, ਜਿਹੜਾ ਬੰਦਾ ਕਰਦਾ ਨੇਕੀ, ਤੁਸੀਂ ਸਵਾਲ ਕਰਦੇ ਹੋ ਨੇਕੀ। ਇਹ ਵੀਰਾਂ ਨੇ ਸਵਾਲ ਕਰਨੇ, ਸਾਡਾ ਫਰਜ਼ ਚਲੋ ਜਵਾਬ ਦੇਣਾ ਵਾ, ਕੋਈ ਨਹੀਂ ਵੀਰ ਜੀ, ਕੋਈ ਤੇ ਕਰਦੇ ਮੈਡਮ ਨੂੰ ਭੇਜ ਦਾਂਗਾ ਉਹਨਾਂ ਨੂੰ। ਉਹ ਵੇਖੋ ਕਿੰਨੇ ਬੰਦੇ, ਇੱਕ ਬੇਚੈਨੀ ਵੇਖੋ ਕਿੰਨੀ ਆ, ਕਿ ਹੈਰਾਨ ਹੋ ਗਏ ਪੇਸ਼ੈਂਟ ਵੀ ਇਹ ਕੀ ਬਣ। ਲੁਧਿਆਣੇ ਦੇ ਡੀਐਮਸੀ ਤੋਂ ਉੱਪਰ ਕੋਈ ਹਸਪੀਟਲ ਨਹੀਂ, ਡੀਐਮਸੀ ਦੇ ਵਿੱਚ ਇਹਦੇ ਉੱਪਰ ਹੈ ਨਹੀਂ। ਮੈਡਮ ਆ ਸਵਾਰਗਾ ਹੈ, ਮੈਂ ਕਹਿੰਦਾ ਵੀ ਜੂਸ ਸੁਧਰ ਰਹੀ ਮੇਰੀ, ਇੱਥੇ ਮੈਂ ਆ ਗਿਆ, ਮੇਰਾ ਸੋਹਣਾ ਬੜਾ ਸੰਭਾਲ। ਲੱਖ ਲਾਣਤ ਆ ਯਾਰ ਤੁਹਾਡੇ ਦੇ, ਵੇਖੋ ਲੋਕਾਂ ਦਾ। ਚਲੋ ਕਰਨਾ ਹੀ ਆ ਤੇ ਚਲੋ ਮੇਰੇ ਦੇ ਭਰਾ ਕਰ ਦੋ, ਮੈਂ ਚਲੋ ਅੰਦਰ 2-4 ਦਿਨ ਲਾ। ਹਾਂ ਇਹਨਾਂ ਦੀ ਕੀ ਪ੍ਰੋਬਲਮ? ਮੇਰੇ ਲੈਟ ਲੱਗ ਗਈ, ਮੈਂ ਮਾਤਰ ਵਧੇ ਉਹ ਕਰਦੇ ਹਾਂ ਕਰੰਟ ਲੱਗਾ ਵੀਰ ਨੂੰ, ਬਿਜਲੀ ਦਾ ਝਟਕਾ। ਹਾਂ ਨਾ ਅੱਜ ਕੋਈ ਮੀਡੀਆ ਆਇਆ, ਮੇਰਾ ਸਿਰ ਦਰਦ ਕਰਦਾ ਬਹੁਤ ਜ਼ਿਆਦਾ, ਸਿਰ ਦਰਦ ਹੋ ਰਿਹਾ। ਕੋਈ ਸਟਾਫ ਆਇਆ ਅੱਜ? ਨਹੀਂ ਆਇਆ ਜੀ। ਤੁਹਾਨੂੰ ਪਤਾ ਕਿ ਸਾਡੇ ਤੇ ਪਰਚਾ ਕਰਤਾ 17 ਜਾਣਿਆਂ ਤੇ। ਭਾਈ ਇਹਨਾਂ ਵਾਸਤੇ ਬਹੁਤ ਮਾੜੀ ਗੱਲ ਆ। ਹਾਂ ਕੋਈ ਮਹਾਰਾਜ ਕੋਈ ਹੁਣ ਉਹਨਾਂ ਮੈਨੂੰ ਕੀ ਪਤਾ ਆ ਜਾਣਾ ਥੋੜੀ ਅੱਧੇ ਘੰਟੇ ਤੱਕ ਇੱਥੇ ਪੂਰੀ ਮੈਨੂੰ ਵੀ ਗ੍ਰਿਫਤਾਰ ਕਰਨ ਨੂੰ ਪਰਚਾ ਹੋ ਗਿਆ। ਫਿਰ ਭਾਜੀ ਮੈਂ ਤੁਹਾਨੂੰ ਕਿੱਥੇ ਭੇਜਾਂ? ਭਾਜੀ ਜੇ ਉਹ ਬੰਦੇ ਦੇ ਪੁੱਤਰ ਦੇ ਇੱਕ ਬੰਦੇ ਦਾ ਇਲਾਜ ਕਰਕੇ ਬਦਲਣ ਤੇ 6 ਅਸੀਂ ਮੰਨਦੇ ਉਹਨਾਂ ਨੂੰ। ਮੇਰਾ 2.5-3 ਲੱਖ ਦਾ ਖਰਚਾ ਤੇ ਮੈਂ ਮਾਤਰ ਬੰਦਾ, ਮੈਂ ਹੱਥ ਜੋੜਨਾ ਉਹਨਾਂ ਵਾਸਤੇ। ਜੇ ਇੱਥੇ ਆਉਂਦੇ ਆ ਤੇ ਕੀ ਹੋਣਾ ਚਾਹੀਦਾ? ਦੱਸੋ ਕੀ ਹੋਣਾ ਚਾਹੀਦਾ? ਇੱਥੇ ਆਉਣ ਕਿਤੇ ਅਸੀਂ ਉਹਨਾਂ ਨੂੰ ਜੋ ਸਾਡੇ ਕੋਲ ਅਸੀਂ ਸੱਦਾ ਉਹਨਾਂ ਕਰਾਂਗੇ। ਦੇਖੀ ਜੋ ਕਰਨਾ ਬਾਅਦ ਹਾਂ ਨੇਕ ਬੰਦੇ ਨੂੰ ਛੱਡੋ, ਮੈਨੂੰ ਸਾਡਾ ਵੀ ਮਰੀਜ਼ ਪਿਆ, ਸਾਡੇ ਨਿੱਕੇ ਬੱਚੇ ਸੁਣਨ ਵਾਲੇ, ਹਾਂ ਅਸੀਂ ਇਲਾਜ ਨੂੰ ਇਦਾਂ। ਭੈਣ ਕਹਿ ਰਹੀ ਹੈ ਮੈਨੂੰ ਲੈ ਜਾਓ, ਜਿਹਨੇ ਨਾਲ ਇਲਾਜ ਕਰਨਾ ਉਹਨਾਂ ਨੂੰ ਤਾਂ ਰਹਿਣ ਦਿਓ ਇੱਥੇ। ਹਾਂਜੀ ਇਹ ਸਾਡੇ ਬੜੇ ਸੀਨੀਅਰ ਵੀਰ ਜੀ ਹਾਈ ਕੋਰਟ ਤੋਂ ਐਡਵੋਕੇਟ ਨੇ, ਵੀਰ ਜੀ ਰਿੱਕੀ ਵੀਰ ਜੀ ਹਾਈ ਕੋਰਟ ਦੇ ਬੜੇ ਹੀ ਇੱਕ ਨਾਮਵਰ ਐਡਵੋਕੇਟ ਨੇ ਭਾਜੀ। ਸਾਰਾ ਚਲੋ ਸਾਡਾ ਬੜਾ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਨੇ। ਹੁਣ ਇਹ ਸਪੈਸ਼ਲ ਇੱਥੇ ਆਏ ਨੇ ਹਸਪੀਟਲ, ਸਾਨੂੰ ਲੀਗਲ ਤੌਰ ਤੇ ਚਲੋ ਕੁਝ ਅਸੀਂ ਜੋ ਵੀ ਆਪਣੀਆਂ ਸੇਵਾਵਾਂ ਸਾਨੂੰ ਦੇਣਗੇ। ਤੁਸੀਂ ਵੇਖਿਆ ਕਿ ਇੱਥੇ ਜੋ ਮਰੀਜ਼ਾਂ ਦੇ ਹਾਲਾਤ ਨੇ, ਮੈਂ ਚਲੋ ਸਾਰਿਆਂ ਨੂੰ ਕਾਲਿਆ 200-300 ਬੰਦਾ ਦੇ ਉੱਤੇ ਵੀ ਆ ਜੀ ਭਾਜੀ। ਇਹਦੇ ਬਾਰੇ ਕੀ ਮੈਂ ਤੁਹਾਡੇ ਕੋਲ ਅਸੀਂ ਚਲੋ ਜਾਣਨਾ ਚਾਹੁੰਦਾ ਵੀ ਮੈਂ ਦੇਖੋ ਜੇ ਕੁਝ ਹੋਇਆ ਵੀ ਆ ਤੁਸੀਂ ਮੇਰੇ ਤੇ ਪਰਚਾ ਕਰੋ। 17 ਬੰਦਿਆਂ ਤੇ ਹਸਪੀਟਲ ਦੇ 17 ਜਾਣਿਆਂ ਤੇ ਅਣਪਛਾਤੇ ਬੰਦੇ 17 ਕਿਹੜੀ ਇੱਥੇ ਡਕੈਤੀ ਕੀ ਇਹਦੇ ਵਾਸਤੇ ਵੀਰ ਜੀ? ਭਾਈ ਸਾਹਿਬ ਪਹਿਲਾਂ ਤੇ ਇਹ ਗੱਲ ਹੈ ਕਿ ਅਗਰ ਅਸੀਂ ਵੇਖੋ ਕੋਈ ਵੀਡੀਓ ਤੇ ਪਰਚਾ ਗੁਰੂਦਾ ਹੋ ਰਿਹਾ ਵਾ, ਇਹ ਘੱਟੋ ਘੱਟ 1 ਦਿਨ ਤੋਂ ਬਾਅਦ ਪਰਚਾ ਹੋ ਰਿਹਾ। ਇਹ ਜੋ ਵੀ ਹੋਇਆ ਪੋਲੀਟੀਕਲ ਮਾਸਟਰਸ ਦੇ ਕਹਿਣ ਤੇ ਹੋਇਆ ਆ। 1 ਦਿਨ ਬਾਅਦ ਪਰਚਾ? ਪੋਲੀਟੀਕਲ ਮਾਸਟਰਸ ਦੇ ਕਹਿਣ ਤੇ ਹੋਇਆ ਵਾ ਕਿ ਨਾਲੇ ਹੋ ਕਿਤੇ ਰਿਹਾ ਵਾ, ਜਿਹੜਾ ਲੋਕਾਂ ਵਿਚਾਰਿਆਂ ਦੀ ਇਹਨਾਂ ਦੀ ਫ੍ਰੀ ਆਫ ਕੋਸਟ ਸੇਵਾ ਕਰ ਰਿਹਾ ਆ, ਲੋਕਾਂ ਦੀ ਇੰਨੀ ਮਦਦ ਕਰ ਰਿਹਾ ਆ। ਔਰ ਤੇ ਬੇਵਜ੍ਹਾ ਪਰਚਾ ਹੋਇਆ। 353 ਕਹਿ ਰਹੇ ਨੇ, 353 ਦਾ ਤਾਂ ਕੋਈ ਮੇਟ ਆਊਟ ਹੀ ਨਹੀਂ ਹੁੰਦਾ ਫੈਂਸ ਨਾ ਕਿ ਇਹਨਾਂ ਫਿਜ਼ੀਕਲ ਅਸੌਲਟ ਹੋਇਆ। ਉਹ ਤੇ ਜਾ ਰਹੇ ਨੇ, ਉਹਨਾਂ ਨੂੰ ਰੋਕ ਰਹੇ ਨੇ। ਰੋਕ ਕੌਣ ਰਹੇ ਨੇ? ਡਾਕਟਰ ਰੋਕ ਰਹੇ ਨੇ, ਮਰੀਜ਼ ਰੋਕ ਰਹੇ ਨੇ। ਭਾਈ ਸਾਹਿਬ ਹੋਣੀ ਤੇ ਵੀਡੀਓ ਬਣਾ ਰਹੇ ਸੀ,
ਇਹਨਾਂ ਨੇ ਤਾਂ ਆਪ ਕਿਹਾ ਵੀ ਕਿਸੇ ਨਾਲ ਕੋਈ ਗਲਤ ਥੋੜਾ ਬਹੁਤ ਰੋਸ ਕਰਨਾ ਸਾਡਾ ਫਰਜ਼ ਬਣਦਾ। ਜਦੋਂ ਜ਼ਿਆਦਾ ਕੋਈ ਗੱਲ ਲੱਗੀ ਵੀ ਮਰੀਜ਼ ਜ਼ਿਆਦਾ ਹੈ ਪਰ ਨਹੀਂ ਤੇ ਇਹ ਖੁਦ ਜਾ ਕੇ ਟੱਕਿਆ ਉਹਨਾਂ ਨੂੰ। ਪੁਲਿਸ ਦੀ ਐਟਰੋਸਿਟੀ ਬਾਰੇ ਤੇ ਸਾਰਿਆਂ ਨੂੰ ਪਤਾ ਹੈ। 70 ਬੰਦੇ ਸਾਰਿਆਂ ਨੂੰ ਪਤਾ ਪੁਲਿਸ ਹਸਪੀਟਲ ਚ ਆਏ ਕੀ ਕਰਨ ਵੀਰ ਜੀ? 70 ਬੰਦੇ 70 ਬੰਦੇ ਕੋਈ 2-4 ਜਣੇ ਆ ਜਾਂਦੇ ਜਿਨ੍ਹਾਂ ਨੂੰ ਕੋਈ ਸ਼ੱਕ ਹੀ ਇੰਟਰੋਗੇਟ ਕਰਦੇ। 70 ਬੰਦੇ ਇੱਕ ਬੰਦੇ ਨੂੰ 3 ਘੰਟੇ ਤੋਂ ਇੰਟਰੋਗੇਟ ਕਰ ਰਹੇ ਨੇ। ਇਹ ਜਦੋਂ ਉਹਨਾਂ ਦੇ ਮੁਲਾਜ਼ਮ ਬੋਲੇ ਕਿ ਵੀ ਹਾਂ ਵੀ ਤੁਸੀਂ ਕੀ ਕਰ ਰਹੇ ਹੋ, ਉਸ ਤੋਂ ਬਾਅਦ ਇਹਨਾਂ ਨੇ ਜਦੋਂ ਵੀਡੀਓ ਸ਼ੁਰੂ ਕੀਤੀ ਸਾਰੇ ਦੌੜ ਪਏ। ਜਾਂ ਦੌੜੇ ਕਿਉਂ? ਬਿਲਕੁਲ ਮੌਕੇ ਤੇ ਜਵਾਬ ਦੇਣ। ਹਾਂ ਵੀਡੀਓ ਕੈਮਰੇ ਸਾਹਮਣੇ ਦੌੜਦੇ ਕਿਉਂ ਸੀ? ਜਵਾਬ ਦਾਂਗੇ ਇਹਨਾਂ ਨੂੰ, ਹਾਈ ਕੋਰਟ ਤੱਕ, ਸੁਪਰੀਮ ਕੋਰਟ ਤੱਕ, ਹਰ ਜਗ੍ਹਾ ਤੇ ਇਹਨਾਂ ਨੂੰ ਜਵਾਬ ਦਾਂਗੇ। ਕਿਉਂਕਿ ਐਟਰੋਸਿਟੀ ਜਿਹੜੀ ਪੁਲਿਸ ਦੀਆਂ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਆਪਾਂ ਦਿਨ ਬ ਦਿਨ ਦੇਖੋ ਭਾਜੀ ਸਾਡੇ ਕੋਲ ਮਰੀਜ਼ ਆਇਆ, ਮੈਂ ਇੱਕ ਗੱਲ ਕਰਦਾ, ਚਲੋ ਸਾਡੇ ਕੋਲ ਪੇਸ਼ੈਂਟ ਆ ਗਿਆ, ਸਾਡਾ ਕੰਮ ਹਸਪੀਟਲ ਦਾ ਸਟਾਫ ਡਾਕਟਰ ਦਾ ਕੰਮ ਹਮਦਰਦੀ ਭਾਜੀ ਇਹੀ ਹੈ, ਹਸਪੀਟੈਲਿਟੀ ਕਰਨੀ। ਮੈਂ ਹਰ ਮਰੀਜ਼ ਨੂੰ 5-10 ਹਜ਼ਾਰ ਰੁਪਇਆ ਦੇ ਕੇ ਅੱਗੇ ਭੇਜਦਾ ਵਾਂ। ਚਲੋ ਠੀਕ ਆ, ਮਰੀਜ਼ ਆ ਗਿਆ, ਸਾਨੂੰ ਨਹੀਂ ਪਤਾ ਉਹ ਕੀ ਕਰਕੇ ਆਇਆ, ਸਾਡੀ ਐਂਬੂਲੈਂਸ ਲੈ ਗਿਆ ਵੀ ਮੈਂ ਅੱਗੇ ਰੈਫਰ ਹੋਣਾ, ਅਸੀਂ ਡਰਾਈਵਰ ਭੇਜਦਾ ਕਿ ਜਿੱਥੇ ਕਹਿੰਦੇ ਸਾਡਾ ਉਹ ਅਸੀਂ ਮੌਕੇ ਦਾ ਡਰਾਈਵਰ ਦਾ ਨੰਬਰ ਦੇਤਾ, ਐਂਬੂਲੈਂਸ ਦਾ ਨੰਬਰ ਦੇਤਾ, ਸਾਰਾ ਦੱਸਿਆ ਵੀ ਤੁਸੀਂ ਮਰੀਜ਼ ਨੂੰ ਜਿੱਦਾਂ ਤੁਸੀਂ ਉਹਦਾ ਤੁਹਾਨੂੰ ਹਨਾ। ਫਿਰ ਉਸ ਮਰੀਜ਼ ਤੇ ਜਾਣ ਤੋਂ ਬਾਅਦ 3 ਘੰਟਿਆਂ ਬਾਅਦ ਭਾਜੀ 60-70 ਬੰਦੇ ਅੰਦਰ ਆਉਂਦਾ ਬਿਲਕੁਲ ਨਹੀਂ ਬਣਦਾ। ਤੁਸੀਂ ਉਹਨੂੰ ਲੱਭੋ, ਉੱਥੇ ਹੀ ਜਾਓ ਤੁਸੀਂ। ਸੋ ਇਸ ਕਰਕੇ ਚਲੋ ਖੈਰ ਮੈਂ ਉੱਪਰੋਂ ਹੁਣ ਜਿਵੇਂ ਤੁਹਾਨੂੰ ਉੱਪਰ ਵਿਖਾਲਾ ਤੇ ਕੱਲ ਦੇ ਆਪਰੇਸ਼ਨ ਵੀ ਹੋਏ ਨੇ ਮਰੀਜ਼ਾਂ ਦੇ, ਕਿਸੇ ਦਾ ਪਿੱਤੇ ਦਾ, ਕਿਸੇ ਦਾ ਮੈਂ ਦਿਖਾ ਸਕਦਾ ਭਾਜੀ ਉੱਪਰੋਂ ਇਹੋ ਜਿਹੇ ਟਾਈਮ ਹੈਗਾ। ਬਿਲਕੁਲ ਹਾਂ ਆਓ ਲੋਕ ਆਪ ਕਹਿਣ ਡੇ ਨੇ ਕਿ ਇੱਧਰ ਆਓ, ਮੈਨੂੰ ਵਿਚਾਰੇ ਹਾਂਜੀ ਇੱਧਰ ਵੇਖੋ। ਇਹ ਮਰੀਜ਼ ਜਿਹੜਾ ਹੈ ਭਾਜੀ ਤੁਸੀਂ ਖੁਦ ਦੱਸੋ ਵੀ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਹਸਪੀਟਲ 'ਚ ਗਏ? ਹਾਂਜੀ ਫਿਰ ਉਹਨਾਂ ਨੇ ਨਹੀਂ ਸਾਡਾ ਪਾਇਆ, ਉਹਨਾਂ ਨੇ ਕਹਿਤਾ ਜੀ ਅੰਮ੍ਰਿਤਸਰ ਜਾਓ। ਬਿਆਸ ਕਿਹੜਾ ਹਸਪੀਟਲ ਦਾ? ਬਿਆਸ ਜਿਹੜਾ ਗਰਾ ਹਮੀਆ। ਅੱਛਾ ਇਹ ਅਸੀਂ ਕਰਕੇ ਗੜੇ ਵਾਲਿਆਂ ਦੇ ਗੜੇ ਜਲੰਧਰ ਹਾਂ ਉਹਨਾਂ ਨੇ ਕਹਿਤਾ ਅੰਮ੍ਰਿਤਸਰ ਜਾਓ। ਹਾਂਜੀ ਫਿਰ ਇਹ ਸੁਭਾਨਪੁਰ ਹੈਗਾ ਹਾਂ ਉੱਥੇ ਆਏ ਆ, ਉਹਨਾਂ ਨੇ ਕਹਿਤਾ ਅੰਮ੍ਰਿਤਸਰ ਜਾਓ। ਤੇ ਕਿਸੇ ਨੇ ਵੀ ਹੱਥ ਨਹੀਂ ਪਾਇਆ ਹੈ ਜਮਾਂ ਚ। ਤੇ ਸਾਨੂੰ ਇੱਥੇ ਦਾ ਪਤਾ ਲੱਗਾ ਤੇ ਅਸੀਂ ਇੱਥੇ ਆਏ, ਸਾਨੂੰ ਹੁੰਦੇ ਦਾਖਲ ਕਰ ਲਿਆ। ਆਉਂਦਿਆਂ ਲਾਜ ਕੋਈ ਪੈਸੇ ਦੀ ਤੁਹਾਨੂੰ ਚਿੰਤਾ ਇਧਰ। ਹੁਣ ਭਾਜੀ ਨੇ 17 ਬੰਦਿਆਂ ਦੇ ਪਰਚਾ ਕਰਤਾ ਸਾਡੇ ਤੇ, ਕਾਦੀ ਗੁੰਡਾਗਰਦੀ। ਹੁਣ ਮੈਂ ਤੁਹਾਨੂੰ ਕਿੱਥੇ, ਮੈਂ ਤਾਂ ਅੱਗੇ ਭੇਜਾਂਗਾ ਤੁਹਾਨੂੰ। ਸਾਡਾ ਇਲਾਜ ਹੋਣ ਡਿਆ ਵਾ, ਸਾਨੂੰ ਜਿੱਥੇ ਮਰਜ਼ੀ ਲੈ ਜਾਓ। ਹੈਂ ਸਾਨੂੰ ਲੈ ਜਾਓ ਗਾੜੀ ਜਿੱਥੇ ਆਉਂਦੇ ਆ, ਸਾਡਾ ਇਲਾਜ ਹੋਣ ਡਿਆ, ਫ੍ਰੀ ਹੋਣ ਡਿਆ। ਐਸਐਸਪੀ ਸਾਹਿਬ ਇਹਨਾਂ ਨੂੰ ਲੈ ਜਾਓ ਚੁੱਕ ਕੇ ਹੁਣ ਮਰੀਜ਼ਾਂ। ਲੈ ਜਾਓ ਮਰੀਜ਼ਾਂ। ਹੁਣ ਸਟਾਫ ਨਹੀਂ ਆ, ਮੈਂ ਇਹਨਾਂ ਵਿਚਾਰਿਆਂ ਨੂੰ ਕਿੱਦਾਂ ਸਾਂਭਾਂਗਾ, ਕਿੱਥੇ ਹੀ ਖੜਾ ਇਹਨਾਂ ਨੂੰ ਮੈਂ ਸਾਰੇ ਸਾਨੂੰ ਲੈ ਚਲੋ, ਹਾਂ ਜਿੱਥੇ ਮਰਜ਼ੀ ਲੈ ਜਾਓ ਸਾਨੂੰ। ਦੇਖੋ ਯਾਰ ਮੈਂ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਕੈਮਰੇ ਸਾਹਮਣੇ ਆ। ਕਿੱਥੋਂ ਧੱਕੇ ਖਾ ਕੇ ਮਰੀਜ਼ ਆਇਆ। ਸਾਰੇ ਨਾਮਵਰ ਹਸਪੀਟਲ ਨੇ ਔਰ ਚੈਰੀਟੇਬਲ, ਸਾਰੇ ਚੈਰੀਟੇਬਲ ਹਸਪੀਟਲ ਨੇ। ਹੈ ਮੈਂ ਫਿਰੋਜ਼ਪੁਰ ਤੋਂ ਆਇਆ। ਫਿਰੋਜ਼ਪੁਰ ਤੋਂ ਫਰੀਦਕੋਟ ਵਾਲਾ ਨੂੰ ਦੱਸੋ। ਜਿਹੜਾ ਵੀ ਆਦਾ ਇਹ 1.5 ਲੱਖ ਲੱਗ ਜਾਣਾ, ਪੱਟ ਟੁੱਟ ਗਿਆ ਸੀ ਮੇਰਾ ਤੇ ਭਾਜੀ ਉਹਨੇ ਫ੍ਰੀ ਇਲਾਜ ਕਰਨ ਦਾ ਆ, ਕੋਈ ਮੈਨੂੰ ਖਰਚਾ ਨਹੀਂ ਆਉਂਦਾ। ਹਾਂ ਹੁਣ ਇੰਨੀ ਗੱਲ ਵੀ ਕੱਲ ਦੀ ਪੁਲਿਸ ਵਾਲੇ ਮੈਡੀਸਿਨ ਵੀ ਰੋਕਤੀ ਆ ਸਾਡੇ ਕੋਲ, ਨਾ ਕੋਈ ਸਟਾਫ ਆ ਨਾ ਮੈਡੀਸਿਨ ਆ। ਹੁਣ ਦੱਸ ਆਈ ਕਰ ਜਾਈਏ। ਹੁਣ ਮੈਂ ਕਹਿੰਦਾ ਉਹਨਾਂ ਨੂੰ ਆਖੋ ਸਾਨੂੰ ਲੈ ਕੇ ਚੌਕੇ ਜਿੱਥੇ ਜਾਣਾ ਲੈ ਜਾਓ, ਜਿੱਥੇ ਜਾਣਾ ਲੈ ਜਾਓ। ਹਾਂਜੀ ਹੱਟ ਪਰਚੇ ਕਰਨੇ ਹੱਥ ਮਾਰਦਾ ਸਟਾਫ ਦੇ ਕਾਹਤੋਂ ਕਰਨੇ, ਅਸੀਂ ਦੇ ਅੱਗੇ ਮਰੇ ਹੈਗੇ। ਹੁਣ ਜੇ ਭਾਜੀ ਮੈਨੂੰ ਆਉਂਦੇ ਨੇ ਇੱਥੇ ਗ੍ਰਿਫਤਾਰ ਕਰ ਦਿਓ। ਹਾਂਜੀ ਬਾਹੀ ਤੇਰੇ ਨਾਲ ਚੱਲਦੇ ਨਾ, ਅਸੀਂ ਨਾਲ ਤਿਆਰ ਆ। ਰੰਗੇ ਲੂਲੇ ਜਿਸ ਤਰ੍ਹਾਂ ਦੇ ਫੇਰ ਪਹੁੰਚਾਂਗੇ ਯਾਰ ਨਾਲ। ਬਾਹੀ ਤੇ ਮਰੇ ਆ ਯਾਰ, ਨਾ ਸਾਨੂੰ ਸਰਕਾਰ ਨੇ ਕਿਹਾ। ਜੇ ਭਾਜੀ ਕੱਲ ਸਾਨੂੰ ਐਸਐਸਪੀ ਦੇ ਦਫ਼ਤਰ ਬਾਹਰ ਜਾਣਾ ਪਿਆ, ਉੱਥੇ ਜਾ ਕੇ ਮੰਨ ਲਓ ਮੈਂ ਗ੍ਰਿਫਤਾਰੀ ਦੇਣ ਜਾਂਦਾ, ਤੁਸੀਂ ਮਰੀਜ਼ ਜਾਓਗੇ ਮੇਰੇ ਨਾਲ? ਲੋੜ ਪਈ ਤਾਂ ਐਸਐਸਪੀ ਦਾ ਤੁਹਾਡੇ ਦਫ਼ਤਰ ਦੇ ਬਾਹਰ ਹੁਣ ਆਵਾਂਗੇ, ਸਾਰੇ ਮਰੀਜ਼ਾਂ ਨੂੰ ਮੈਂ ਲੈ ਕੇ ਆਵਾਂਗਾ ਗੱਡੀਆਂ ਭਰ ਕੇ। ਭਾਜੀ ਨਾਲ ਜਾਓਗੇ ਤੁਸੀਂ? ਹੈ ਨਹੀਂ ਆਪਣੀ ਮਰਜ਼ੀ ਨਾਲ ਜਾਓਗੇ ਤੇ ਮੇਰੇ ਕਹਿਣ ਤੇ ਜਾਓਗੇ? ਸਰਕਾਰ ਐਡੀ ਭੜੀ ਹੈ ਨਾ, ਉਹ ਕਰੋਨਾ ਕਰਕੇ ਉਹ ਇਲਾਜ ਨਹੀਂ ਕਰਨਾ, ਜੇ ਤੇ ਬਸ ਦਾਵਾ ਕਰਨਾ ਨਹੀਂ। ਆਪ ਮੈਂ ਤੁਸੀਂ ਮੇਰੇ ਕਹਿਣ ਤੇ ਮੇਰੇ ਸਾਲ ਹੋ ਗਏ 1 ਵਜੇ ਪਏ ਉਹ ਇਲਾਜ ਨਹੀਂ ਹੋਣ ਡਿਆ। ਉਹ ਮਜਬੂਰ ਹੋ ਕੇ ਜਦੋਂ ਤੇ ਹਸਪਤਾਲ ਗਿਆ ਧੱਕੇ ਧੋੜੇ ਖਾ ਕੇ ਫਿਰ ਉਹ ਇੱਥੇ ਆਇਆ ਤੇ ਫਿਰ ਉਹਦਾ ਇਲਾਜ ਹੋਣ ਡਿਆ। ਤੇ ਜੇ ਮੈਨੂੰ ਮੈਂ ਕੱਲ ਦੇਖੋ ਮੈਨੂੰ ਤੇ ਇਹਨਾਂ ਨੇ ਪਰਚਾ ਨਾ ਕੈਂਸਲ ਕੀਤਾ, ਮੈਨੂੰ ਤਾਂ ਤੇ ਪੇਸ਼ ਹੋਣਾ ਪੈਣਾ ਜਾ ਕੇ। ਇੱਥੇ ਆਉਣਗੇ ਫੜਨ ਦੇ ਬੇਸ ਤੇ ਮਰੀਜ਼ ਨਾਲ ਵਾ, ਮਰੀਜ਼ਾਂ ਤੇ ਅਸੀਂ ਚੱਲਦੇ ਨਾ। ਮਰੀਜ਼ ਨਾਲ ਜਾਣਗੇ। ਮੈਂ ਕਿ ਵੇਖੋ ਲੋਕਾਂ ਵਿੱਚ ਮੈਨੂੰ ਮਰੀਜ਼, ਚਲੋ ਖੈਰ ਮੌਕੇ ਤੇ ਵੇਖਾਂਗੇ।
ਹਾਂ ਬੈੱਡ ਵੀ ਨਾਲ ਹੀ ਚੱਕ ਕੇ ਲੈ ਲਏ ਉੱਥੇ ਸਰਵਰਤੀ ਦੇ ਦਫ਼ਤਰ ਹੀ ਲੈ ਗਏ ਕਰੋ ਮਾਤਾ ਜੀ ਦੇ ਲਾਗੇ ਉੱਥੇ ਜਾਣਾ ਦੱਸੋ ਮਾਤਾ ਜੀ ਹਾਂ ਲਾ ਜਾਓ ਅਸੀਂ ਇੱਥੇ ਕੀ ਕਰਨਾ ਅਸੀਂ ਗਰੀਬ ਦਾ ਕੋਈ ਆਸਰਾ ਹੀ ਹੋ ਰਿਹਾ ਨਹੀਂ ਹੋਰ ਕੀ ਆ ਉੱਥੇ ਜਾਣਾ ਆਪ ਅੰਬਰਸਰ ਇੱਧਰ ਕਰੋ ਅੰਬਰਸਰ ਪੁੱਤ ਭਾਜੀ ਸੁਣੋ ਜਰਾ ਆਵਾਜ਼ ਲੋਕਾਂ ਦੀ। ਇਹ ਹੁਣ ਉਹ ਕੰਮ ਨਹੀਂ ਹੈਗਾ ਕਿ ਗੁੰਡਾਗਰਦੀ ਕੀਤੀ ਪੰਜਾਬ ਦੇ ਵਿੱਚ, ਜਿਹਨੂੰ ਮਰਜ਼ੀ ਮਾਰਤਾ, ਗੋਲੀ ਮਾਰਤੀ, ਕਿਸੇ ਨੂੰ ਲੁੱਟ ਲਿਆ, ਕਿਸੇ ਨੂੰ ਸੁੱਟ ਲਿਆ, ਤਸਕਰੀ ਕਰ ਲਈ, ਸਮੈਕਾਂ ਵਕਾ ਲੀਆਂ, ਪੂਰੀ ਗੁੰਡਾਗਰਦੀ ਜਿਵੇਂ ਤੁਸੀਂ ਪੰਜਾਬ ਦੀ ਅਗਰ ਹਿਸਟਰੀ ਵੇਖੀ ਜਾਏ ਤੇ ਪੂਰਾ ਪੰਜਾਬ ਨੂੰ ਲੋਕਾਂ ਨੂੰ ਨਜਾਇਜ਼ ਤੁਸੀਂ ਖੋ ਕੇ ਮਾਰਿਆ ਆ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਹੁਣ ਇੱਕ ਗੱਲ ਲੋਕਾਂ ਦੀ ਤੁਹਾਡੇ ਸਾਹਮਣੇ, ਅਗਰ ਤੁਸੀਂ ਮੇਰੇ ਨਾਲ ਧੱਕਾ ਕੀਤਾ, ਮੈਨੂੰ ਹਸਪੀਟਲ 'ਚ ਬੈਠੇ ਨੂੰ ਮਾਨਵਤਾ, ਇਨਸਾਨੀਅਤ, ਇੱਕ ਸੇਵਾ ਕਰਦੇ ਬੰਦੇ ਨੂੰ ਡਿਸਟਰਬ ਕੀਤਾ ਔਰ ਉਲਟੇ ਮੇਰੇ ਤੇ ਪਰਚੇ ਕੀਤੇ, ਤੇ ਦੁਨੀਆ ਵੇਖਣ ਡਈ ਆ ਪਰ ਮਰੀਜ਼ ਜਾਣ ਲਈ ਤਿਆਰ ਨੇ। ਹੁਣ ਇਹ ਤੁਹਾਡੇ ਕੇ ਪੇਪਰਾਂ 'ਚ ਨਹੀਂ ਵੀ FIR ਕਰਤੀ, ਠੋਕਦੀ, ਮਗਰੋਂ ਇਨਕੁਆਇਰੀਆਂ, ਤੁਹਾਡੇ ਮਗਰ ਤੁਰੇ ਫਿਰੀਏ। ਹੁਣ ਲੋਕਾਂ ਨੂੰ ਜਵਾਬ ਦੇਣਾ ਪਏਗਾ। ਇਹ ਰੋਜ਼, ਇਹ ਹਰ ਵਾਰ ਜਦੋਂ ਤਰੀਕ ਭੁਗਤਣ ਜਾਇਆ ਕਰਾਂਗਾ, ਮੇਰੇ ਨਾਲ ਸਾਰੇ ਮਰੀਜ਼ ਜਾਇਆ ਕਰਨਗੇ। ਜਦੋਂ ਕਚਹਿਰੀ 'ਚ ਤਰੀਕ ਭੁਗਤਣ ਜਾਇਆ ਕਰਾਂਗਾ ਸਾਰੇ, ਹੁਣ ਮੈਂ ਆਪਣੀ ਇਨਕੁਆਇਰੀ ਦੀ ਲਾਉਣੀ ਆ ਐਪਲੀਕੇਸ਼ਨ, ਜਿੱਦਣ ਕਚਹਿਰੀ ਜਾਵਾਂਗਾ ਸਾਰੇ ਮਰੀਜ਼ ਬੈੱਡਾਂ ਤੇ ਜਾਣਗੇ, ਨਾਲ ਐਂਬੂਲੈਂਸਾਂ ਭਰ ਕੇ ਜਾਣਗੀਆਂ। ਐਂਬੂਲੈਂਸ ਦਾ 40, 50, 100 ਐਂਬੂਲੈਂਸ ਜਾਏਗੀ ਨਾਲ ਮੇਰੇ, ਜਿੱਥੇ ਵੀ ਜਾਵਾਂਗਾ, ਕਚਹਿਰੀ ਜਾਵਾਂਗਾ, ਥਾਣੇ ਜਾਵਾਂਗਾ, ਜਿੱਥੇ ਵੀ ਜਾਵਾਂਗਾ। ਯਾਰ ਕੋਈ ਸ਼ਰਮ ਕਰੋ, ਮੈਨੂੰ ਮੇਰੇ ਤੇ ਪਰਚਾ ਕਰ ਦਿਓ। 17 ਬੰਦੇ ਤੁਸੀਂ ਨਾਮ ਦੇ, ਅਖਬਾਰਾਂ ਦੇ ਉੱਤੇ ਹੈਡਲਾਈਨ ਆ ਗਈ ਆ, ਅਖਬਾਰਾਂ ਦੇ ਉੱਤੇ ਭਾਜੀ ਹੈਡਲਾਈਨ ਆ ਗਈ ਆ ਵੀ 17 ਬੰਦਿਆਂ ਦੇ ਪਰਚਾ। ਕਿਹੜਾ ਬੰਦਾ ਇਸ ਹਸਪੀਟਲ ਦੇ ਵਿੱਚ ਕੰਮ ਕਰੇਗਾ ਮੈਨੂੰ ਦੱਸੋ? ਪੰਜਾਬ ਦਾ ਸਭ ਤੋਂ ਵਧੀਆ ਹਸਪੀਟਲ ਹੈ, ਇੱਥੇ ਕਿਹੜਾ ਬੰਦਾ ਕੰਮ? ਨਾਨ ਤੱਕ ਲੈ 3 ਦਿਨ ਹੋਏ ਆਪਰੇਟ ਹੋਇਆ ਨੂੰ, ਉਦੋਂ ਦਾ ਮਰੀਜ਼ ਇੱਥੇ ਪਿਆ। ਹੈਂ? 3 ਦਿਨ ਹੋਏ ਆਪਰੇਟ ਹੋਇਆ ਜੀ। ਹਾਂ। ਮਰੀਜ਼ ਉਦੋਂ ਦਾ ਇਲਾਜ ਨਹੀਂ, ਹਸਪਤਾਲ ਸਾਰਾ ਭੱਜ ਗਿਆ, ਦਾਦਾ ਮਾਰਾ ਨਹੀਂ ਰਿਹਾ। ਹੁਣ ਅਸੀਂ ਮਰੀਜ਼ ਨੂੰ ਕਿੱਥੇ ਖੜੀਏ? ਜੇ ਇੱਥੇ ਇਲਾਜ ਨਾ ਹੋਊਗਾ ਤਾਂ ਆਪਾਂ ਕੀ ਕਰਾਂਗੇ? ਤੇ ਅਸੀਂ ਇਲਾਜ ਇੱਥੇ ਕਰਾਉਣਾ, ਇੱਥੇ ਰਹਿਣਾ, ਸਟਾਫ ਨੂੰ ਬੁਲਾਓ। ਉਹਨਾਂ ਵਿਚਾਰੀਆਂ ਕੁੜੀਆਂ ਨੇ ਕਰੋਨਾ ਦੇ ਟੈਸਟ ਆਪਣੇ ਘੱਲੇ ਹੋਏ ਨੇ। ਇੱਥੇ ਜਦੋਂ ਅਸੀਂ ਕੋਈ ਮਰੀਜ਼ ਸਾਡੇ ਕੋਲ ਆਉਂਦਾ ਉਹਨੂੰ ਰੈਫਰ ਕਰਦੇ ਆ ਤੇ ਬਕਾਇਦਾ ਜਿਹੜੇ ਸਟਾਫ ਨੇ ਉਹਨੂੰ ਕੀਤਾ ਹੁੰਦਾ ਵਾ ਡੀਲ, ਉਹ ਸਟਾਫ ਦੇ ਕਰੋਨਾ ਟੈਸਟ ਗਏ ਨੇ, ਉੱਤੋਂ ਉਹਨਾਂ ਦੇ ਪਰਚਾ। ਆਹ ਡਾਕਟਰਾਂ ਦੀ ਇੱਜ਼ਤ ਹੋ ਰਹੀ ਸਾਡੇ ਦੇਸ਼ ਵਿੱਚ। ਆਹ ਬੁੱਚੜੀ ਵਾਲੇ ਪੁਲਿਸ ਦੇ ਘਟੀਆ ਭ੍ਰਿਸ਼ਟ ਅਫਸਰ ਨੇ, ਆਹ ਇਹਨਾਂ ਨੇ ਕਰਤੂਤ ਹੈ ਇਹਨਾਂ ਦੀ ਕਿ ਜਿਹੜਾ ਹਸਪੀਟਲ ਕਰੋਨਾ ਦੇ ਦਰਮਿਆਨ ਮਰੀਜ਼ਾਂ ਨੂੰ ਇਲਾਜ ਦੇ ਰਿਹਾ, ਸਾਰੇ ਹਸਪਤਾਲ ਬੰਦ, ਜਿਸ ਹਸਪੀਟਲ 'ਚ ਮਰੀਜ਼ਾਂ ਦੇ ਇਲਾਜ ਹੋ ਰਹੇ ਨੇ, ਕਰਫਿਊ ਦੇ ਦਰਮਿਆਨ, ਕਰੋਨਾ ਦੇ ਦਰਮਿਆਨ 300% ਕਰਕੇ ਰਿਕਾਰਡ ਬਣਾਇਆ ਪੂਰੇ ਪੰਜਾਬ 'ਚ। ਉਸੋਂ ਦੇ ਸਟਾਫ ਤੇ 17 ਬੰਦਿਆਂ ਦੇ ਪਰਚਾ, ਦੁਰ ਲੜਨ ਤਾਂ ਤੁਹਾਡੇ ਤੇ। ਪਰ ਆਪ ਤੁਸੀਂ ਆ ਨਹੀਂ ਸਕਦੇ ਇੱਥੇ, ਇੱਕ ਦਿਨ ਆ ਕੇ ਕੋਈ ਮਰੀਜ਼ ਲਾ ਕੇ ਖਲੋ ਕੇ ਵਿਖਾ ਲਓ, ਤੁਸੀਂ ਕਹਿਣਾ ਜੀ ਸਾਨੂੰ ਕਰੋਨਾ ਹੋ ਜਾਣਾ, ਕਰੋਨਾ। ਇਹ ਸਾਰਾ ਦਿਨ ਖਪਣ ਡਏ ਆ ਮਰੀਜ਼ਾਂ ਸਵੇਰ ਤੋਂ ਲੈ ਕੇ। ਤੁਸੀਂ ਕਹਿੰਦੇ ਜੇ ਇਹ ਗਾੜੀ ਮਿਸਬਿਹੇਵ ਕੀਤਾ, ਐਦਾਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੰਦਾ ਖਪਣ ਡਿਆ, ਉੱਤੇ ਆ ਕੇ ਤੁਹਾਡੇ ਪੁਲਿਸ ਵਾਲੇ ਨੂੰ ਧੱਕੇ ਮਾਰਨਗੇ ਤੇ ਅੱਗੇ ਤੁਹਾਡੇ ਗਲ ਦੇ ਵਿੱਚ ਦੀਪਮਾਲਾ ਕਰਾਂਗੇ ਤੁਹਾਡੀ। ਸਾਡੇ ਕੋਲ ਭਗਤ ਸਿੰਘ ਵਾਲੇ ਕੰਮ ਨੇ, ਸਾਡੇ ਕੋਲ ਨਹੀਂ ਚਪੇੜਾਂ ਖਾਧੀਆਂ ਜਾਂਦੀਆਂ ਤੁਹਾਡੀਆਂ। ਸਾਰੇ ਕ੍ਰਿਟੀਕਲ ਪੇਸ਼ੈਂਟ ਅੰਦਰ ਆਈਸੀਯੂ में ਇਹ ਸਾਰਾ ਹੀ ਆਈਸੀਯੂ ਆ, 5 ਬੈੱਡਾਂ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਆਈਸੀਯੂ। ਆਹ ਵੇਖੋ ਪੇਸ਼ੈਂਟ, ਦੇਖੋ ਜਰਾ, ਦੇਖੋ ਮਾਤਾ ਕਿੰਨੀ ਕ੍ਰਿਟੀਕਲ ਹਾਲਤ ਵਿੱਚ ਆ, ਪਰ ਪ੍ਰੋਪਰ ਫੈਸਿਲਿਟੀਆਂ, ਏਸੀ ਲੱਗੇ, ਗੱਦੇ, 에ਅਰ ਮੈਟਲ ਲੱਗੇ ਹੋਏ ਨੇ, ਹਰ ਚੀਜ਼ ਆ, ਪਰ ਹੁਣ ਸਟਾਫ ਨਹੀਂ ਸਵੇਰ ਦਾ। ਭਾਜੀ ਕੀ ਦਿੱਕਤ ਆ ਰਹੀ? ਪਰਸੋਂ ਦੀ ਪੱਟੀ ਹੋਈ ਆ, ਮੈਂ ਦੱਸੋ ਕੀ ਕਰਾਂ? ਸਮੈਲ ਆ ਰਹੀ ਆ। ਹਾਂਜੀ ਮਾਤਾ ਜੀ ਕੀ ਹੁੰਦਾ? ਉਦਾਂ ਤੁਹਾਡਾ ਪਹਿਲਾਂ ਤਾਂ ਇਲਾਜ ਹੋ ਰਿਹਾ ਸੀ ਨਾ ਇੱਥੇ? ਪਹਿਲਾਂ ਬਹੁਤ ਵਧੀਆ ਹੋ ਰਿਹਾ ਹੈ। ਜਿੱਦਾਂ ਮਾਤਾ ਜੀ ਇਹਨਾਂ ਨੇ 17 ਬੰਦਿਆਂ ਦੇ ਪਰਚਾ ਕਰ ਦਿੱਤਾ ਵਾ ਸਾਡੇ ਤੇ, ਹੁਣ ਅਸੀਂ ਤੁਹਾਨੂੰ ਕਿੱਥੇ ਘੱਲੀਏ?
ਇਹ ਪੰਜਾਬ ਪੁਲਿਸ ਦੇ ਭ੍ਰਿਸ਼ਟ ਹੈ ਸਿਸਟਮ ਨੇ। ਮੈਂ ਤੇ ਸਾਰੇ ਵੀਰ ਹੈ ਪਹਿਲਾ ਇਲਾਜ ਬਹੁਤ ਵਧੀਆ ਹੋ ਰਿਹਾ 2 ਦਿਨ ਹੋ ਗਏ। ਮੈਂ ਤੇ ਇੱਕ ਗੱਲ ਦਾ ਮੇਰਾ ਸਵਾਲ ਆ, ਚਲੋ ਮੇਰੀ ਹੋਰ ਕੋਈ ਨਹੀਂ, ਚਲੋ ਮੈਂ ਤੇ ਚਲੋ ਆਪਣੀ ਗ੍ਰਿਫਤਾਰੀ ਵੀ ਦੇ ਦੇਣੀ ਹੈ 1-2 ਦਿਨਾਂ ਤੱਕ ਸਾਰਾ ਕੰਮ। ਮੈਂ ਇੱਕ ਸਵਾਲ ਇਹ ਕਰਦਾ ਵਾਂ ਕਿ ਬਟਾਲੇ ਦੇ ਐਸਐਸਪੀ ਨੂੰ ਇਹ ਪੁੱਛਿਆ ਜਾਵੇ ਵੀ ਜਿੱਦਣ ਇੱਕ ਦਿਨ ਬਾਅਦ 2 ਦਿਨਾਂ ਬਾਅਦ ਤੂੰ ਮੇਰੇ ਤੇ ਪਰਚਾ ਤੁਸੀਂ ਕਿਉਂ ਕਰ ਰਹੇ ਵੀ? ਤੁਹਾਨੂੰ ਕਿਹਨੇ ਗਾਈਡ ਕੀਤਾ? ਤੁਸੀਂ ਮੇਰੇ ਤੇ ਪਰਚਾ ਐਸਐਸਪੀ ਸਾਹਿਬ ਇਹ ਦੱਸਣ ਤੇ ਸਹੀ ਪਰਚਾ ਕੀਤਾ ਕਿਉਂ ਆ? ਤੁਸੀਂ ਉਸੇ ਵੇਲੇ ਕਿਉਂ ਨਹੀਂ ਕੀਤਾ? ਮੌਕੇ ਤੇ ਕਿਉਂ ਨਹੀਂ ਪਰਚਾ ਕੀਤਾ ਤੁਸੀਂ ਜਦੋਂ ਤੁਸੀਂ 2 ਦਿਨਾਂ ਬਾਅਦ ਪਰਚਾ ਕਰਦੇ ਪਏ ਸੀ? ਹੈਂ? ਤੇ 17 ਬੰਦਿਆਂ ਦੇ ਪਰਚਾ ਹੁਣ ਦੇਖੋ ਮੈਂ ਵੀਰ ਮੈਂ ਕੀ ਕਰ ਸਕਦਾ? ਮੈਂ ਇਸ ਟਾਈਮ ਮੈਨੂੰ ਜਦੋਂ ਮਰਜ਼ੀ ਫੜ ਸਕਦੇ ਨੇ ਆ ਕੇ। ਸੋ ਇਸ ਕਰਕੇ ਚਲੋ ਹਾਂਜੀ ਆ ਦੇਖੋ ਮਾਤਾ ਜੀ ਵਿਚਾਰੇ ਸੀਰੀਅਸ ਨੇ। ਹਾਂਜੀ ਬੜੀ ਮਾਰੀ ਗੱਲ ਆ। ਮੈਨੂੰ ਜੇ ਲੱਗੇ ਤੇ ਮਾਤਾ ਜੀ ਮੈਂ ਕਿੱਥੇ ਤੁਹਾਨੂੰ ਹੁਣ ਮੈਂ ਕਿੱਥੇ ਦੱਸੋ ਭੇਜਾਂਗਾ? ਸਾਡਾ ਕੋਈ ਟਿਕਾਣਾ ਨਹੀਂ, ਸਾਡਾ ਕੋਈ ਇਲਾਜ ਹੀ ਨਹੀਂ ਪੁੱਤ। ਅਸੀਂ ਕਿੱਥੇ ਪਏ ਨੇ ਤੇਰੇ ਕੋਲ ਹੱਥ ਪੱਲਾ ਜੋੜ ਕੇ। ਐਸਐਸਪੀ ਪੰਜਾਬ ਪੁਲਿਸ ਦੇ ਫਿਰ ਆਪੇ ਤੁਹਾਨੂੰ ਇਹਨਾਂ ਕੋਲ ਭੇਜ ਦਿੰਦੇ ਆ, ਆਪੇ ਕਿਤੇ ਦਾਖਲ ਕਰਾ ਕੇ ਤੁਹਾਡਾ ਇਲਾਜ ਕਰਾਉਣਗੇ। ਨਾ ਪੁੱਤ ਜਿੱਦਾਂ ਕਰਦੇ ਨੇ ਇਲਾਜ ਲੱਖ ਰੁਪਈਆ ਲੈਂਦੇ ਨੇ ਰਿਸ਼ਤਾ। ਹਾਂਜੀ ਗੰਦੀ ਸਰਕਾਰ ਨਹੀਂ ਹੈ, ਗੰਦੀ ਸਰਕਾਰ ਹੈ। ਚਲੋ ਆਪ ਲੱਭ ਜੇ ਇੱਕ ਬੰਦਾ ਫੋਨ ਕਰਦਾ ਦੂਜੇ ਬੰਦੇ ਇੱਕ ਬੰਦੇ ਫੋਨ ਕੱਟਣ ਦੇ। ਇਹਦਾ ਕੋਈ ਇਹਨਾਂ ਦਾ ਚਲੋ ਮੈਂ ਇੱਕ ਚਲੋ ਥੋੜੀ ਜਿਹੀ ਬੇਨਤੀ ਕਰਾਂ, ਚਲੋ ਤੁਸੀਂ ਆਪ ਲਫ਼ਜ਼ ਨਾ ਬੋਲਿਓ, ਉਦਾਂ ਆਪਣਾ ਰੋਸਟ ਨਹੀਂ ਕਰ ਸਕਦੇ। ਦੱਸੋ ਭਾਜੀ ਕੀ ਹਾਲਾਤ ਇਹਨਾਂ ਕੀ? ਹਾਲਾਤ ਬਹੁਤ ਮਾੜੇ ਆ ਭਾਜੀ, ਕਿਉਂਕਿ ਆਪਣੇ ਬਹੁਤ ਦੁਨੀਆ ਦਾ ਭਲਾ ਹੀ ਕਰਨ ਦੇ ਪਰ ਆਹ ਗੱਲ ਥੋੜਾ ਗੁੰਡੇਗਰਦੀ ਹੋਣੀ ਹੈ ਸਾਰੀ। ਕੀ ਇਹ ਜੇ ਹੁਣ ਇੱਥੇ ਆਉਂਦੇ ਨੇ ਤੇ ਭਾਜੀ ਮੈਂ ਕੀ ਇਹੀ ਕਰ ਸਕਦੇ ਆ? ਸਟਾਫ ਅੱਜ ਆਇਆ ਹਾਂਜੀ ਨਹੀਂ। ਹਾਂਜੀ ਮੈਂ ਵੀ ਕਿੰਨਾ ਚਿਰ ਇੱਥੇ ਇਕੱਲਾ, ਮੈਂ ਕੀ ਮਰੀਜ਼ਾਂ ਨੂੰ ਟੀਕੇ ਥੋੜਾ ਮੈਂ ਲਾ ਨਹੀਂ ਦਿੰਦਾ। ਨਹੀਂ ਤੁਸੀਂ ਕਲਾਕਾਰ ਥੋੜਾ ਕਰ ਸਕਦਾ ਕੋਈ, ਹਾਂ ਕਲਾਕਾਰਾਂ ਨਹੀਂ ਕਰ ਸਕਦਾ। ਜਾਂ ਤੇ ਫਿਰ ਆਪਾਂ ਹੁਣ ਮੈਂ ਸਾਰੇ ਮਰੀਜ਼ਾਂ ਨੂੰ ਗੱਡੀਆਂ ਐਂਬੂਲੈਂਸਾਂ ਤੇ ਲੱਦ ਕੇ ਐਸਐਸਪੀ ਦੇ ਦਫ਼ਤਰ ਲੈ ਜਾਣਾ ਵਾ ਇੱਕ ਕੱਲ ਤੱਕ। ਹਾਂਜੀ ਸਾਰੀ ਜਨਤਾ ਜਾਊ ਨਾਲ ਤੁਹਾਡੇ। ਤੁਹਾਡੇ ਨਾਲ ਚੱਲਾਂਗੇ ਜੀ ਜਿੱਥੇ ਜਾਣਾ। ਦੇਣਗੇ ਗੱਲ ਸਾਰੇ ਸਾਥ ਦੇਣਗੇ ਸਾਰੇ ਸਾਰੇ ਦਫ਼ਤਰ 'ਚ ਮਰੀਜ਼ ਸੁੱਟ ਤੋਂ ਖੜ ਕੇ ਵੀ ਆ ਲਓ ਜੀ ਇਹਨਾਂ ਦੀ ਦੇਖਭਾਲ ਕਰੋ, ਇਹਨਾਂ ਦਾ ਇਲਾਜ ਕਰੋ ਤੇ ਜਾਂ ਇਹਨਾਂ ਨੂੰ ਮਰਨ ਦੀ ਦਵਾਈ ਦੇ ਦਿਓ, ਵਿਚਾਰੇ ਮੁੱਕ ਜਾਣ। ਅਰੇ ਲਫ਼ਜ਼ ਹੀ ਹੈ ਨਹੀਂ ਤੁਹਾਡੇ, ਮੰਨਦਾ ਵੀ ਕੋਈ ਲਫ਼ਜ਼ ਹੀ ਨਹੀਂ ਬਣਿਆ। ਮੇਰੇ ਕੋਲ ਲਫ਼ਜ਼ ਨਹੀਂ ਅੱਜ ਬਣਦੇ ਪਏ ਕਿ ਮੈਂ ਤੁਹਾਨੂੰ ਲਾਹਣਤਾਂ ਤੁਹਾਨੂੰ ਕਿਹੜੇ ਲਫ਼ਜ਼ਾਂ ਨਾਲ ਪਾਵਾਂ। 17 ਬੰਦਿਆਂ ਦੇ ਤੁਸੀਂ ਪਰਚਾ ਠੋਕ ਦਿੱਤਾ ਹਸਪੀਟਲ ਦੇ। ਯਾਰ ਤੁਹਾਡੇ ਤੋਂ ਇਹ ਸਾਫ਼ ਕਲੀਅਰ ਹੋ ਗਿਆ ਵਾ ਵੀ ਤੁਸੀਂ ਇਸ ਹਸਪੀਟਲ ਨੂੰ ਬੰਦ ਕਰਾਉਣਾ ਚਾਹੁੰਦੇ ਜੇ। ਟੋਟਲੀ ਕਲੀਅਰ ਆ, ਸਪਸ਼ਟ ਹੋ ਚੁੱਕਾ ਵਾ ਕਿ ਤੁਹਾਨੂੰ ਅੱਗ ਲੱਗੀ ਹੋਈ ਹੈ, ਤੁਸੀਂ ਬੰਦ ਕਰਨਾ ਚਾਹੁੰਦੇ ਜੇ ਹਸਪੀਟਲ ਨੂੰ। 17 ਬੰਦਿਆਂ ਦੇ ਪਰਚੇ ਨਹੀਂ ਬੰਦ। 17 ਕੀ 70 ਬੰਦੇ ਢਾਡੇ ਪੁਲਿਸ ਦੇ ਹਸਪਤਾਲ 'ਚ ਆਈ ਗੁੰਡਾਗਰਦੀ ਕਰਕੇ ਗਏ, ਉਹਨਾਂ ਦੇ ਪਰਚਾ ਕਰੋ। ਸਾਰਾ ਉਹ ਸਰ ਸਾਨੂੰ ਦੱਸੋ ਅਸੀਂ ਤੇ ਜਾਈਏ। ਮੈਂ ਕੀ ਦੱਸਾਂ ਮੈਨੂੰ ਜੋ ਮੈਂ ਨਹੀਂ ਕੀ ਕਰਨਾ। ਮੈਂ ਦੱਸਾਂ ਮੈਂ ਉਹਦਾ ਪਾਣੀ ਪੂਣੀ ਚਾਲੂ ਨਾ ਉਹਦਾ ਕੁਝ ਨਹੀਂ ਕਰ। मैं पर्सनल अभी मरीज ने इधर बेचारे हो भाई देखो मैं तो दिखा लांगा भाजी। ਇਹਨਾਂ ਮਰੀਜ਼ਾਂ ਦੇ ਆਪਰੇਸ਼ਨ ਹੋਏ ਨੇ ਕੱਲ। ਦੇਖੋ ਇਹਨਾਂ ਮਰੀਜ਼ਾਂ ਦੇ ਕੱਲ ਆਪਰੇਸ਼ਨ ਹੋਏ। ਇਹ ਸਾਡਾ ਰਿਕਵਰੀ ਰੂਮ ਜਿੱਥੇ ਮਰੀਜ਼ ਨੂੰ ਆਪਰੇਸ਼ਨ ਕਰਦਾ ਇੱਕ ਤੇ ਬਣਿਆ ਸੀ। ਇਹ ਰਿਕਵਰੀ ਰੂਮ ਆ ਜਿੱਥੇ ਮਰੀਜ਼ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਲਿਆਂਦਾ ਜਾਂਦਾ ਮੌਕੇ ਤੇ। ਭਾਜੀ ਕਦੋਂ ਆਪਰੇਸ਼ਨ ਹੋਇਆ? ਹਾਂ ਕੱਲ ਆਪਰੇਸ਼ਨ ਹੋਇਆ ਵਿਚਾਰਿਆਂ ਦਾ। ਥੱਲੇ ਗੁੰਡਾਗਰਦੀ ਪੂਰੀ ਇਹਨਾਂ ਨੇ। ਪਰਸੋਂ ਵਾਲਾ ਮਰੀਜ਼ ਕਿਹੜਾ ਇੱਥੇ ਤੁਹਾਡੇ ਕੱਲ ਹੋਇਆ? ਆ ਭੈਣ ਦਾ ਕੱਲ ਆਪਰੇਸ਼ਨ ਹੋਇਆ, ਇਹਨਾਂ ਦਾ ਵੀ ਕੱਲ ਆਪਰੇਸ਼ਨ ਹੋਇਆ।
ਅਜੇ ਉਧਰ ਵੀ ਕਈ ਮਰੀਜ਼ ਨੇ ਰਿਕਵਰੀ ਆ, ਘੱਟੋ ਘੱਟ 40-50 ਬੈੱਡ ਰਿਕਵਰੀ ਆ। ਸਾਡੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਜਿਹਦੇ ਵਿੱਚ ਆਪਰੇਸ਼ਨ ਰੋਜ਼ ਦੇ 10-10 ਮਰੀਜ਼ਾਂ ਦੇ ਆਪਰੇਸ਼ਨ ਹੁੰਦੇ ਨੇ। ਭਾਜੀ ਹੁਣ ਕੋਈ ਸਵੇਰ ਦਾ ਹੈ ਇੱਥੇ ਤੇ ਇਹਨਾਂ ਮਰੀਜ਼ਾਂ ਲਈ ਤੇ ਰਹੇ ਦੇਖੋ ਸਟਾਫ ਬਹੁਤ ਜ਼ਰੂਰੀ ਆ। ਚਲੋ ਇੱਕ ਦੋ ਮੈਡਮਾਂ ਨੇ ਵਿਚਾਰੀਆਂ ਓਵਰੇਜ ਨੇ, ਉਹਨਾਂ ਨੂੰ ਕਹਿ ਕੂ ਕੇ ਮਾੜਾ ਮੋਟਾ ਇਹਨਾਂ ਦਾ ਟਾਈਮ ਲਗਾਉਂਦੇ ਆ, ਪਰ ਕਿੰਨੀ ਕੁ ਦੇਰ ਅਕਸਰ ਉਹ ਵੀ ਅੱਜ ਚਲੀ ਜਾਣਗੀ। ਅੱਜ ਅਖਬਾਰਾਂ ਤੇ ਖਬਰ ਛਪ ਗਈ ਆ ਕਿ 17 ਬੰਦਿਆਂ ਦੇ ਪਰਚਾ, ਉਹ ਵੀ ਨਹੀਂ ਇੱਥੇ ਕਿਸੇ ਨੇ ਵੀ ਨਹੀਂ ਰਹਿਣਾ ਇੱਥੇ ਜਿੰਨਾ ਚਿਰ ਇਹ ਮਾਹੌਲ ਠੀਕ ਨਹੀਂ ਹੋਏਗਾ। ਹਾਂਜੀ ਭਾਜੀ ਕੀ ਚਲੋ ਖੈਰ ਮੈਂ ਵਿਖਾ ਦਿੱਤਾ ਤੁਹਾਨੂੰ ਜਿਹੜੇ ਬੜੀ ਲੰਬੀ, ਚਲੋ ਤੁਹਾਡੇ ਸਾਹਮਣੇ ਆ ਸਾਰਾ ਬਾਤ ਵਿੱਚ ਸ਼ੇਅਰ ਕਰੋ ਇਹਨਾਂ ਨੂੰ ਕੁਝ ਨਾ ਕੁਝ ਤੇ ਚਲੋ ਆਵਾਜ਼ ਹੀ ਸਾਡੀ ਤੁਸੀਂ ਜੇ ਤੁਹਾਡਾ ਨੱਪਿਆ ਹੋਇਆ ਸ਼ੇਅਰ ਹੀ ਮੇਰੀ ਆਵਾਜ਼ ਆ। ਨਾ ਮੈਨੂੰ ਕਾਨੂੰਨ ਤੋਂ ਕੋਈ ਫਾਇਦਾ ਮਿਲਣਾ, ਨਾ ਇਹਨਾਂ ਪ੍ਰਿਸ਼ੇ ਤੇ ਸਾਨੂੰ ਇਹ ਚਾਹੁੰਦੇ ਨੇ ਕਿ ਹਸਪਤਾਲ ਬੰਦ ਹੋ ਜਾਏ। ਇਹ ਸਿੱਧੀ ਵੀਰੇ ਗੱਲ ਆ। 17 ਬੰਦੇ ਦੇ ਪਰਚਾ ਕਰਨ ਦਾ ਮਤਲਬ ਕਿ ਹਸਪਤਾਲ ਬੰਦ। ਔਰ ਐਸਐਸਪੀ ਨਹੀਂ ਤੇ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਮਰੀਜ਼ ਐਂਬੂਲੈਂਸਾਂ ਤੇ ਲੱਦ ਕੇ ਭਾਈ ਸਾਹਿਬ ਤੁਹਾਡੇ ਦਫ਼ਤਰ ਦੇ ਬਾਹਰ ਆਉਣੇ ਨੇ ਸਾਰੇ ਮਰੀਜ਼। ਨਹੀਂ ਤੇ ਜਵਾਬ ਦਿਓ ਵੀ ਤੁਸੀਂ ਪਰਚਾ 17 ਬੰਦਿਆਂ ਦੇ ਕਿਹਦੇ ਕਹਿਣ ਤੇ ਦਿੱਤਾ। ਚਲੋ ਮੇਰੀ ਤੇ ਦੱਸੋ ਭਾਜੀ ਇੱਧਰ ਵੇਖੋ VIP ਰੂਮ, ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ, ਗੋਡੇ ਤੱਕ ਚੂਲੇ ਤੱਕ ਬਦਲੇ ਜਾਂਦੇ ਨੇ। ਦੇਖੋ ਮਾਸੂਮ ਬੱਚਾ ਤੁਸੀਂ ਦੇਖ ਸਕਦੇ ਹੋ, ਇਹ ਬੱਚੇ ਦਾ ਆਪਰੇਸ਼ਨ ਹੋ ਗਿਆ, ਇਸ ਬੱਚੇ ਦਾ ਆਪਰੇਸ਼ਨ ਹੋ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ VIP ਰੂਮ ਫੈਸਿਲਿਟੀਜ਼ ਹਰ ਤਰ੍ਹਾਂ ਦੇ ਮਤਲਬ। ਔਰ ਇਸ ਬੱਚੇ ਵਾਸਤੇ ਹੁਣ ਭੈਣ ਜੀ ਕੋਈ ਸਵੇਰ ਦਾ ਆਇਆ ਹੈ ਹਾਂਜੀ ਆ ਹਾਲਾਤ ਨੇ। ਜੇ ਹੁਣ ਤੁਹਾਨੂੰ ਇਹ ਬੱਚਾ ਅੱਗੇ ਖੜਨਾ ਪਏ ਤਾਂ ਕਿੱਥੇ ਖੜੋਗੇ ਤੁਸੀਂ, ਕਿਉਂਕਿ ਸਾਡੇ ਤੇ ਪਰਚੇ ਹੋ ਗਏ ਨੇ। ਹਾਂਜੀ ਹਾਂ ਕੀ ਕਹਿ ਰਿਹਾ ਬੱਚਾ, ਦਰਦ ਹੋ ਰਹੀ ਹੈ? ਕੋਈ ਨਹੀਂ ਚਲੋ ਅਜੇ ਡਰਿਆ ਵਿਚਾਰਾ, ਜਿਹਦੇ ਵਿਚਾਰੇ ਨੂੰ ਪਤਾ ਨਹੀਂ ਗਾਂ ਕੀ ਬਣਨਾ, ਜੇ ਇੱਥੇ ਨਾ ਕਿਹੜੇ ਹਸਪਤਾਲ ਜਾਣਾ, ਕੀ ਕਰਨਾ, ਆਹ ਹਾਲਾਤ ਨੇ। ਔਰ ਜੰਮੂ ਕਸ਼ਮੀਰ, ਹਰਿਆਣਾ, ਰਾਜਸਥਾਨ ਔਰ ਉੜੀਸਾ ਤੋਂ ਮਰੀਜ਼ ਆ ਰਹੇ ਨੇ, ਗੋਡੇ ਤੱਕ ਚੂਲੇ ਤੱਕ ਬਦਲੇ ਜਾਂਦੇ। ਉਹ ਡਾਕਟਰ ਜਿਹੜੇ ਨੇ, ਜਿਹੜੀ ਵੀਡੀਓ ਸਭ ਤੋਂ ਖਾਸ ਗੱਲ ਹੈ ਕਿ ਜਿਹੜੇ ਸਾਡੇ ਕੋਲ ਡਾਕਟਰ ਨੇ, ਟਾਟਾ ਮੈਮੋਰੀਅਲ ਹਸਪੀਟਲ ਬੰਬੇ, ਸਰ ਗੰਗਾ ਰਾਮ ਹਸਪੀਟਲ ਦਿੱਲੀ, ਔਰ ਇਹਨੇ ਨੇ ਹਾਈ ਪ੍ਰੋਫਾਈਲ ਡਾਕਟਰ ਆਪਾਂ ਅਪਾਇੰਟ ਕੀਤੇ ਨੇ ਇੱਥੇ ਕਿ ਚੂਲੇ ਤੱਕ ਗੋਡੇ ਤੱਕ ਦੂਰਬੀਨ ਦੇ ਨਾਲ ਜਿੰਨੇ ਆਪਰੇਸ਼ਨ ਨੇ ਸਾਰੇ ਲਗਭਗ ਫ੍ਰੀ ਆਫ ਕਾਸਟ ਹੀ ਬਦਲ ਰਹੇ ਆ। ਓਨਲੀ ਪਲਾਂਟ ਚਾਰਜਸ ਲੱਗਦੇ ਨੇ ਇੱਥੇ। ਜੇ 7 ਲੱਖ ਦਾ ਕੰਮ ਵਾ ਤੇ 5 ਲੱਖ 6 ਲੱਖ ਰੁਪਈਆ 6.5 ਲੱਖ ਰੁਪਈਆ ਮਰੀਜ਼ ਦਾ ਬਚ ਜਾਂਦਾ ਇੱਥੇ ਆ ਕੇ। ਔਰ ਦਿੱਲੀ, ਉੜੀਸਾ, ਰਾਜਸਥਾਨ, ਔਰ ਇਹ ਹਸਪੀਟਲ ਵੀਰੋ ਸਾਲ 2 ਸਾਲ ਦੇ ਵਿੱਚ ਪੰਜਾਬ ਦਾ ਸਭ ਤੋਂ ਬੈਸਟ ਹਸਪੀਟਲ ਬਣਨ ਵਾਲਾ ਵਾ। ਪਰ ਇਹ ਗੱਲ ਇਹਨਾਂ ਨੂੰ ਪਚਦੀ ਨਹੀਂ ਪਈ। ਹਾਂ ਆ ਦੇਖੋ ਜਿੰਨੇ ਮੈਂ ਦਿਖਾ ਰਿਹਾ ਸਰ, ਇੱਧਰ ਵੀ ਮਰੀਜ਼ ਵਿਚਾਰੇ ਸਾਰੇ ਤੁਹਾਡੇ ਕੋਲ ਕੀ ਗੱਲ ਸੀ, ਲਾਈਟਾਂ ਚਲਾ ਦਿਓ ਇੱਧਰ ਦੀ ਜਗ੍ਹਾ ਇਹ ਬੁਝਲੋ ਤੁਸੀਂ ਕਿੰਨੀ ਦੇਰ ਤੋਂ ਇੱਥੇ ਜੇ ਮੈਂ ਬਹੁਤ ਆਈ ਨਹੀਂ ਤੋਂ ਹੋਣਾ ਮੇਰਾ ਵਿੱਚੋਂ ਕਾਫੀ ਚੈੱਕ ਹੋ ਰਹੀ ਆ। ਹਾਂ ਤੇ ਹੁਣ ਮਤਲਬ ਪਹਿਲਾਂ ਮੇਰੇ ਬੜੇ ਹਸਪਤਾਲ ਘੁੰਮੇ ਕਿਤੇ ਜਰਮ ਨਹੀਂ ਠੀਕ ਹੁੰਦੇ, ਇੱਥੋਂ ਮੇਰੇ ਬੈੱਡ ਸੋਲ ਜਿਹੜੇ ਠੀਕ ਹੋਏ ਆ ਤੇ ਚੂਲੇ ਦਾ ਸਫਲ ਆਪਰੇਸ਼ਨ ਹੋ ਗਿਆ। ਹਾਂਜੀ ਤੇ ਹੁਣ ਪਰਮਾਤਮਾ ਵੇਖੋ ਚਲੋ ਜੋ ਅੱਗੇ ਹੋ ਗਿਆ ਵਾ। ਮੈਂ ਤੁਹਾਨੂੰ ਇਹ ਦੱਸਣਾ ਕਿ ਸਾਡੇ ਤੇ ਨਾ ਕਰਦਾ ਪਰਚਾ, ਇਹ ਤਾਂ ਗਲਤ 17 ਬੰਦਿਆਂ ਦੇ ਪਰਚਾ ਕੀਤਾ ਇਹਨਾਂ ਨੇ। ਲੈ ਆ ਕੋਈ ਗੱਲ ਹੈ ਜਿਹੜਾ ਕੋਈ ਬੰਦਾ ਕਹਿੰਦਾ ਮਦਦ ਕਰਦਾ, ਗਰੀਬਾਂ ਦੀ ਮਦਦ ਕਰਦਾ, ਉਹਨਾਂ ਦੇ ਪਰਚੇ ਕਰੀ ਜਾਓ, ਇਹ ਕਿਸੇ ਵੀ ਗੱਲ ਬੇਇਨਸਾਫੀ ਹੈ ਤੇ ਮੇਰੀ ਗਲਤ ਗੱਲ ਵਾ। ਜੋ ਮਤਲਬ ਸਟਾਫ ਨੇ ਵੀ ਚਲੇ ਜਾਣਾ ਅੱਜ ਇੱਕ ਦੋ ਸਟਾਫ ਅਸੀਂ ਕਹਿੰਦੇ ਸਵੇਰ ਦੇ ਵੇਖਣ ਦੇ ਕੋਈ ਆਇਆ ਨਹੀਂ ਸਾਡੇ ਵੱਲ, ਮਤਲਬ ਸਾਡਾ ਬੁਰਾ ਹਾਲ ਪਹੁੰਚੇ ਦਿਹਾੜੇ ਆ ਨਾ ਕਹਿੰਦੇ ਕੋਈ ਪੱਟੀ ਕੀਤੀ। ਚਲੋ ਮੈਂ ਤੁਹਾਨੂੰ ਜਦੋਂ ਤੁਸੀਂ ਸਿਆਣੇ, ਮੈਂ ਤੁਹਾਨੂੰ ਪੁੱਛਦਾ ਵੀ ਕੀ ਹੋਣਾ ਕੀ ਚਾਹੀਦਾ ਹੁਣ। ਮੇਰੇ ਤੇ ਵੀ ਪਰਚਾ ਹੋ ਗਿਆ, ਸਟਾਫ ਤੇ ਵੀ, ਅਸੀਂ ਤੁਹਾਨੂੰ ਕਿੱਥੇ ਭੇਜੀਏ? ਨਹੀਂ ਅਸੀਂ ਕਿਤੇ ਜਾਣਾ, ਅਸੀਂ ਕਿਤੇ ਨਹੀਂ ਜਾਣਾ, ਅਸੀਂ ਇੱਥੇ ਮਰਾਂਗੇ ਤੁਹਾਡੇ ਨਾਲ ਹੀ। ਅਸੀਂ ਇਹੋ ਜਿਹੀ ਗੱਲ ਥੋੜੀ ਹੈਗੀ ਆ। ਮੈਂ ਤਾਂ ਕੱਲ ਜਾਣਾ ਗ੍ਰਿਫਤਾਰੀ ਦੇਣ, ਕੱਲ ਜਾਂ ਪਰਸੋਂ ਇਹਦੇ ਦਫ਼ਤਰ ਜਾਣਾ ਤੇ ਸਾਨੂੰ ਵੀ ਇਸ ਤਰ੍ਹਾਂ ਡੋਲੀਆਂ ਨੂੰ ਲੈ ਜਾਓ ਜਿਸ ਤਰ੍ਹਾਂ ਮਰਜ਼ੀ। ਅਸੀਂ ਸਾਰੇ ਮਰੀਜ਼ ਨਾਲ ਜਾਣਗੇ ਐਂਬੂਲੈਂਸ ਨਾਲ। ਸਾਰੇ ਪਿਆਰ ਹਾਂਜੀ ਜਾਵਾਂਗੇ ਨਾਲ ਜਾਵਾਂਗੇ। ਸਾਰੇ ਮਰੀਜ਼ ਆ ਪਹਿਲਾ ਇੱਕ ਵਾਰ ਇਦਾਂ ਦਾ ਹੋਏਗਾ ਇਸ ਵਾਰ ਤੁਹਾਡੀ ਗੁੰਡਾਗਰਦੀ ਦਾ ਜਵਾਬ ਹੁਣ ਐਸਪੀ ਨਾਲ ਦਵਾਂਗੇ। ਕੋਈ ਨਹੀਂ ਬਾਹਰ ਸਾਡੀ ਫੜਦਾ ਇਹਨਾਂ ਸਾਡੀ ਬਾਹਰ ਪੜੀ ਆ। ਮੈਂ ਬੜੀ ਸੰਗਤ ਹੋਇਆ ਕਿ ਸਾਡੀ ਬਾਹਰ ਪੜੀ ਆ ਜੀ। ਇਹਨਾਂ ਨੇ ਆਪੇ ਉੱਥੇ ਜਾ ਕੇ ਆਪਰੇਸ਼ਨ ਕੀਤਾ ਇਹਨਾਂ ਨੇ। ਅਸੀਂ ਜਿੱਥੇ ਆ ਕੇ ਆਖਾਂਗੇ
ਅਸੀਂ ਮੇਰੇ ਨਾਲ ਮਰਾਂਗੇ ਵੀ ਮੇਰੇ ਨਾਲ ਜਿੱਥੇ ਜਾਵਾਂਗੇ ਉੱਥੇ ਮੇਰੇ ਨਾਲ ਜਾਵਾਂਗੇ। ਆਹੋ ਇਹ ਸਾਡੇ ਕੋਈ ਕਿਸੇ ਨੇ ਸਾਡੀ ਮਾਂ ਨਹੀਂ ਫੜੀ, ਇਹਨਾਂ ਨੇ ਕੋਈ ਬਣੀ ਕਿਉਂ ਨਹੀਂ, ਮੈਂ ਫਿਰ ਜਾ ਗਿਆ ਸਾਡਾ ਕੋਈ ਪ੍ਰਾਪ ਨਹੀਂ ਸਾਡੇ ਕੋਲ ਨਹੀਂ ਚੱਲਿਆ। ਅਸੀਂ ਨਾਲ ਜਾਵਾਂਗੇ। ਇੰਨਾ ਭਲਾ ਕਰਨ ਦੇ ਲੋਕਾਂ ਨੇ, ਪਰ ਇਹ ਲੋਕੀ ਪਤਾ ਨਹੀਂ ਕੀ ਇਹਨਾਂ ਵਾਸਤੇ ਸੋਚਣ ਦੇ। ਜਿੰਨਾ ਚਿਰ ਇਹਨਾਂ ਨੇ ਜਵਾਬ ਨਾ ਦਿੱਤਾ ਵੀ ਇੱਕ ਦਿਨ ਬਾਅਦ ਪਰਚਾ ਕੀਤਾ ਇਹਨਾਂ ਨੇ ਪਲੈਨਿੰਗ ਦੇ ਨਾਲ 17 ਬੰਦਿਆਂ ਦੇ ਪਰਚਾ ਕੱਲ ਤੱਕ ਵੇਟ ਕਰਨੀ, ਪਰਸੋਂ ਸਾਰੇ ਮਰੀਜ਼ ਐਸਐਸਪੀ ਦੇ ਦਫ਼ਤਰ ਦੇ ਸਾਰੇ ਜਾਣਗੇ, ਕੁਝ ਨਹੀਂ ਹੁੰਦਾ ਜੋ ਇਹਨਾਂ ਕਰਨਾ ਸੱਚ ਦੇ। ਸੁਣੋ ਭਾਜੀ ਨੂੰ ਦੀ ਗੱਲ ਦੱਸੋ ਉੱਥੇ ਪਾਵਾਂਗੇ ਸਾਡੇ ਮਰੀਜ਼ ਜਿਹੜੇ ਇੰਜੀਨੀਅਰ ਕੋਲ ਆਏ ਆ, ਅਸੀਂ ਉੱਥੇ ਦਾਖਲ ਕਰਾਂਗੇ। ਆਓ ਡਾਕਟਰ ਸਾਹਿਬ ਭਾਜੀ, ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਧੱਕੇ ਮਾਰੇ ਜਿਨ੍ਹਾਂ ਦਾ ਦੇਖੋ ਹਾਂਜੀ ਇਹ ਡਾਕਟਰ ਸਾਹਿਬ ਦੇ ਹੱਥ ਤੇ ਸੱਟ ਲੱਗੀ ਆ, ਦੂਸਰੇ ਕਰੇ ਆ ਦੇ ਇਹ ਇਹਨਾਂ ਨੇ ਦੇਖੋ ਜਦੋਂ ਆ ਕੇ ਗੁੰਡਾਗਰਦੀ ਕੀਤੀ, ਇਹਨਾਂ ਨੇ ਧੱਕੇ ਮੁੱਕੀ ਮਾਰੀ, ਇੱਥੋਂ ਸਟਾਫ ਨਾਲ ਬਦਸਲੂਕੀ ਕੀਤੀ ਆ, ਤੇ ਫਿਰ ਲੋਕਾਂ ਨੇ ਤੇ ਆਵਾਮ ਨੇ ਵਿਰੋਧ ਕਰਨਾ, ਸਾਰਿਆਂ ਨੇ ਮਰੀਜ਼ਾਂ ਨੇ ਵੀ ਵਿਰੋਧ ਕੀਤਾ ਇਹਨਾਂ ਦਾ। ਸੇਵਾ ਕਰ ਰਹੇ ਆ, ਸਾਨੂੰ ਤੇ ਕੋਈ ਮੈਂ ਖੁਦ ਅਪੀਲ ਕਰਾਂਗਾ ਬੀਜੇਪੀ ਪੰਜਾਬ ਜਾਂ ਐਸਐਸਪੀ ਦੇ ਅੱਗੇ ਕਿ ਇਸ ਵੇਲੇ ਇਨਸਾਨ ਨੂੰ ਐਸਐਸਪੀ ਸਿਟੀ ਤੇ ਲਾਇਆ ਦਾ ਜਿਹਨੇ ਗੁੰਡਾਗਰਦੀ, ਇੱਕ ਡੀਐਸਪੀ ਸਾਹਿਬ ਸਾਡੇ ਆਫਿਸ 'ਚ ਬੈਠੇ, ਅਸੀਂ ਉਹਨਾਂ ਨੂੰ ਕੋਆਪਰੇਟ ਕਰਦੇ ਰਹੇ ਹਾਂ, ਤੇ ਇਹ ਮੁਖਤਿਆਰ ਸਿੰਘ ਨੇ ਆ ਕੇ ਮੈਨੂੰ ਕੁੱਟਿਆ ਵੀ ਹੈ, ਇਹ ਸਾਡੇ ਸਾਨੂੰ ਕੁੱਟਿਆ ਤੇ ਨਾਲੇ ਸਾਡੇ ਦੇ ਨਾਲੇ ਪਰਚੇ ਕਰਦੇ। ਕਾਹਦਾ ਲੋਕ ਰਾਜ ਹੈ, ਕਾਹਦਾ ਇਨਸਾਫ ਹੈ? 17 ਬੰਦਿਆਂ ਦੇ ਪਰਚਾ ਹੈ, 12 ਬੰਦੇ ਤੇ ਸਾਡੇ ਕੋਲ ਪਰਚਾ ਕਰਤਾ, ਸਾਨੂੰ ਲੈ ਕੇ ਸਾਨੂੰ ਗੋਲੀ ਮਾਰ ਦੇਣ। ਅਸੀਂ ਲੋਕਾਂ ਦੀ ਸੇਵਾ ਕਰਦੇ ਆ, ਮੇਰੇ ਨਾਲ ਮੇਰੇ ਓਨਰ ਨੇ, ਮੈਂ ਉਹਨਾਂ ਦੇ ਨਾਲ ਹੀ ਖੜਾ ਹੋਵਾਂਗਾ ਤੇ ਕਿਹਨਾਂ ਨਾਲ ਖੜਾ ਹੋਵਾਂਗਾ? ਦੱਸੋ ਨਾ ਮੈਨੂੰ। ਇੱਕ ਪਰਾਮਰਸ਼ ਸ਼ਰੀਫ ਆਦਮੀ ਦਿਨ ਦਾ ਰਾਤ 24 ਘੰਟੇ ਸੇਵਾ ਕਰ ਰਿਹਾ, ਕਿਹੜਾ ਇਹਨਾਂ ਦੇ ਪੰਜਾਬ ਪੁਲਿਸ ਦਾ ਬੀਜੇਪੀ ਪੰਜਾਬ ਪੁਲਿਸ ਹੈ ਕਿ ਇਹ ਹਸਪੀਟਲ ਅਸੀਂ ਕਰੋਨਾ ਦੇ ਵਿੱਚ ਲੜੇ ਆ, ਇਹ ਨਾਲ ਖੜੇ ਨੇ, ਸਾਡੇ ਓਨਰ ਸਾਹਿਬ ਖੜੇ ਨੇ, ਔਰ ਇਹ ਨਹੀਂ ਕੀਤਾ ਅਸੀਂ ਰਾਸ਼ਨ ਦਾ ਰਾਸ਼ਨ, ਪੈਸੇ ਨਾਲ ਪੈਸਾ, ਦਵਾਈ ਨਾਲ ਦਵਾਈ, ਡਾਕਟਰਾਂ ਨੇ ਲੜੇ ਨੇ, ਅਸੀਂ ਆਪਣੀ ਬਿਮਾਰੀ ਤੋਂ ਨਹੀਂ ਲੜੇ, ਮੌਤ ਤੋਂ ਨਹੀਂ ਲੜੇ। ਇਹ ਵੀ ਇਨਸਾਨ ਸਰਦਾਰ ਮਨਤੇਜ ਸਿੰਘ ਨੂੰ ਸਗੋਂ ਇਹਨਾਂ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ, ਗੋਲਡ ਮੈਡਲ ਦੇ ਕੇ। ਚਲੋ ਕੁਛ ਨਹੀਂ ਦਿੰਦੇ, ਇੱਕ ਸਰੋਪਾ ਦੇ ਕੇ ਸਨਮਾਨ, ਅਸੀਂ ਆਪਣਾ ਹਸਪੀਟਲ ਦੀ ਆਫਰ ਕੀਤੀ ਇਹਨਾਂ ਦੇ ਅੱਗੇ, ਹੈਲਥ ਮਿਨਿਸਟਰ ਪੰਜਾਬ ਦੇ ਅੱਗੇ, ਪਰ ਇਹਨਾਂ ਨੇ ਸਾਨੂੰ ਅੱਜ ਇਹ ਸਲਾਹ ਦਿੱਤਾ, ਸਾਡੀਆਂ ਹੱਡੀਆਂ ਤੋੜ ਕੇ ਸਾਨੂੰ ਮੰਜਿਆਂ ਤੇ ਪਾਤਾ ਤੇ ਉਲਟਾ ਸਾਡੇ ਤੇ ਪਰਚੇ ਕਰਦੇ। ਜੇ ਇਹਨਾਂ ਨੇ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ। ਮੈਂ ਡੀਜੀਪੀ ਪੰਜਾਬ ਨੂੰ ਕਹਾਂਗਾ ਕਿ ਜੇ ਇਹਨੂੰ ਸਸਪੈਂਡ ਨਾ ਕੀਤਾ ਤੇ ਅਸੀਂ ਇੱਥੇ ਮਤਲਬ ਤੇ ਬੈਠ ਜਾਵਾਂਗੇ। ਇਹ ਸਾਰੇ ਮਰੀਜ਼ ਆਣਗੇ ਐਸਐਸਪੀ ਦੇ ਦਫ਼ਤਰ ਗੱਡੀਆਂ ਦੇ ਵਿੱਚ। ਜਦੋਂ ਇਹ ਆ ਕੇ ਦੇਖੋ ਡਾਕਟਰ ਸਾਹਿਬ, ਤੁਹਾਡੇ ਨਾਲ ਇਹਨਾਂ ਨੇ ਗੁੰਡਾਗਰਦੀ ਸਟਾਫ ਨਾਲ ਕੀਤੀ, ਮਗਰੋਂ ਜੇ ਲੋਕਾਂ ਨੇ ਵਿਰੋਧ ਕੀਤਾ, ਮਗਰੋਂ ਅਸੀਂ ਲੋਕਾਂ ਨੇ ਵਿਰੋਧ ਕੀਤਾ ਤੇ 17 ਬੰਦਿਆਂ ਤੇ ਇਹਨਾਂ ਨੇ ਪਰਚਾ ਕਰ ਦਿੱਤਾ। ਇਹ ਮੇਰੇ ਤੇ ਕਰ ਦਿੰਦੇ ਪਰਚਾ, ਓਨਰ ਤੇ ਹਸਪੀਟਲ ਦੇ ਓਨਰ ਤੇ ਕਰੋ ਪਰਚਾ, ਮੇਰੇ ਤੇ ਕਰੋ ਜਾਂ 1-2 ਬੰਦੇ ਤੇ ਹੋਰ ਤੇ ਕਰ ਦਿਓ। 17 ਬੰਦਿਆਂ ਤੇ ਇਹਨਾਂ ਨੂੰ 17 ਬੰਦਿਆਂ ਨੇ ਕੀ ਪ੍ਰੋਬਲਮ ਹੈਗੀ? ਇੱਕ ਦਿਨ ਬਾਅਦ ਪਰਚਾ ਕੀਤਾ, ਵੇਖੋ ਕਿੱਡੀ ਸ਼ਨੀਵਾਰ ਕੋਲ ਬੰਦ ਹੁੰਦੀ ਹੈ, ਐਤਵਾਰ ਇਹਨਾਂ ਨੂੰ ਚੁੱਕ ਕੇ ਲਾਏਗਾ, ਪਰ ਅਸੀਂ ਕੁਝ ਨਹੀਂ ਹੁੰਦਾ ਨਾ, ਸਾਨੂੰ ਗੋਲੀ ਮਾਰ ਦੇਣ, ਅਸੀਂ ਲੱਤਾਂ ਮਨਜ਼ੂਰ ਕਰਾਂਗੇ। ਪਰ ਇਹ ਜਿਹੜੀ ਬੇਇਨਸਾਫੀ ਹੈ ਨਾ ਪੰਜਾਬ ਪੁਲਿਸ ਦੀ, ਪੰਜਾਬ ਸਰਕਾਰ ਦੀ, ਜੋ ਪੰਜਾਬ ਪੁਲਿਸ ਦੀ ਇਹ ਅਤਿਆਚਾਰ ਸਾਡੇ ਕੋਲ ਬਰਦਾਸ਼ਤ ਨਹੀਂ ਹੋਇਆ। ਤੁਹਾਨੂੰ ਇਨਸਾਫ ਦੀ ਕੋਈ ਉਮੀਦ ਹੈਗੀ? ਮੈਨੂੰ ਕੋਈ ਉਮੀਦ ਨਹੀਂ ਹੈਗੀ। ਉਮੀਦ ਜੇ ਹੁੰਦੀ ਸੀ ਇਹ ਹਾਲਾਤ ਹੁੰਦੇ, ਸਾਡੇ 3 ਦਿਨ ਹੋ ਗਏ ਸਾਨੂੰ ਕਿਸੇ ਨੇ ਆ ਕੇ ਪੁੱਛਿਆ ਨਹੀਂ, ਐਸਐਸਪੀ ਬੈਠਾ ਹੈ, ਐਸਐਚਓ ਇਹ ਹਾਰਟ ਦੇ ਮਰੀਜ਼ ਨੇ। ਹਾਰਟ ਦੇ ਮੈਂ ਦੇਖੋ ਮੈਂ ਹੁਣ ਯਾਰ ਮੇਰੀ ਆ ਦੇਖੋ ਹੁਣੇ ਡਾਕਟਰ ਵਿੱਚ ਰੱਖ ਕੇ ਗਏ ਨੇ, ਡਾਕਟਰ ਕਰੋਨਾ ਦੇ ਇਹਨਾਂ ਦੀ ਰਿਪੋਰਟ ਗਈ ਆ, ਕਰੋਨਾ ਦੀ ਰਿਪੋਰਟ ਗਈ, ਤੁਹਾਡੀ ਕਰੋਨਾ ਟੈਸਟ ਇਹਨਾਂ ਦੀ ਕਰੋਨਾ ਦੀ ਭਾਜੀ ਰਿਪੋਰਟ ਗਈ ਆ। ਇੱਕ ਬੰਨੇ ਉਹ ਵਿਚਾਰੇ ਕਰੋਨਾ ਦੀ ਰਿਪੋਰਟ ਭੇਜੀ ਮਰੀਜ਼ਾਂ ਨੂੰ, ਉੱਤੋਂ ਪਰਚੇ ਹੋਣ ਡਏ ਨੇ ਹੈ। ਫਿਰ ਆ ਕੇ ਇਹਨਾਂ ਨੂੰ ਧੱਕੇ ਮਾਰ, ਇਹ ਗਾੜੀਆਂ ਇਹਨਾਂ ਦੀ ਦੀਪਮਾਲਾ ਕਰਾਂਗੇ ਆਪਾਂ। ਇਹ ਕਹਿੰਦੇ ਡਾਕਟਰ ਸਾਹਿਬ ਅੱਗੇ ਅਗਰੈਸਿਵ ਹੋ ਗਏ, ਹੁਣ ਆ ਕੇ ਤੁਸੀਂ ਇਹਨਾਂ ਨੂੰ ਧੱਕੇ ਮਾਰੋਗੇ, ਇਹਨਾਂ ਨੂੰ ਬੇਇੱਜ਼ਤ ਕਰੋਗੇ। ਅਸੀਂ ਇਹਨਾਂ ਦੀ ਦੀਪਮਾਲਾ, ਸਾਡੇ ਮਰੀਜ਼ਾਂ ਨੂੰ, ਸਟਾਫ ਨੂੰ, ਖਾਸ ਕਰ ਅਗਰ ਲੜਕੀਆਂ ਨੂੰ ਇਹ ਧੱਕੇ ਮਾਰੇਗਾ, ਸਟਾਫ ਨੂੰ ਦਬਕੇ ਮਾਰੇਗਾ, ਕਿਸੇ ਦੀਆਂ ਧੀਆਂ ਭੈਣਾਂ ਨੂੰ ਦਬਕੇ ਮਾਰੇਗਾ, ਉਹ ਅਸੀਂ ਨਹੀਂ ਸਹਿਣ ਕਰਾਂਗੇ। ਉਹਦੇ ਵਾਸਤੇ ਜੋ ਮਰਜ਼ੀ
ਅਸੀਂ ਉਹਨਾਂ ਵਾਸਤੇ ਬੈਠੇ ਆ। ਮੈਂ ਹਾਂ। ਮੈਡੀਕਲ ਅਫਸਰ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਧਿਆਨ ਨਹੀਂ ਆਉਣ ਦੇਣਾ ਚਾਹੁੰਦਾ। ਤੇ ਜੇ ਅਸੀਂ ਉਹਨੂੰ ਪਹਿਲੀ ਗੱਲ ਇਹ ਹੈ ਕਿ ਉਹਨੂੰ ਬੁਲਾਇਆ ਕਿਸੇ ਨੇ, ਡੀਐਸਪੀ ਸਾਹਿਬ ਦੀਨਾਨਗਰ ਨੂੰ ਪੁੱਛੋ, ਉਹ ਕਹਿੰਦੇ ਕਿ ਅਸੀਂ ਨੂੰ ਬੁਲਾਇਆ ਨਹੀਂ, ਕਿ ਸਾਡੇ ਹਸਪੀਟਲ ਲੈਣ ਕੀ ਆਇਆ। ਆਇਆ ਇਹ ਬਟਾਲਾ ਪੁਲਿਸ ਨੇ ਆ ਕੇ ਵੱਖਰਾ ਗੱਦਰ ਪਾਇਆ। ਸਾਨੂੰ ਇਹ ਸਵਾਲ ਦਿੰਦੇ ਵੀ ਇਹ ਲੈਣ ਕੀ ਆਇਆ ਸਾਡੇ ਹਸਪੀਟਲ। ਇਹ ਸਿਰਫ ਚਲੋ ਕੋਈ ਨਹੀਂ ਦੱਸਿਆ, ਤੁਸੀਂ ਰੈਸਟ ਕਰੋ, ਕੋਈ ਗੱਲ ਨਹੀਂ। ਇਹਨਾਂ ਦੇ ਕੱਲ ਦੇ ਦੇਖੋ ਸਾਰੇ ਹਾਰਟ ਦੀ ਪ੍ਰੋਬਲਮ, ECG ਸਾਰਾ ਕੁਝ। ਔਰ ਹੁਣ ਕਹਿੰਦੇ ਨੇ ਜੀ ਡਾਕਟਰ ਐਗਰੈਸਿਵ ਹੋ ਗਿਆ। ਹੁਣ ਤੁਸੀਂ ਡਾਕਟਰ ਦੇ ਸਾਹਮਣੇ ਉਹਦੀਆਂ ਲੜਕੀ ਸਟਾਫ ਨੂੰ ਦਬਕੇ ਮਾਰੋ, ਧੱਕੇ ਮਾਰੋ, ਗੁੰਡਾਗਰਦੀ ਕਰੋ, ਹਸਪੀਟਲ ਮਰੀਜ਼ਾਂ ਨੂੰ ਤੰਗ ਕਰੋ, ਤੇ ਅਸੀਂ ਅੱਗੇ ਦੀਪਮਾਲਾ ਕਰਨੀ ਆ। ਲੋਕੀ ਐਗਰੈਸਿਵ ਹੁੰਦੇ ਨੇ, ਲੋਕਾਂ ਨੇ ਕਿਉਂ ਆਪਣਾ ਵਿਰੋਧ ਕਰਨਾ, ਨਾਅਰੇਬਾਜ਼ੀ ਕਰਨੀ ਹੈ ਕਿ ਆਮ ਸਾਡਾ ਇੱਕ ਹੀ ਨੇਚਰ ਆ ਕਿ ਤੁਸੀਂ ਸਾਨੂੰ ਆ ਕੇ ਆਵਾਮ ਨੂੰ ਤੰਗ ਕਰੋਗੇ ਤਾਂ ਆਵਾਮ ਨੇ ਅੱਗੇ ਮਤਲਬ ਆਪਣਾ ਕਰਨਾ। ਠੀਕ ਆ, ਅਗਰ ਕੁਝ ਲੋਕ ਜ਼ਿਆਦਾ ਹੈ ਕਰੋਗੇ ਹੀ, ਕਈ ਲੋਕ ਸਗੋਂ ਇੱਕ ਰੋੜਾ ਚੁੱਕ ਰਹੇ ਲੋਕਾਂ ਨੇ, ਸਗੋਂ ਅਸੀਂ ਖੁਦ ਮਨਾ ਕੀਤਾ ਉਹਨਾਂ ਨੂੰ, ਹਾਂਜੀ, ਵੀ ਕੋਈ ਤੋੜ ਭੰਨ ਨਹੀਂ ਕਰਦੀ ਕਿਸੇ ਦੀ। ਇਹਦੇ ਵੀ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਦੇ ਆਪਰੇਸ਼ਨ ਹੋਏ ਨੇ, ਮਤਲਬ ਇਹ ਪ੍ਰੀ ਆਪਰੇਟਿਵ ਪੇਸ਼ੈਂਟ ਨੇ ਜਿਨ੍ਹਾਂ ਦੇ ਆਪਰੇਸ਼ਨ ਹੋ ਚੁੱਕੇ ਨੇ। ਦੇਖੋ ਇਹਨਾਂ ਨੂੰ ਤੇ ਸਟਾਫ ਦੀ ਲੋੜ ਹੈ ਨਾ, ਇਹ ਬੰਦੇ ਦੇ ਹਾਂਜੀ ਤੇ ਥੱਲੇ ਫਿਰ 400-500 ਬੰਦਾ ਖੜਾ, ਵਿਚਾਰੇ ਮਰੀਜ਼ ਨੂੰ ਡਿੱਗਣ ਡਏ ਨੇ। ਔਰ ਇਹਨਾਂ ਦੀਆਂ ਘਟੀਆਂ ਹਰਕਤਾਂ ਕਰਕੇ ਮਾਹੌਲ ਖਰਾਬ ਹੈ ਇਸ ਟਾਈਮ। ਮੈਂ ਵੀ ਕਲਪਦਾ ਪਿਆ ਵਾਂ, ਸਾਡੇ ਕੋਲ ਤੇ ਇੱਕ ਮਿੰਟ ਨਹੀਂ ਹੁੰਦਾ ਮਤਲਬ ਕਿਸੇ ਨਾਲ ਗੱਲ ਕਰਨ ਦਾ। ਜਿਹੜੇ ਮਰੀਜ਼ ਦੀ ਇਹ ਗੱਲ ਕਰਦੇ ਨੇ ਉਹ ਮੇਰੇ ਕੋਲ ਇੱਕ ਮਿੰਟ ਨਹੀਂ ਕਿਸੇ ਮਰੀਜ਼ ਨਾਲ ਗੱਲ ਕਰਨ ਦਾ ਹੁੰਦਾ। ਪਰ ਹੁਣ ਦੇਖੋ ਖਪਣ ਡਏ ਆ ਇਹਨਾਂ ਦੀਆਂ ਨਰੈਕੀਆਂ। ਆਪੇ ਆਪਣੇ ਦਫ਼ਤਰਾਂ ਦੇ ਵਿੱਚ AC ਲਾ ਕੇ ਆਰਾਮ ਨਾਲ ਬੈਠੇ, ਕੋਈ ਟੈਨਸ਼ਨ ਨਹੀਂ ਇਹਨਾਂ ਨੂੰ, ਪਰ ਅਸੀਂ ਖਪਣ ਡਏ ਆ। ਜਗ੍ਹਾ ਖੜੀ ਬੱਚਾ ਵਿਚਾਰਾ, ਹੁਣ ਇਸ ਬੱਚੇ ਦਾ ਆਪਾਂ ਦੇਖਾਂਗੇ ਬੇਟੇ ਕਿੰਨੀ ਦੇਰ ਤੋਂ ਬਿਮਾਰ ਹੋ। ਕੋਈ ਨਹੀਂ, ਜਿੰਨਾ ਚਿਰ ਤੇ ਮਤਲਬ ਕੋਈ ਗੱਲ ਨਹੀਂ, ਇਸ ਬੱਚੇ ਦਾ ਇਦਾਂ ਕਰਦੇ ਆ ਕਿ ਇਹਨਾਂ ਦੀਆਂ ਰਿਪੋਰਟਾਂ ਸਾਰੀਆਂ ਹੋ ਗਈਆਂ ਨੇ। ਹੁਣ ਇਸ ਬੱਚੇ ਦਾ ਵੀਡੀਓ ਡਿਸੀਜਨ ਡਾਕਟਰਸ ਨੇ ਲੈਣਾ ਸੀਗਾ, ਸਟਾਫ ਨੇ ਲੈਣਾ ਸੀ ਕਿ ਬੱਚੇ ਨੂੰ ਕੀ ਕਰਨਾ, ਕੀ ਬਿਮਾਰੀ ਆ, ਕੀ ਪ੍ਰੋਬਲਮ ਆ। ਬੱਚੇ ਦਾ ਪੇਟ ਫੁੱਲ ਚੁੱਕਾ ਹੈ। ਇਹ ਡਿਸੀਜਨ ਹੁਣ ਸਟਾਫ ਦਾ ਸੀਗਾ, ਡਾਕਟਰ ਦਾ ਸੀਗਾ। ਮੈਂ ਬੱਚੇ ਦਾ ਕੀ, ਮੈਂ ਇਕੱਲਾ ਕੀ ਕਰਾਂਗਾ ਇੱਥੇ। ਤੇ ਪਹਿਲੀ ਗੱਲ ਹੈ ਕਿ ਮੇਰੇ ਤੇ ਵੀ ਪਰਚਾ, ਪਤਾ ਨਹੀਂ ਕਦੋਂ ਇੱਥੇ ਗੁੰਡਾ ਪਾਰਟੀ ਕਦੋਂ ਆਏ ਤੇ ਕਦੋਂ ਗੁੰਡਾ ਪਾਰਟੀ ਨੇ ਆ ਕੇ ਤੇ ਇੱਥੇ ਹੁੱਲੜਬਾਜ਼ੀ ਸ਼ੁਰੂ ਕਰ ਦੇਣੀ ਹੈ। ਹਾਂਜੀ, ਤੇ ਹੁਣ ਇਹ ਬੱਚੇ ਵਿਚਾਰੇ ਨੂੰ ਮੈਂ ਕਿੱਥੇ ਭੇਜਾਂ, ਕਿੱਧਰ ਨੂੰ ਜਾਵਾਂ, ਮੈਂ ਵੀ ਕੀ ਕਰਾਂ। ਇੱਕ ਸਵਾਲ ਹੈ ਮੇਰਾ।
ਮੈਂ ਬੱਚੇ ਦਾ ਦੇਖਦੇ ਆ ਦੋ ਪੈਸੇ ਕੁਝ ਨਾ ਕੁਝ ਕਰਦੇ ਕੁਝ ਭੈਣ ਵਿਚਾਰੀ ਗੁੱਸੇ 'ਚ ਭੈਣ ਆ ਇਦਾਂ ਲੋਕ ਰੋ ਰਹੇ ਨੇ ਵਿਚਾਰੇ ਕਰੋੜਾਂ ਰੁਪਈਆ ਗੋਲਕਾਂ 'ਚ ਤੇ ਆਵਾਮ ਰੋ ਰਹੀ ਸਾਂਭਾ ਮੈਂ ਲੋਕਾਂ ਨੂੰ ਉਹ ਵੀ ਫਰੀ ਅਰਬਾਂ ਕਰੋੜਾਂ ਖਰਬਾਂ ਗੁਰਦੁਆਰਿਆਂ ਦੀਆਂ ਗੋਲਕਾਂ 'ਚ ਸਰਕਾਰਾਂ ਕੋਲ ਤੇ ਦੇਖੋ ਬੱਚੇ ਦਾ ਤੁਸੀਂ ਵੇਖ ਸਕਦੇ ਕਿੰਨਾ ਮਾਸੂਮ ਬੱਚਾ ਸਹਿਮਿਆ ਆਇਆ ਹੈ ਇਹ ਦੇਖ ਸਕਦੇ ਹੈ ਉਹ ਇਹੋ ਜਿਹੇ ਲੋਕਾਂ ਤੇ ਯਾਰ ਮੈਂ ਤੇ ਕਹਿੰਦਾ ਕਿ ਰਾਖਸ਼ਾਂ ਨੂੰ ਵੀ ਤਰਸ ਆ ਜੀ ਤੁਸੀਂ ਤੇ ਯਾਰ ਪੰਜਾਬ ਪੁਲਿਸ ਵਾਲੇ ਤੁਸੀਂ ਤੇ ਰਾਖਸ਼ਾਂ ਨੂੰ ਵੀ ਪਾਰ ਕਰ ਗਏ ਜੀ ਤੁਸੀਂ ਤੇ ਬੁਚੜਾਂ ਨੂੰ ਵੀ ਪਾਰ ਕਰ ਗਏ ਤੁਹਾਡੇ ਜਿਹੜੇ ਹੁੰਦੇ ਨੇ ਰਾਖਸ਼ ਉਹ ਵੀ ਮੇਰੇ ਖਿਆਲ ਨਾਲ ਤੁਸੀਂ ਉਹਨਾਂ ਨੂੰ ਵੀ ਕ੍ਰਾਸ ਕਰ ਗਏ ਜੀ ਹੈ ਲਾਕਡਾਊਨ ਦੇ ਵਿੱਚ ਵੇਖੋ ਭਾਜੀ ਲੋਕਾਂ ਦੀਆਂ ਚੱਪਲਾਂ ਲਵਾ ਕੇ ਇੱਕ ਦੂਜੇ ਦੇ ਮੂੰਹ ਤੇ ਮਾਰੋ ਉਹਨਾਂ ਦੀਆਂ ਫੈਮਲੀਆਂ ਨੂੰ ਕੁੱਟੋ ਮਾਰੋ ਦੁਨੀਆ ਹੈ ਤੇ ਉਦੋਂ ਵੀ ਮੈਂ ਬੜਾ ਹੈਰਾਨ ਸੀ ਵੀ ਕਰਨੀ ਕਿਹੜੇ ਨੇ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਇੱਥੇ ਆ ਕੇ ਗਦਰ ਪਾ ਦੇਣਾ ਫਿਰ ਜੇ ਕੋਈ ਅੱਗਿਓਂ ਬੰਦਾ ਵਿਰੋਧ ਕਰਦਾ ਵਾ ਤੇ ਪਰਚਾ ਕਰ ਦਿਓ ਜੀ ਹਾਂ ਆਵਾਮ ਸਾਡੇ ਟੈਕਸ ਨਾਲ ਸਾਡੀ ਤੁਸੀਂ ਮਤਲਬ ਆਵਾਮ ਦੀ ਵੋਟ ਨਾਲ ਸਾਡੇ ਟੈਕਸ ਨਾਲ ਹੀ ਦੇਸ਼ ਚੱਲਣ ਡਿਆ ਕਿ ਜਾਂ ਤੁਸੀਂ ਦੇਸ਼ ਨੂੰ ਚਲਾਉਣ ਡਏ ਜੀ ਹਾਂਜੀ ਹੈਰਾਨ ਪਰੇਸ਼ਾਨ ਹੋ ਜਾਓਗੇ ਨਾ ਪੜੋ ਨਿਸ਼ਾ ਸਟਾਫ ਨਰਸ ਕਮਲਜੀਤ ਡਾਕਟਰ ਸੁਨੀਲ ਤਲਵਾਰ ਨਵਤੇਜ ਹਿਊਮੈਨਿਟੀ ਹਸਪੀਟਲ ਦੇ ਸਾਹਮਣੇ ਹਜੀਰਾ ਪਾਰਕ ਬਟਾਲਾ ਇੰਚਾਰਜ ਨਵਤੇਜ ਸਿੰਘ ਜੀ ਨੂੰ ਅੱਜ ਮਿਤੀ ਇਨੀ ਨੂੰ ਇਸ ਹਸਪਤਾਲ ਵਿੱਚ ਦਾਖਲ ਰਹੇ ਮਰੀਜ਼ ਕਾਲਾ ਸਿੰਘ ਗੁਰਤੇਜ ਸਿੰਘ ਕਰੋਨਾ ਪੋਜ਼ਿਟਿਵ ਹੋਣ ਉੱਤੇ ਹੇਠ ਲਿਖੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਜਿਸ ਕਮਰੇ ਵਿੱਚ ਕਾਲਾ ਸਿੰਘ ਮਰੀਜ਼ ਦਾਖਲ ਸੀ ਉਸ ਵਾਰਡ ਨੂੰ ਜਿਨ੍ਹਾਂ ਚਲਾਉਣ ਤੋਂ ਬਾਅਦ ਕੈਰੀਡੋਨ ਕਰ ਦਿੱਤਾ ਗਿਆ ਹੈ ਤੇ ਉਸ ਕਮਰੇ ਵਾਰਡ ਵਿੱਚ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕਰਵਾਇਆ ਜਾਵੇ ਹਸਪਤਾਲ ਹੇਠ ਲਿਖੇ ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤੇ ਜਾਣ ਤੇ ਉਹਦੇ ਟੈਸਟ ਭੇਜੇ ਗਏ ਨੇ ਇਹਨਾਂ ਦੇ ਕਰੋਨਾ ਟੈਸਟ ਭੇਜੇ ਨੇ ਇਹਨਾਂ ਕੁੜੀਆਂ ਜਿਨ੍ਹਾਂ ਤੇ ਇਹਨਾਂ ਪਰਚਾ ਠੋਕਦਾ ਭਾਜੀ ਹੈਰਾਨ ਮੈਂ ਕਿ 17 ਬੰਦਿਆਂ ਤੇ 2 ਦਿਨਾਂ ਬਾਅਦ ਪਰਚਾ ਇਹਨਾਂ ਦਾ ਉਹਦਾ ਹੱਥ ਖੁੱਲੇ ਨੇ ਜਿਹੜੇ ਲਾਕਡਾਊਨ ਦਾ ਕੰਮ ਹੈ ਨਾ ਉਸ ਸਮੇਂ ਉਹਦੇ ਹੱਥ ਖੁੱਲ ਗਏ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਵੀਰ ਜੀ ਕਿ ਵੀਰ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਨੇ ਤੇ ਇਹ ਤੁਹਾਡੇ ਸਾਹਮਣੇ ਚਲੋ ਸਾਰਾ ਕੁਝ ਮੈਂ ਫਿਰ ਚਲੋ ਦੂਜਾ ਫੋਨ ਮੇਰਾ ਦਿਓ ਹਾਂਜੀ ਚਲੋ ਮੈਂ ਵੀਡੀਓ ਨੂੰ ਵੀਰੇ ਬੰਦ ਕਰਦਾ ਵਾਂ ਮੈਂ ਤੇ ਵੇਖੋ ਖੱਪ ਕੇ ਵੈਸੇ ਮੇਰਾ ਇੱਕ ਮਰੀਜ਼ਾਂ ਨੂੰ ਸਾਂਭੀ ਹੁਣ ਏਡੀ ਵੱਡੀ ਜ਼ਿੰਮੇਵਾਰੀ ਆ ਸਟਾਫ ਇਹ ਫੈਸਲਾ ਲਿਆ ਕਿ ਭਾਜੀ ਜੇ ਜਾਓਗੇ ਨਾ ਤੇ ਅਸੀਂ ਵੀ ਨਾਲ ਹਾਂਜੀ ਅਸੀਂ ਵੀ ਨਾਲ ਹੀ ਜਾਵਾਂਗੇ ਐਂਬੂਲੈਂਸਾਂ ਭਰ ਕੇ ਉੱਥੇ ਲੈ ਜਾਣੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੁਹਾਡਾ ਸ਼ੇਅਰ ਕੀਤਾ ਹੀ ਵੀਡੀਓ ਸਾਡੀ ਤਾਕਤ ਸਾਡੀ ਆਵਾਜ਼ ਬਸ ਇੰਨਾ ਕੁ ਕੰਮ ਕਰਿਓ ਕਿ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸ਼ੇਅਰ ਹੋਣ ਦੇ ਨਾਲ ਇੰਨਾ ਕੁ ਉਦਾਂ ਵੀ ਲੜ ਰਹੇ ਆ ਕੰਮ ਕਰ ਰਹੇ ਆ ਪਰ ਥੋੜਾ ਜਿਹਾ ਲੋਕਾਂ ਤੱਕ ਗੱਲ ਜਾਏਗੀ ਤੇ